ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਐਨਵੀ ਸਿੰਘ ਤੇ ਲਓ ਜੀ ਇੱਕ ਵਾਰੀ ਫੇਰ ਅੱਜ ਹਾਜ਼ਰ ਹੋ ਗਿਆ ਰੱਬ ਵਰਗੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਲੈ ਕੇ ਦਾ ਐਨਵੀ ਸਿੰਘ ਸ਼ੋਅ। ਸੋ ਬਿਲਕੁਲ ਜੀ ਅੱਜ ਜਿਹੜੀ ਗੱਲਬਾਤ ਹੈ ਅਸੀਂ ਤੁਹਾਡੇ ਨਾਲ ਜਿਹੜੀ ਕਰਨ ਜਾ ਰਹੇ ਹਾਂ ਪ੍ਰੋਗਰਾਮ ਉਹ ਅਸੀਂ ਕਰਾਂਗੇ। ਅੱਜ ਇੱਕ ਖਾਸ ਸ਼ਖਸੀਅਤ ਨੂੰ ਮੈਂ ਲੈ ਕੇ ਹਾਜ਼ਰ ਹੋ ਰਿਹਾ ਜਿਨ੍ਹਾਂ ਦਾ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਕੱਦ ਹੈ ਜੀ ਉਹਨਾਂ ਦਾ। ਸੋ ਅੱਜ ਜਿਹੜੀ ਇਹ ਗੱਲਬਾਤ ਉਹਨਾਂ ਦੇ ਨਾਲ ਕੀਤੀ ਜਾਊਗੀ। ਪੰਜਾਬ ਦੀ ਇੱਕ ਅਜਿਹੀ ਰਵਾਇਤੀ ਪਾਰਟੀ ਜਿਹਦਾ ਕਿ ਬਹੁਤ ਜ਼ਿਆਦਾ ਯੋਗਦਾਨ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ। ਜੇ ਸ਼ਾਇਦ ਇਸ ਪਾਰਟੀ ਦੀ ਹੋਂਦ ਨਾ ਹੁੰਦੀ ਤਾਂ ਪੰਜਾਬ ਦੀ ਰਾਜਨੀਤੀ ਦਾ ਇੱਕ ਵੱਖਰਾ ਹੀ ਜਿਹੜਾ ਸੀਗਾ ਉਹ ਵੇਖਣ ਨੂੰ ਮਿਲ ਸਕਦਾ ਸੀਗਾ। ਸੋ ਬਿਲਕੁਲ ਜੀ ਅੱਜ ਕੁਝ ਗੱਲਾਂ ਬਾਤਾਂ ਕਰਾਂਗੇ ਇਸ ਪਾਰਟੀ ਦੇ ਬਾਬਤ ਤੇ ਇਹਨਾਂ ਨਾਲ ਜੁੜੇ ਹੋਏ ਨੁਮਾਇੰਦਿਆਂ ਦੇ ਨਾਲ। ਸੋ ਜਿਹੜੇ ਅੱਜ ਦੇ ਮੇਰੇ ਖਾਸ ਗੈਸਟ ਨੇ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਪਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਸਾਡੇ ਸਟੂਡੀਓ ਦਾ ਨੰਬਰ ਹੈ 0927999270 ਤੇ ਟੋਲ ਫ੍ਰੀ ਨੰਬਰ ਹੈ ਨੇਸ਼ਨ ਵਾਈਡ 0800030398। ਤੁਸੀਂ ਆਕਲੈਂਡ ਦੇ ਵਿੱਚ 88 FM ਤੇ 88.3 FM ਤੇ ਹੇਸਟਿੰਗ ਦੇ ਵਿੱਚ ਤੇ ਹੈਮਿਲਟਨ ਦੇ ਵਿੱਚ 88.1 FM ਤੇ ਕ੍ਰਾਈਸਟਚਰਚ ਦੇ ਵਿੱਚ 88 FM ਤੇ ਸਾਡੇ ਨਾਲ ਜੁੜੇ ਹੋਏ ਹੋ। ਨੈਸ਼ਨਲੀ ਇੰਟਰਨੈਸ਼ਨਲੀ ਤੁਸੀਂ ਰੇਡੀਓ ਦੀ ਐਪ ਜਾਂ ਫਿਰ ਆਨਲਾਈਨ ਤੁਸੀਂ ਸਾਨੂੰ ਸੁਣ ਰਹੇ ਹੋ। ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਜੀ ਹਾਂ, ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲਊਂਗਾ। ਅੱਜ ਥੋੜਾ ਜਿਹਾ ਅਸੀਂ ਸਮੇਂ ਤੋਂ ਅਰਲੀ ਆ ਗਏ ਹਾਂ ਕਿਉਂਕਿ ਮੇਰੇ ਗੈਸਟ ਜਿਹੜੇ ਨੇ ਉਹ ਬਹੁਤ ਹੀ ਖਾਸ ਨੇ ਤੇ ਉਹਨਾਂ ਦਾ ਜਿਹੜਾ ਹੈਗਾ ਸਮਾਂ ਕਾਫੀ ਜ਼ਿਆਦਾ ਬਿਜ਼ੀ ਨੇ। ਸੋ ਆਪਾਂ ਉਹਨਾਂ ਨੂੰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਉਹਨਾਂ ਨੂੰ ਔਨ ਏਅਰ ਲੈ ਕੇ ਆਉਂਦੇ ਹਾਂ। ਸੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਸਕਰੀਨ ਦੇ ਉੱਤੇ ਸਰਦਾਰ ਸੁਖਿੰਦਰ ਸਿੰਘ ਬੱਬੀ ਬਾਦਲ ਜੀ ਆ ਚੁੱਕੇ ਨੇ। ਬੱਬੀ ਬਾਦਲ ਜੀ ਤੁਹਾਡਾ ਨਿੱਘਾ ਸਵਾਗਤ ਹੈ ਰੇਡੀਓ ਸਪਾਈਸ ਨਿਊਜ਼ੀਲੈਂਡ ਦੀਆਂ ਤਰੰਗਾਂ ਦੇ ਉੱਪਰ। ਬਹੁਤ ਬਹੁਤ ਮਿਹਰਬਾਨੀ ਪਰਮਵੀਰ ਜੀ ਔਰ ਸਾਰੇ ਹੀ ਜਿੰਨੇ ਵੀ ਮੇਰੀ ਆਵਾਜ਼ ਸੁਣ ਰਹੇ ਜਾਂ ਕੋਈ ਫੇਸਬੁੱਕ ਤੇ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ, ਸਾਰੇ ਬਜ਼ੁਰਗਾਂ ਨੂੰ, ਭਰਾਵਾਂ ਭੈਣਾਂ ਨੂੰ, ਸਭ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਮੈਂ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸ ਦੇਵਾਂ ਕਿ ਮੇਰਾ ਪੂਰਾ ਨਾਮ ਨਰਿੰਦਰ ਵੀਰ ਸਿੰਘ ਹੈ ਤੇ ਐਨਵੀ ਦੇ ਨਾਮ ਨਾਲ ਮੈਂ ਜਾਣਿਆ ਜਾਂਦਾ। ਮੇਰੇ ਨਾਲ ਇਸ ਸਮੇਂ ਬੱਬੀ ਬਾਦਲ ਜੀ ਨੇ। ਬੱਬੀ ਜੀ ਮੇਰਾ ਖਿਆਲ ਸ਼ਾਇਦ ਹੀ ਕੋਈ ਅਜਿਹਾ ਬੰਦਾ ਹੋਊਗਾ ਕਿਉਂਕਿ ਹੁਣ ਬਾਦਲ ਸ਼ਬਦ ਲੱਗ ਗਿਆ ਤਾਂ ਨੈਚੁਰਲ ਦੀ ਗੱਲ ਹੈ ਜਿੱਥੇ ਬਾਦਲ ਸ਼ਬਦ ਆ ਜਾਂਦਾ ਆਬਵੀਅਸ ਹੀ ਗੱਲ ਹੈ ਕਿ ਪੰਜਾਬ ਦੀ ਰਾਜਨੀਤੀ ਨਾਲ ਜੁੜਿਆ ਹੋਣਾ ਸੰਭਾਵਿਤ ਗੱਲ ਹੈ। ਸੋ ਸਾਨੂੰ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਥੋੜੀ ਜਾਣਕਾਰੀ ਦਿਓ ਪਹਿਲਾਂ ਤਾਂ ਕਿ ਤੁਹਾਡਾ ਕਿੱਦਾਂ ਜਿਹੜਾ ਹੈ ਬੈਕਗ੍ਰਾਉਂਡ ਕਿੱਥੋਂ, ਥੋੜੀ ਸਾਨੂੰ ਉਹਦੇ ਬਾਰੇ ਜਾਣਕਾਰੀ। ਮੈਂ ਦੱਸਦਾ ਜੀ ਜਿੱਥੋਂ ਤੱਕ ਤਾਂ ਮੇਰੇ ਪਰਿਵਾਰ ਪਿਛੋਕੜ ਦਾ ਗੱਲ ਹੈ ਤਾਂ ਸਾਡੇ ਜਿਹੜੇ ਮੇਰੇ ਦਾਦਾ ਜੀ ਸਰਦਾਰ ਹਰਚੰਦ ਸਿੰਘ ਤੇ ਸੁਖਬੀਰ ਬਾਦਲ ਦੇ ਦਾਦਾ ਜੀ ਇਹ ਸਕੇ ਭਰਾ ਸੀਗੇ। ਹੁਣ ਤਾਂ ਦੋਵਾਂ ਦੀ ਡੈਥ ਹੋ ਚੁੱਕੀ ਹੈ ਔਰ ਜਿਹੜਾ ਸਾਡਾ ਪਰਿਵਾਰ ਹੈ ਇਹ ਬਾਦਲ ਪਿੰਡ 'ਚ ਵੀ ਇਹਨਾਂ ਦੀ ਸਾਡੀ ਜ਼ਮੀਨ ਹੈ ਤੇ ਨਾਲ ਮਿੱਠੜੀ ਪਿੰਡ ਇੱਕ ਲੱਗਦਾ ਜਿੱਥੇ ਸਾਨੂੰ ਜਿਹੜੀ ਦਾਦਿਆਂ ਦੀ ਵੰਡ ਤੋਂ ਬਾਅਦ ਜੋ ਦਾਦਿਆਂ ਨੇ ਜ਼ਮੀਨ ਅੱਡ ਕੀਤੀ ਸੀ ਸਾਨੂੰ ਮਿੱਠੜੀ ਪਿੰਡ ਦੀ ਜ਼ਮੀਨ ਆਈ ਸੀ ਔਰ ਅਸੀਂ ਫਿਰ ਸਾਡਾ ਪਰਿਵਾਰ ਖੇਤੀ ਮਿੱਠੜੀ ਨਾਲ ਦਾ ਹੀ ਪਿੰਡ ਹੈ ਬਾਦਲ ਤੋਂ, ਉੱਥੇ ਜਾ ਕੇ ਅਸੀਂ ਖੇਤੀ ਕਰਨ ਲੱਗ ਗਏ ਸੀ। ਸੋ ਇਸ ਕਰਕੇ ਕਈ ਵਾਰ ਕਈ ਮਿਸਕਨਸੈਪਸ਼ਨਾਂ ਕਈ ਵਾਰ ਕਹਿੰਦੇ ਸੀ ਕੋਈ ਵੀ ਇਹ ਤਾਂ ਜੀ ਪਤਾ ਨਹੀਂ ਇਹਨਾਂ ਬਾਦਲ ਹੈ ਨਹੀਂ, ਉਵੇਂ ਲਾਇਆ ਹੋਇਆ ਹੈ ਬਾਦਲ। ਤਾਂ ਕਈ ਕਹਿੰਦੇ ਸੀਗੇ ਜੀ ਇਹ ਪਿੰਡ ਦਾ ਹੈ ਕੋਈ। ਇਸ ਕਰਕੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਇਹ ਕੋਈ ਵੱਡੀ ਮਾਣ ਵਾਲੀ ਗੱਲ ਨਹੀਂ ਮੇਰੇ ਲਈ ਕਿ ਮੈਂ ਕੋਈ ਬਾਦਲ ਪਰਿਵਾਰ ਦਾ ਮੈਂਬਰ ਹਾਂ ਤੇ ਬੜੀ ਵੱਡਾ ਮੈਂ ਕੋਈ ਮਾਰਕਾ ਮਾਰ ਲਿਆ। ਇਹ ਤਾਂ ਪ੍ਰਮਾਤਮਾ ਜਿੱਥੇ ਜਨਮ ਦਿੰਦਾ ਹੈ ਸੱਚੇ ਪਾਤਸ਼ਾਹ, ਆਪਾਂ ਉੱਥੇ ਆਪਣੇ ਚੁਆਇਸ ਥੋੜ੍ਹਾ ਹੁੰਦੀ ਹੈ। ਪਰ ਮੈਂ ਇਹ ਦੱਸਦਾ ਕਿ ਮੇਰੀ ਜਿਹੜੀ ਫੈਮਿਲੀ ਹੈ ਉਹ ਬਾਦਲ ਫੈਮਿਲੀ ਹੈ ਜੀ। ਬੱਬੀ ਜੀ ਜਿੱਥੋਂ ਤੱਕ ਤੁਹਾਡੀ ਸਕੂਲਿੰਗ ਦੀ ਗੱਲ ਆਉਂਦੀ ਹੈ ਮੇਰਾ ਖਿਆਲ ਜਿਹੜੀ ਬੇਸਿਕ ਸਕੂਲਿੰਗ ਆ ਉਹ ਤਾਂ ਸ਼ਾਇਦ ਤੁਸੀਂ ਆਪਣੇ ਪਿੰਡੋਂ ਹੀ ਕੀਤੀ ਹੋਣੀ ਹੈ। ਨਹੀਂ ਜੀ, ਬੇਸਿਕ ਸਕੂਲਿੰਗ ਸ਼ੁਰੂ ਕੀਤੀ ਸੀ ਮੈਂ ਸੇਂਟ ਜੌਨ ਸਕੂਲ ਸੀਗਾ, ਥੋੜਾ ਕ੍ਰਿਸਚਨਾਂ ਦਾ ਸਕੂਲ ਹੈ ਜਿਹੜਾ ਮੰਡੀ ਡੱਬ ਵਾਲੀ ਹੁੰਦਾ ਸੀ। ਬਾਦਲ ਤੋਂ ਮੰਡੀ ਡੱਬ ਵਾਲੀ ਜਾਂਦੇ ਹੁੰਦੇ ਸੀ ਔਰ ਉੱਥੇ ਮੈਂ ਨਰਸਰੀ
LKG ਵਗੈਰਾ, ਮਤਲਬ 3rd ਤੱਕ ਮੈਂ ਉੱਥੇ ਕੀਤੀ। ਫਿਰ ਉਸ ਤੋਂ ਬਾਅਦ ਮੈਂ ਸ਼੍ਰੀ ਦਸ਼ਮੇਸ਼ ਅਕੈਡਮੀ ਆਨੰਦਪੁਰ ਸਾਹਿਬ ਚਲਾ ਗਿਆ ਸੀ। ਫਿਰ ਜੀ, ਦਸ਼ਮੇਸ਼ ਅਕੈਡਮੀ ਵਿੱਚ ਮੈਂ ਤੀਜੀ ਤੋਂ ਲੈ ਕੇ 12ਵੀਂ ਕਲਾਸ ਤੱਕ ਪੜ੍ਹਿਆ। ਜੀ। ਸੋ ਹੋਸਟਲ ਲਾਈਫ ਦਾ ਪੂਰਾ ਆਨੰਦ ਮਾਣਿਆ। ਪੂਰਾ ਜੀ, ਜਿੰਨਾ ਵੱਧ ਤੋਂ ਵੱਧ ਮਾਣ ਸਕਦੇ ਸੀ। ਔਰ ਜੀ, ਇਟ ਵਾਸ ਦ ਬੈਸਟ ਟਾਈਮ ਆਫ ਮਾਈ ਲਾਈਫ। ਮਤਲਬ ਹੋਸਟਲ ਔਰ ਜੋ ਬੈਂਗਲੌਰ ਦੇ ਵਿੱਚ ਮੈਂ ਇੰਜੀਨੀਅਰਿੰਗ ਕਰਨ ਗਿਆ ਸੀ, ਉਹ ਟਾਈਮ ਮੈਂ ਆਪਣਾ ਗੋਲਡਨ ਪੀਰੀਅਡ ਸਮਝਦਾ ਆਪਣੀ ਲਾਈਫ ਦਾ। ਕਿਉਂ ਸਾਰੀਆਂ ਦੋਸਤ ਮਿੱਤਰ ਸਾਰਾ ਉਦੋਂ ਹੀ ਬਣੇ। ਜਿਹੜੇ ਸਕੂਲ ਵਾਲੇ ਮਿੱਤਰ ਹੈ ਉਹ ਅਜੇ ਵੀ ਮੇਰੇ ਨਾਲ ਟੱਚ 'ਚ ਹੈ, ਬੈਂਗਲੌਰ ਵਾਲੇ ਮਿੱਤਰ ਹੈ ਉਹ ਵੀ ਟੱਚ 'ਚ ਹੈ। ਸੋ ਤੁਸੀਂ ਕਹਿ ਸਕਦੇ ਹੋ ਕਿ ਫਿਰ ਇਹ ਸਾਰੀ ਉਮਰ ਹੀ ਦੋਸਤੀਆਂ ਚੱਲਦੀਆਂ ਜਿਹੜੀਆਂ ਸਟੂਡੈਂਟ ਲਾਈਫ 'ਚ ਬਣਦੀਆਂ ਨੇ। ਜੀ, ਮੈਂ ਬਿਲਕੁਲ ਇਸ ਗੱਲ ਨੂੰ ਐਗਰੀ ਕਰਦਾ ਹਾਂ। ਤੁਹਾਡੇ ਇੱਕ ਮਿੱਤਰ ਨੇ ਪੋਸਟਰ ਦੇਖਿਆ, ਤਾਂ ਅੱਜ ਉਹਨਾਂ ਨੇ ਸਾਨੂੰ ਸਪੈਸ਼ਲ ਅਪਰੋਚ ਕੀਤੀ ਕਿ ਮੈਨੂੰ ਪਤਾ ਲੱਗਿਆ ਕਿ ਤੁਸੀਂ ਬੱਬੀ ਬਾਦਲ ਜੀ ਨੂੰ ਇੰਟਰਵਿਊ ਕਰਨ ਲੱਗੇ ਹੋ। ਮਨਪ੍ਰੀਤ ਬਰਾੜ ਜੀ ਨੇ ਜੀ ਇੱਥੇ। ਸੋ ਹਾਂਜੀ ਉਹਨਾਂ ਨੇ ਹਾਂਜੀ ਸਾਨੂੰ ਅਪਰੋਚ ਕਰਕੇ ਬਕਾਇਦਾ ਫ਼ੋਨ ਕੀਤਾ, ਕਹਿੰਦੇ ਜੀ ਅਸੀਂ ਜ਼ਰੂਰ ਸੁਣਾਂਗੇ, ਅਸੀਂ ਬੜੇ ਐਕਸਾਈਟਡ ਹਾਂ। ਉਹਨਾਂ ਨੇ ਮੈਨੂੰ ਕੁਛ ਤੁਹਾਡੀਆਂ ਜਿਹੜੀਆਂ ਖਾਸ ਗੱਲਾਂ ਦੱਸੀਆਂ ਸੀਗੀਆਂ। ਸੋ ਦਸ਼ਮੇਸ਼ ਅਕੈਡਮੀ ਬਾਰੇ ਉਹਨਾਂ ਨੇ ਮੈਨੂੰ ਦੱਸਿਆ ਸੀ, ਬੰਗਲੌਰ ਦੀ ਜਿਹੜਾ ਤੁਸੀਂ ਜ਼ਿਕਰ ਕੀਤਾ। ਅੱਛਾ, ਜੀ। ਤੁਸੀਂ ਕਿਹਾ ਕਿ ਇੰਜੀਨੀਅਰਿੰਗ ਕੀਤੀ ਹੈ ਬੰਗਲੌਰ ਤੋਂ। ਕਿਸ ਫੀਲਡ ਦੇ ਵਿੱਚ ਤੁਸੀਂ ਇੰਜੀਨੀਅਰਿੰਗ ਕੀਤੀ ਹੈ? ਨਹੀਂ, ਮੈਂ ਤੁਹਾਨੂੰ ਕਿਹਾ ਵੀ ਮੈਂ ਬੈਂਗਲੌਰ ਗਿਆ ਸੀ ਇੰਜੀਨੀਅਰਿੰਗ ਕਰਨ, ਅੱਛਾ ਜੀ। ਕੀਤੀ ਨਹੀਂ। ਓਕੇ। ਕੀਤੀ ਠੀਕ ਹੈ ਨਹੀਂ। ਜੀ। ਮੈਂ ਅੱਛਾ ਜੀ। ਮਕੈਨੀਕਲ ਇੰਜੀਨੀਅਰਿੰਗ 'ਚ ਐਡਮਿਸ਼ਨ ਲਈ ਸੀ ਜੀ। ਤੇ ਮੇਰੀ ਅਟੈਂਡੈਂਸ ਘਟ ਗਈ ਉੱਥੇ ਤੇ ਅੱਛਾ ਜੀ। ਮੇਰਾ ਸਾਲ ਡਿਟੇਨ ਹੋ ਗਿਆ। ਜੀ। ਤੇ ਉਸ ਤੋਂ ਬਾਅਦ ਮੈਨੂੰ ਫਿਰ ਉਹਨਾਂ ਨੇ ਵਾਪਸ ਮਾਈਗ੍ਰੇਟ ਕਰਵਾ ਲਿਆ ਜੀ। ਬਠਿੰਡੇ ਕਾਲਜ ਵਿੱਚ। ਓਕੇ ਜੀ। ਤੇ ਘਰੇ ਆ ਗਏ ਫਿਰ ਜਾਣੀ ਕਿ। ਘਰੇ ਆ ਗਏ। ਜੀ, ਜੀ, ਫਿਰ BA, ਮਤਲਬ ਮੈਂ ਫਿਰ ਨਾ ਇੰਜੀਨੀਅਰਿੰਗ ਦੀ ਜਗ੍ਹਾ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਜੀ। ਜੀ। ਸੋ ਗ੍ਰੈਜੂਏਸ਼ਨ ਦੇ ਬਾਰੇ ਮੈਂ ਥੋੜਾ ਜਿਹਾ ਜਾਣਨਾ ਚਾਹੂੰਗਾ। ਬੱਬੀ ਜੀ, ਮਾਫੀ ਚਾਹੂੰਗਾ, ਤੁਸੀਂ ਕਹੋਗੇ ਬੜਾ ਡੀਪਲੀ ਕੁਰੀ ਹੋ ਨਾ ਰਿਹਾ। ਡੀਪਲੀ ਕਰੋ ਜੀ, ਗ੍ਰੈਜੂਏਸ਼ਨ ਦੇ ਡੀਪਲੀ ਵਿੱਚ ਕਰੋ। ਕਿਹੜੇ ਸਬਜੈਕਟ ਸੀਗੇ ਤੁਹਾਡੇ ਕੋਲੇ? ਮੇਰੇ ਕੋਲੇ ਆਹੀ ਸੀ। ਮੈਂ ਕੁਰੂਕਸ਼ੇਤਰ ਯੂਨੀਵਰਸਿਟੀ ਦੀ 1 ਸਿਟਿੰਗ ਕੀਤੀ ਸੀ BA, ਤੇ ਜੀ। ਉਹਦੇ ਵਿੱਚ ਮੇਰੇ ਕੋਲੇ ਹਿਸਟਰੀ ਤੇ ਫਿਲਾਸਫੀ ਆ 3 ਕੁ ਸਬਜੈਕਟ ਜਿਹੜੇ ਸੀਗੇ ਉਹ ਮੈਂ ਲੈ ਕੇ ਆਪਣੀ BA ਕੰਪਲੀਟ ਕੀਤੀ। ਹਿਸਟਰੀ, ਫਿਲਾਸਫੀ ਤੇ ਤੀਸਰਾ ਸਬਜੈਕਟ ਕਿਹੜਾ ਸੀਗਾ ਜੀ? ਉਹ ਤਾਂ ਮੈਨੂੰ ਵੀ ਯਾਦ ਨਹੀਂ ਹੁਣ। ਉਦੋਂ 4 ਕੁ ਦਿਨ ਪੜ੍ਹ ਕੇ ਠੀਕ ਹੈ ਜੀ। ਤੁਸੀਂ 4 ਕੁ ਫਿਲਾਸਫੀ ਦੀ ਦਿਨ। ਗੱਲ ਕੀਤੀ ਹੈ। ਫਿਲਾਸਫੀ ਦੀ ਹਾਂਜੀ ਗੱਲ ਕੀਤੀ ਹੈ। ਮੇਰੇ ਕੋਲੇ ਇੱਕ ਬੜਾ ਤੁਹਾਡੀ ਕੁਆਲਿਟੀ ਦੇ ਬਾਰੇ ਜ਼ਿਕਰ ਹੋਇਆ ਕਿ ਤੁਹਾਨੂੰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਕ ਹੈ, ਤੇ ਮੈਨੂੰ ਹਾਂਜੀ ਹੈਰਾਨੀ ਇਸ ਹਾਂਜੀ ਗੱਲ ਦੀ ਹੋਈ ਕਿ ਤੁਸੀਂ ਕਿਤਾਬ ਸੇਮ ਡੇ ਜਿਸ ਦਿਨ ਰਿਲੀਜ਼ ਹੁੰਦੀ ਸੀ, ਉਸੇ ਦਿਨ ਜਾ ਕੇ ਚੰਡੀਗੜ੍ਹੋਂ ਬੁੱਕ ਡਿਪੋ ਤੋਂ ਸਪੈਸ਼ਲ ਬਾਏ ਕਰਕੇ ਸ਼ਾਮ ਤੱਕ ਕਿਤਾਬ ਪੜ੍ਹ ਕੇ ਪੂਰੀ ਕਰਕੇ ਅੱਗੇ ਮਿੱਤਰਾਂ ਨੂੰ ਦੇ ਦਿੰਦੇ ਸੀ ਵੀ ਲੈ ਵੀ ਮੈਂ ਪੜ੍ਹ ਲਈ, ਹੁਣ ਤੁਸੀਂ ਪੜ੍ਹ ਲਓ। ਇਹ ਚੀਜ਼ ਕਈਆਂ ਦਾ ਸ਼ੌਕ ਕਿੱਥੋਂ ਜਾਗਿਆ? ਇਹ ਨਾ ਜੀ, ਅਸਲ ਦੇ ਵਿੱਚ ਜਦੋਂ ਮੈਂ ਛੋਟਾ ਸੀ ਤੇ ਜੀ, ਉਸ ਟਾਈਮ ਮੈਨੂੰ ਆਦਤ ਪੈ ਗਈ। ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਹਾਰਡੀ ਬॉयਜ਼ ਉਦੋਂ ਸੀ, ਸਭ ਤੋਂ ਪਹਿਲਾਂ ਤਾਂ ਇੱਕ ਬੁੱਕ ਆਉਂਦੀ ਹੁੰਦੀ ਸੀਗੀ, ਨੋਡੀ ਕਰਕੇ। ਉਹ ਜੀ, ਨੋਡੀ ਦੇ ਉਹ ਇੰਗਲਿਸ਼ ਦੀ ਬੁੱਕ ਸੀ। ਉੱਥੋਂ ਪੜ੍ਹ ਕੇ ਨੋਡੀ ਤੋਂ ਫਿਰ ਮੈਂ ਕਾਮਿਕਸ ਪੜ੍ਹਨ ਲੱਗ ਗਿਆ। ਕਾਮਿਕਸ ਤੋਂ ਬਾਅਦ ਫਿਰ ਮੈਂ ਬੁੱਕਸ ਪੜ੍ਹਨ ਲੱਗ ਗਿਆ, ਹਾਰਡੀ ਬॉयਜ਼ ਪੜ੍ਹਨ ਲੱਗ ਗਿਆ। ਹਾਰਡੀ ਬॉयਜ਼ ਤੋਂ ਬਾਅਦ ਮੈਂ ਫਿਰ ਅੱਗੇ ਨੌਨ ਫਿਕਸ਼ਨ ਦੀਆਂ ਕਿਤਾਬਾਂ ਪੜ੍ਹਦਾ ਗਿਆ ਤੇ ਫਿਰ ਫਿਕਸ਼ਨ ਤੇ ਆ ਗਿਆ। ਜੀ, ਮਤਲਬ ਮੈਨੂੰ ਹੁਣ ਜ਼ਿਆਦਾ ਮੈਨੂੰ ਅੱਛਾ ਲੱਗਦਾ ਹੈ ਜਿਹੜਾ ਹਿਸਟੋਰੀਕਲ ਬੁੱਕਸ ਪੜ੍ਹਨੀਆਂ ਜਾਂ ਕਿਸੇ ਬੰਦੇ ਦੀ ਆਟੋਬਾਇਓਗ੍ਰਾਫੀ ਪੜ੍ਹਨੀ ਆ। ਮੈਂ ਤੁਹਾਨੂੰ ਦਿਖਾਉਣਾ ਹੈ, ਮੈਂ ਕਬੀਰ ਬੇਦੀ ਦੀ ਆਈ ਹੈ, ਮੈਂ ਪਰਸੋਂ ਹੀ ਲੈ ਕੇ ਆਇਆ ਔਰ ਜੀ, ਤਕਰੀਬਨ ਮੈਂ 70-80% ਪੜ੍ਹ ਦਿੱਤੀ ਹੈ। ਔਰ ਜਦੋਂ ਤੁਸੀਂ ਕਿਸੇ ਦੀ ਲਾਈਫ ਪੜ੍ਹਦੇ ਹੋ ਨਾ, ਤਾਂ ਐਂ ਲੱਗਦਾ ਜਿਵੇਂ ਤੁਸੀਂ ਉਹਦੀ ਜ਼ਿੰਦਗੀ ਜਿਉ ਰਹੇ ਹੋ। ਜੀ। ਤੁਸੀਂ ਥੋੜ੍ਹੀ ਦੇਰ ਬਾਅਦ ਮੈਂ ਭੁੱਲ ਜਾਂਦਾ ਕਿ ਮੈਂ ਇੱਕ ਕਿਤਾਬ ਪੜ੍ਹ ਰਿਹਾ। ਮੈਨੂੰ ਐਂ ਲੱਗਦਾ ਹੁੰਦਾ ਮੈਂ ਕਿਸੇ ਫਿਲਮ 'ਚ ਬੈਠਾ ਹੈ ਔਰ ਮਤਲਬ ਮੈਂ ਐਕਸਪੀਰੀਅੰਸ ਕਰ ਰਿਹਾ ਉਸ ਬੰਦੇ ਦੇ ਲਾਈਫ, ਉਹਦੀਆਂ ਜੀ, ਗੱਲਾਂ 'ਚੋਂ। ਜੀ, ਸੋ ਮੈਨੂੰ ਬੜਾ ਸ਼ੌਂਕ ਹੈ ਇਸ ਗੱਲ ਦਾ ਜੀ। ਜੀ। ਅੱਛਾ ਭਾਜੀ, ਸਾਰੀਆਂ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਹੋ ਜਾਂ ਕੁਝ ਖਾਸ ਪਾਰਟਿਕੂਲਰ ਟੌਪਿਕਸ ਜਿਹੜੇ ਦੇ ਤੁਹਾਡੇ ਖਾਸ ਕੋਈ ਅਜਿਹਾ ਵਿਸ਼ਾ ਹੋਵੇ ਜਿਹੜਾ ਤੁਹਾਡੀ ਖਿੱਚ ਦਾ ਬਹੁਤ ਜ਼ਿਆਦਾ ਉਹ ਬਣਦਾ ਹੋਵੇ ਕਿ ਜੀ ਮੈਂ ਫਲਾਣੀ ਬੁੱਕ ਆਉਣੀ ਹੈ? ਜਿਵੇਂ ਅਕਸਰ ਆਪਾਂ ਦੇਖਦੇ ਹਾਂ ਫਿਲਮਾਂ ਆਉਣੀਆਂ ਹੁੰਦੀਆਂ ਨੇ, ਤੇ ਹਾਂਜੀ
ਕੁਝ ਬੁੱਕਸ ਵੀ ਹੁੰਦੀਆਂ ਨੇ ਕਿ ਹਾਂਜੀ ਆਹ ਟੌਪਿਕ ਦੀ ਬੁੱਕ ਬੜੀ ਦੇਰ ਬਾਅਦ ਆਈ ਹੈ ਤੇ ਮੈਂ ਇਹ ਬੁੱਕ ਪੜ੍ਹਨੀ ਓ ਪੜ੍ਹਨੀ ਹੈ। ਕੋਈ ਖਾਸ ਵਿਸ਼ਾ ਏਦਾਂ ਦਾ? ਦੇਖੋ ਗੱਲ ਇਹ ਹੈ ਕਿ ਜਿਉਂ-ਜਿਉਂ ਬੰਦੇ ਦੀ ਉਮਰ ਵੱਧਦੀ ਹੈ ਤਾਂ ਉਹਦਾ ਟੇਸਟ ਵੀ ਬਦਲਦਾ ਜਾਂਦਾ ਹੈ। ਮੇਰੀ ਉਮਰ ਦੇ ਨਾਲ ਮੈਂ ਪਹਿਲਾਂ ਤੁਹਾਨੂੰ ਦੱਸਿਆ ਜਿਵੇਂ ਜਾਸੂਸੀ ਨਾਵਲ ਮੈਨੂੰ ਬੜੇ ਚੰਗੇ ਲੱਗਦੇ ਸੀ। ਫਿਰ ਉਸ ਤੋਂ ਬਾਅਦ ਸਿਡਨੀ ਸ਼ੈਲਡਨ ਪੜ੍ਹਨ ਲੱਗ ਗਿਆ ਮੈਂ, ਸਿਡਨੀ ਸ਼ੈਲਡਨ ਦੇ ਥ੍ਰਿਲਰ ਜੇ। ਫਿਰ ਉਸ ਤੋਂ ਬਾਅਦ ਮੈਨੂੰ ਲੱਗਿਆ ਮਨਪ੍ਰੀਤ ਬਾਦਲ ਜੀ ਨੇ ਫਿਰ ਨਾ ਮੈਨੂੰ ਇਹ ਕਿਹਾ ਕਿ ਹੁਣ ਤੁਸੀਂ ਇਹ ਬੰਦ ਕਰਕੇ ਨਾ ਤੁਸੀਂ ਨੌਨ ਫਿਕਸ਼ਨ, ਉਹਨਾਂ ਨੇ 2-3 ਬੁੱਕਸ ਮੈਨੂੰ ਦਿੱਤੀਆਂ ਔਰ ਉਹਦੇ ਵਿੱਚ ਇੱਕ ਬੁੱਕ ਸੀਗੀ ਆਇਲ ਤੇ, ਮਤਲਬ ਤੇਲ ਤੇ ਲਿਖੀ ਹੋਈ ਸੀ, ਬੜੀ ਵੱਡੀ ਕਿਤਾਬ ਸੀ ਜੀ। ਤੇ ਉਹਨੇ ਪੁਲਿਟਜ਼ਰ ਪ੍ਰਾਈਜ਼ ਜਿੱਤਿਆ ਹੋਇਆ ਸੀ। ਮੈਂ ਫਿਰ ਉਹ ਜਦੋਂ ਤੋਂ ਪੜ੍ਹੀ ਫਿਰ ਮੈਨੂੰ ਨੌਨ ਫਿਕਸ਼ਨ ਪੜ੍ਹਨ ਦਾ ਬੜਾ ਅੱਛਾ ਲੱਗਿਆ। ਫਿਰ ਮੈਂ ਹੁਣ ਨਾ ਨੌਨ ਫਿਕਸ਼ਨ ਵੀ ਪੜ੍ਹਦਾ ਹੈ, ਪਲੱਸ ਜੇ ਕਿਸੇ ਦੀ ਚੰਗੇ ਬੰਦੇ ਦੀ ਆਟੋਬਾਇਓਗ੍ਰਾਫੀ ਆ ਜੇ ਤਾਂ ਮੈਨੂੰ ਇਹ ਹੁੰਦਾ ਕਿ ਇਹ ਬੰਦੇ ਨੇ ਸਭ ਕੁਝ ਲਿਖਿਆ ਹੋਊਗਾ ਕਿ ਇਹਨੇ, ਕਈ ਤਾਂ ਕਿਤਾਬਾਂ ਹੁੰਦੀਆਂ ਨਾ ਜਿਹੜੀਆਂ ਤੁਸੀਂ ਛਾਪਦੇ ਹੋ ਕਿ ਲੋਕ ਪੜ੍ਹਨ ਤੇ ਜੀ। ਉਹਨਾਂ 'ਚ ਸਭ ਕੁਝ ਦੱਸਿਆ ਨਹੀਂ ਹੁੰਦਾ। ਲੇਕਿਨ ਜਿਹੜਾ ਬੰਦਾ ਫਰੈਂਕ ਹੈ, ਜਿਹੜਾ ਬੰਦਾ ਓਨੈਸਟ ਹੈ, ਹੁਣ ਬਰਾਕ ਓਬਾਮਾ ਜੀ ਦੀ ਜੀਵਨੀ ਵੀ ਮੈਂ ਪੜ੍ਹੀ। ਫਿਰ ਉਸ ਤੋਂ ਬਾਅਦ ਅਮਰੀਕਨ ਪ੍ਰੈਜ਼ੀਡੈਂਟਸ ਬਾਰੇ, ਲਿੰਕਨ ਬਾਰੇ ਇੱਕ ਉਹਨਾਂ ਦੀ ਬੁੱਕ ਆਈ ਹੈ ਟੀਮ ਆਫ ਰਾਈਵਲਸ, ਉਹ ਲਿੰਕਨ ਤੇ ਹੈ ਕਿਤਾਬ ਕਿ ਕਿੱਦਾਂ ਜੀ। ਉਹਨਾਂ ਨੇ ਆਪਣੇ ਤਿੰਨੇ ਚਾਰੇ ਜਿਹੜੇ ਵਿਰੋਧੀ ਸੀ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਕਿੱਡੀ ਵਧੀਆ ਟੀਮ ਬਣਾਈ। ਕਿਸੇ ਨੂੰ ਮਤਲਬ ਫੋਰਨ ਮਿਨਿਸਟਰ ਬਣਾਇਆ, ਸੈਕਟਰੀ ਆਫ ਸਟੇਟ, ਕਿਸੇ ਨੂੰ ਐਡਵੋਕੇਟ ਜਨਰਲ ਬਣਾਇਆ। ਸੋ ਇਹ ਸਾਰੀਆਂ ਚੀਜ਼ਾਂ, ਮਤਲਬ ਮੈਨੂੰ ਸ਼ੌਂਕ ਹੈ ਇੰਗਲਿਸ਼ ਬੁੱਕਸ ਪੜ੍ਹਨ ਦਾ। ਪੰਜਾਬੀ ਦੀਆਂ ਮੈਂ ਪੜ੍ਹਦਾ ਹੈ ਲੇਕਿਨ ਮੈਨੂੰ ਅਜੇ ਤੱਕ ਪੰਜਾਬੀ ਦੀ ਉਹ ਕਿਤਾਬਾਂ ਮੈਨੂੰ ਨਹੀਂ ਮਿਲੀਆਂ ਜਿਹੜੀਆਂ ਮੈਨੂੰ ਖਿੱਚਣ ਜਾਂ ਮੈਨੂੰ ਜਿਹਦਾ ਖਿੱਚ ਹੋਵੇ। ਭਾਈ ਵੀਰ ਸਿੰਘ ਜੀ, ਸਿਰਫ ਉਹਨਾਂ ਦੀ ਬੁੱਕਸ ਦੇ ਸਪਿਰਚੁਅਲਿਟੀ ਬਾਰੇ ਮੈਨੂੰ ਅੱਛਾ ਲੱਗਦਾ ਹੈ ਤੇ ਉਹ ਮੈਂ ਪੜ੍ਹਦਾ। ਜੀ। ਭਾਜੀ ਕੁਝ ਮੈਸੇजेस ਆ ਰਹੇ ਨੇ, ਮੈਂ ਨਾਲ-ਨਾਲ ਸ਼ੋ ਕਰਦਾ ਜਾਨਾ। ਜਤਿੰਦਰ ਸਿੱਧੂ ਜੀ ਨੇ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਨਾਲ ਰੇਡੀਓ ਸਪਾਈਸ ਨੂੰ ਉਹਨਾਂ ਨੇ ਸਤਿ ਸ਼੍ਰੀ ਅਕਾਲ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਭਾਜੀ ਆਪ ਨੂੰ ਰੇਡੀਓ ਤੇ ਦੇਖ ਕੇ ਬੜਾ ਚੰਗਾ ਲੱਗ ਰਿਹਾ। ਤੇ ਅਨੁਰਾਗ ਜੀ ਨੇ, ਉਹਨਾਂ ਨੇ ਤੁਹਾਨੂੰ ਸਤਿ ਸ਼੍ਰੀ ਅਕਾਲ ਕਹੀ ਹੈ ਜੀ। ਤੇ ਇੱਕ ਸਤਿ ਉਹਨਾਂ ਸ਼੍ਰੀ ਨੇ ਅਕਾਲ। ਵਿੱਚ ਗੱਲ ਕਹੀ ਹੈ ਕਿ ਭਾਜੀ ਵੈਰੀ ਭਾਜੀ ਵੈਰੀ ਦੈਟ ਯੂ ਲੈਫਟ ਅਕਾਲੀ ਦਲ, ਗੁੱਡ ਔਨ ਯੂ। ਆਈ ਮੀਨ ਯੂ ਲੈਫਟ ਬਾਦਲਸ। ਸੋ ਥੋੜਾ-ਥੋੜਾ ਇਹਨਾਂ ਦਾ ਵੀ ਨਾਲ-ਨਾਲ ਆਪਾਂ ਉਹ ਕਰਦੇ ਜਾਈਏ। ਹਾਂਜੀ, ਇਹ ਜਿਹੜੀ ਗੱਲ ਅਨੁਰਾਗ ਧਾਲੀਵਾਲ ਜੀ ਨੇ ਕਹੀ ਹੈ, ਕਿੰਨਾ ਕੁ ਸੱਚ ਹੈ ਇਹਦੇ ਵਿੱਚ? ਇਹ ਬਿਲਕੁਲ ਸੱਚ ਹੈ ਜੀ। ਮੈਂ ਹੁਣ ਬਾਦਲ ਦੇ ਨਾਲ ਨਹੀਂ ਹੈਗਾ ਜੀ। ਔਰ ਮੈਂ ਸੰਯੁਕਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਬ੍ਰਹਮਪੁਰਾ ਸਾਹਿਬ ਔਰ ਢੀਂਡਸਾ ਸਾਹਿਬ ਨੇ ਬਣਾਇਆ ਹੈ ਜੀ। ਇਕੱਠੇ ਹੋ ਕੇ, ਮੈਂ ਉਹਦਾ ਜਨਰਲ ਸੈਕਟਰੀ ਹਾਂ। ਜੀ। ਤੇ ਮੈਂ ਮਤਲਬ ਕੁਛ ਟਾਈਮ ਪਹਿਲਾਂ ਤੱਕ 3-4 ਸਾਲ ਹੋ ਗਏ ਮੈਨੂੰ ਬਾਦਲ ਅਕਾਲੀ ਦਲ ਤੋਂ ਪਾਸੇ ਹੋਏ ਨੂੰ। ਜੀ। ਬਾਈ ਮੈਂ ਬਾਕੀ ਸਵਾਲ ਵੀ ਤੁਹਾਡੇ ਨਾਲ ਕਰਦਾ ਜਾਊਂਗਾ ਰਿਲੇਟਡ ਜਿਹੜੇ ਮੇਰੇ ਕੋਲ ਹੈਗੇ ਨੇ, ਪਰ ਮੈਂ ਇੱਕ ਜਾਣਨਾ ਚਾਹੁੰਦਾ ਚੀਜ਼, ਬਾਦਲ ਪਰਿਵਾਰ ਨੂੰ ਛੱਡਣ ਪਿੱਛੇ ਕੀ ਕਾਰਨ ਸੀ? ਕਿਉਂਕਿ ਜਦੋਂ ਤੱਕ ਮਜੀਠੀਆ ਜੀ ਦੀ ਇਨਵੋਲਵਮੈਂਟ ਨਹੀਂ ਹੋਈ, ਪੰਜਾਬ ਦੇ ਵਿੱਚ ਤੁਹਾਨੂੰ ਜਿਹੜਾ ਸੀਗਾ ਸੁਖਬੀਰ ਬਾਦਲ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀ। ਜੀ ਅੱਜ ਉਸ ਸੱਜੀ ਬਾਂਹ ਦੇ ਦੂਰ ਹੋਣ ਦਾ ਕਾਰਨ ਕੀ ਹੈ? ਦੇਖੋ ਬਾਈ ਜੀ, ਮੈਂ ਤੁਹਾਨੂੰ ਫਰੈਂਕਲੀ ਦੱਸਦਾ ਹਾਂ ਕਿ ਸੁਖਬੀਰ ਬਾਦਲ ਜੀ ਜਦੋਂ ਸਿਆਸਤ 'ਚ ਆਏ ਸੀ ਨਾ, ਤਾਂ ਇਹ ਸਿਆਸੀ ਨਹੀਂ ਸੀ, ਇਹ ਸਿੰਪਲ ਇਨਸਾਨ ਸੀਗੇ ਜਿਨ੍ਹਾਂ ਨੂੰ ਮਤਲਬ ਜਿੱਦਾਂ ਮਰਜ਼ੀ ਉਹ ਸੁਣਦੇ ਸੀ, ਗਾਈਡ ਵੀ ਹੁੰਦੇ ਸੀ, ਗੱਲਾਂ ਸ਼ੇਅਰ ਵੀ ਕਰਦੇ ਸੀ ਔਰ ਅਸੀਂ ਜੀ। ਉਹਨਾਂ ਦੇ ਨਾਲ ਲੱਗੇ ਸੀਗੇ ਇੱਕ ਐਜ਼ ਅ ਕਜ਼ਨ ਵੀ, ਐਜ਼ ਅ ਭਰਾ ਵੀ ਮੈਂ ਨਾਲ ਸੀ ਕਿ ਇਹਨਾਂ ਨੂੰ ਕਾਮਯਾਬ ਕਰਨਾ ਹੈ। ਮੈਂ ਜੀ। ਮੈਂ ਇਹ ਸੋਚ ਲੈ ਕੇ ਗਿਆ ਕਿ ਆਪਾਂ ਸੁਖਬੀਰ ਨੂੰ ਕਾਮਯਾਬ ਕਰੀਏ। ਲੇਕਿਨ ਜਦੋਂ ਤੋਂ ਮਜੀਠੀਆ ਜੀ ਦਾ ਰੋਲ ਵੱਧਦਾ ਗਿਆ, ਫਿਰ ਉਹਨਾਂ ਦਾ ਨਾ ਉਹ ਮੇਰੇ ਨਾਲ ਜਿਹੜੇ ਬੰਦੇ, ਕੁਝ ਕੁਝ ਤੁਹਾਨੂੰ ਪਤਾ ਹੈ ਹਾਈ ਕਮਾਂਡ ਨੂੰ ਅਪਰੋਚ ਕਰਨ ਲਈ ਇੱਕ ਦੋ ਦਰਵਾਜ਼ੇ ਸੀ, ਇੱਕ ਮਜੀਠੀਏ ਦਾ ਦਰਵਾਜ਼ਾ ਸੀ, ਇੱਕ ਤੁਹਾਡੇ ਸੇਵਾਦਾਰ ਦਾ ਦਰਵਾਜ਼ਾ ਸੀ। ਉਹ ਜਿਹੜੇ ਮੇਰੇ ਦਰਵਾਜ਼ੇ ਵਿੱਚ ਦੀ ਆਉਂਦੇ ਸੀ, ਮਜੀਠੀਆ ਜੀ ਯਕੀਨੀ ਬਣਾਉਂਦੇ ਸੀ ਕਿ ਉਹਨਾਂ ਦੀ
ਕੋਈ ਵੀ ਤਰੱਕੀ ਨਾ ਹੋਵੇ। ਔਰ ਉਹ ਆਪਾਂ ਕਹਿੰਦੇ ਆ ਨਾ, ਸਾਰੀ ਖੁਦਾਈ ਇੱਕ ਤਰਫ ਜੋਰੂ ਕਾ ਭਾਈ ਇੱਕ ਤਰਫ। ਮਜੀਠੀਆ ਜੀ ਨਾਲ ਮੈਂ ਕਿਵੇਂ ਕੰਪੀਟੀਸ਼ਨ ਲਾ ਸਕਦਾ ਸੀ? ਉਹਨਾਂ ਦੀ ਤਾਂ ਭੈਣ ਰੋਜ਼ ਸੁਖਬੀਰ ਬਾਦਲ ਦੇ ਨਾਲ ਪੈਂਦੀ ਹੈ, ਤੇ ਮੈਂ ਉਹਦੇ ਨਾਲ ਕਿਵੇਂ ਮਜੀਠੀਆ ਜੀ ਨਾਲ ਕੰਪੀਟੀਸ਼ਨ ਕਰਦਾ? ਸੋ ਕਹਿਣ ਦਾ ਮਤਲਬ ਹੈ ਕਿ ਮੈਂ ਫਿਰ ਵੀ ਇਸ ਗੱਲ ਤੋਂ ਮੈਂ ਆਪਣਾ ਰੋਲ ਘਟਾ ਲਿਆ, ਔਰ ਮੈਂ ਆਪਣੇ ਇੱਥੇ ਹੀ ਮਤਲਬ ਆਪਣੇ ਮੋਹਾਲੀ ਦੇ ਵਿੱਚ ਹੀ ਸੀਮਤ ਹੋ ਕੇ ਮੈਂ ਪੰਜਾਬ ਦੇ ਵਿੱਚ ਜਿਹੜੇ ਚੰਗੇ ਲੋਕ ਸੀ, ਮੇਰੀ ਇਹ ਸੀ ਵੀ ਯੰਗ ਬਲੱਡ ਅੱਗੇ ਆਵੇ, ਨੌਜਵਾਨ ਅੱਗੇ ਆਉਣ, ਔਰ ਉਹ ਵੀ ਚੰਗੀ ਸੋਚ ਵਾਲੇ ਯੰਗ ਬਲੱਡ ਨੌਜਵਾਨ ਆਉਣ। ਤੇ ਲੇਕਿਨ ਫਿਰ ਵੀ ਨਾ ਇੱਕ ਇਹ ਰਹਿੰਦਾ ਹਮੇਸ਼ਾ ਕਿ ਕਿਸੇ ਬੰਦੇ ਦਾ ਮੈਥੋਂ ਸਿਆਸੀ ਨੁਕਸਾਨ ਨਾ ਹੋ ਜੇ, ਕਿ ਕਿਤੇ ਮੇਰੇ ਕਰਕੇ ਕਿਸੇ ਬੰਦੇ ਦਾ ਉਹ ਨਾ ਗਲਤੀ ਨਾ ਹੋ ਜੇ ਕਿ ਮੇਰੀ ਕੋਈ ਫੋਟੋ ਲਾ ਦੇ ਜਾਂ ਹੋਰ ਲਾ ਦੇ ਤੇ ਉਹਦੇ ਕਰਕੇ ਮਜੀਠੀਆ ਉਹਦੇ ਮਗਰ ਪੈ ਜੇ। ਸੋ ਮੈਂ ਇਹ ਹਾਲਾਤ ਵਿੱਚੋਂ ਦੀ ਟੱਪਿਆ ਹੈ, ਔਰ ਮੈਨੂੰ ਫਰਸਟ੍ਰੇਸ਼ਨ ਵੀ ਹੋਈ। ਔਰ ਫਰਸਟ੍ਰੇਸ਼ਨ 2012 ਤੋਂ ਬਾਅਦ ਜਦੋਂ ਸਰਕਾਰ ਦੁਬਾਰਾ ਬਣੀ ਤਾਂ ਸਾਰੀਆਂ ਜਿਹੜੀਆਂ ਕਦਰਾਂ ਕੀਮਤਾਂ ਹੀ, ਤੁਸੀਂ ਯਕੀਨ ਮੰਨੋ ਕਿ ਅੱਖਾਂ 'ਚ ਅੱਥਰੂ ਆ ਗਏ ਕਿ ਯਾਰ ਸਾਰੇ ਪਾਸਿਓਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੋਂ ਲੈ ਕੇ ਪੰਥ ਪ੍ਰਸਤੀ ਤੱਕ ਔਰ ਪੁਰਾਣੀਆਂ ਰਵਾਇਤਾਂ ਤੱਕ, ਮਤਲਬ ਤੁਸੀਂ ਕਹਿ ਸਕਦੇ ਹੋ ਵੀ ਹੁਣ ਤਾਂ ਤੁਸੀਂ ਇਹ, ਜਦੋਂ ਤੁਹਾਡੀ ਲੜਾਈ ਮਜੀਠੀਏ ਨਾਲ ਸੀ ਤੇ ਤੁਹਾਨੂੰ ਤਾਂ ਹੀ ਇਹ ਗੱਲਾਂ ਦਿਖੀਆਂ, ਜਿੰਨਾ ਚਿਰ ਤੁਸੀਂ ਨਾਲ ਸੀ ਉਹਨਾਂ ਚਿਰ ਤੁਹਾਨੂੰ ਪਤਾ ਨਹੀਂ ਲੱਗਿਆ। ਦੇਖੋ ਗੱਲ ਇਹ ਹੁੰਦੀ ਹੈ, ਜਿਹੜਾ ਐਡਾ ਨੇੜੇ ਦਾ ਰਿਸ਼ਤਾ ਹੋਵੇ ਨਾ, ਜਿਵੇਂ ਮੈਂ ਪਰਿਵਾਰ ਦਾ ਹੀ ਮੈਂਬਰ ਰਿਹਾ, ਜਦੋਂ ਮੈਂ ਅੱਡ ਵੀ ਹੋਣਾ ਹੈ ਤਾਂ ਮੈਨੂੰ ਨਾ ਘੱਟੋ ਘੱਟ 2-3 ਸਾਲ ਲੱਗ ਜਾਂਦੇ ਹੈ। ਕਾਰਨ ਕੀ ਹੈ? ਤੁਹਾਡੀ ਫੈਮਿਲੀ ਵੀ ਕਹਿੰਦੀ ਹੈ ਕਿ ਨਹੀਂ ਆਪਾਂ ਅੱਡ ਨਹੀਂ ਹੋਣਾ, ਕਿਉਂ ਕਰਕੇ ਸਾਡੇ ਮੇਰੇ ਮਦਰ, ਮੇਰੀ ਵਾਈਫ, ਮੇਰੇ ਫਾਦਰ ਦੀ ਡੈਥ ਹੋ ਗਈ। ਉਹ ਸਾਰੇ ਕਹਿੰਦੇ ਸੀਗੇ ਕਿ ਨਹੀਂ ਜੀ ਆਪਾਂ ਨਹੀਂ, ਆਪਾਂ ਪਰਿਵਾਰ ਨੂੰ ਕਿਵੇਂ ਛੱਡ ਸਕਦੇ ਹਾਂ। ਲੇਕਿਨ ਮੇਰਾ ਮਨ ਬਣ ਗਿਆ ਸੀ ਕਿ ਹੁਣ ਇੱਥੇ ਬਾਦਲਾਂ 'ਚ ਰਹਿ ਕੇ ਮੈਂ ਸਿਆਸਤ ਨਹੀਂ ਕਰਨੀ, ਮੈਂ ਪੰਥਕ ਸਿਆਸਤ ਕਰਨੀ ਹੈ ਤੇ ਆਪਦੀ ਕੌਮ ਵਾਸਤੇ ਕਰਨੀ ਹੈ, ਆਪਦੇ ਧਰਮ ਵਾਸਤੇ ਕਰਨੀ ਹੈ। ਤੇ ਮੈਂ ਫਿਰ ਇਹਨਾਂ ਨੂੰ ਅੱਡ ਹੋ ਗਿਆ, ਮੈਂ ਮਤਲਬ ਇਹਨਾਂ ਨੂੰ ਛੱਡ ਦਿੱਤਾ ਜੀ। ਬੜੀ ਵਧੀਆ ਗੱਲ ਕਹੀ ਹੈ ਬਾਈ ਜੀ ਤੁਸੀਂ ਕਿ ਪਰਿਵਾਰਵਾਦ ਤੋਂ ਉੱਠ ਕੇ ਜਿਹੜਾ ਬਹੁਤ ਲੰਬੇ ਸਮੇਂ ਦੀ ਲੋੜ ਸੀ। ਮੈਂ ਥੋੜ੍ਹੇ ਜਿਹੇ ਕਮੈਂਟ ਤੁਹਾਡੇ ਨਾਲ ਹੋਰ ਸਾਂਝੇ ਕਰਦਾ। ਪਰਮਿੰਦਰ ਸਿੰਘ ਪਾਪਾ ਟੋਟੋਏ ਨੇ, ਸਾਡੇ ਰੇਡੀਓ ਸਪਾਈਸ ਦੇ ਡਾਇਰੈਕਟਰ ਵੀ ਨੇ। ਉਹ ਕਹਿੰਦੇ ਮੈਨੂੰ ਬੜਾ ਚੰਗਾ ਲੱਗਿਆ ਕਿ ਤੁਹਾਡੇ ਲਿਟਰੇਚਰ ਦੇ ਵਿੱਚ ਬੜੀ ਰੁਚੀ ਹੈ। ਸੋ ਇਹਦੇ ਨਾਲ ਅਨੁਰਾਗ ਢਾਲੀਵਾਲ ਜੀ ਨੇ, ਉਹ ਕਹਿੰਦੇ ਲੋਟ ਆਫ ਰਿਸਪੈਕਟ ਫॉर ਯੋਰ ਸਪੈਸ਼ਲੀ ਪੀਪਲ ਜਿਹੜੇ ਬਾਦਲ ਪਰਿਵਾਰ ਨੂੰ ਛੱਡ ਰਹੇ ਨੇ। ਤੇ ਇਕਬਾਲ ਸਿੰਘ ਸਰਪੰਚ ਜੀ ਨੇ ਕਿਹਾ ਕਿ ਬਾਦਲ ਜਿਹੜੇ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਦਾ ਖਹਿੜਾ ਛੱਡ ਕੇ ਤੁਸੀਂ ਬਹੁਤ ਵਧੀਆ ਕੀਤਾ। ਤੇ ਇਹਨਾਂ ਨੇ ਕਿਹਾ, JS ਗੁਰਨਾ ਜੀ ਨੇ, ਉਹਨਾਂ ਨੇ ਕਿਹਾ ਕਿ ਬਾਦਲ ਦਲ ਨੇ ਪਹਿਲਾਂ ਸਿੱਖ ਕੌਮ ਨਾਲ ਧੋਖਾ ਕੀਤਾ ਤੇ ਹੁਣ ਕਿਸਾਨਾਂ ਨਾਲ। ਬਾਈ ਮੈਂ ਇੱਕ ਚੀਜ਼ ਜਾਣਨਾ ਚਾਹੁੰਦਾ, ਆਪਾਂ ਥੋੜਾ ਜਿਹਾ ਹੁਣ ਸਿਆਸੀ ਗੱਲਾਂ ਤੋਂ ਥੋੜਾ ਜਿਹਾ ਇੱਧਰ ਨੂੰ ਆ ਜਾਈਏ। ਮੈਂ ਕਿਉਂਕਿ ਥੋੜਾ ਜਿਹਾ ਹੋਰ ਜਾਣਨਾ ਚਾਹੁੰਦਾ, ਜਿੱਥੇ ਤੁਹਾਡੀ ਕਿਤਾਬਾਂ ਦੇ ਵਿੱਚ ਲਿਟਰੇਚਰ ਦੇ ਵਿੱਚ ਰੁਚੀ ਆ, ਮੈਨੂੰ ਇੱਕ ਚੀਜ਼ ਹੋਰ ਬੜੀ ਪਤਾ ਲੱਗੀ ਕਿ ਤੁਸੀਂ ਅੰਗਰੇਜ਼ੀ ਫਿਲਮਾਂ ਦੇਖਣ ਦੇ ਬੜੇ ਸ਼ੌਕੀਨ ਸੀ। ਸੋ ਥ੍ਰਿਲਰ ਜਾਂ ਸਸਪੈਂਸ ਜਾਂ ਫਿਰ ਜਿਹੜੀਆਂ ਕਮੇਡੀ, ਕਿੱਦਾਂ ਦੀਆਂ ਇੰਗਲਿਸ਼ ਮੂਵੀਜ਼ ਤੁਸੀਂ ਦੇਖਣੀਆਂ ਪਸੰਦ ਕਰਦੇ ਹੋ? ਦੇਖੋ ਮੈਂ ਇੰਗਲਿਸ਼ ਮੂਵੀਜ਼ ਜ਼ਰੂਰੀ ਨਹੀਂ, ਮੈਨੂੰ ਪੰਜਾਬੀ ਤੇ ਹਿੰਦੀ ਵੀ ਬਹੁਤ ਅੱਛੀਆਂ ਲੱਗਦੀਆਂ ਮੂਵੀਜ਼, ਸਪੈਸ਼ਲੀ ਜਿਹੜਾ ਆ ਕਾਮੇਡੀ ਜੈਨਰ ਆਇਆ ਆਪਣੇ ਮੂਵੀਜ਼ ਦੇ ਵਿੱਚ, ਪੰਜਾਬੀ ਦੇ ਵਿੱਚ ਦੇਖਿਆ ਆਪਾਂ, ਔਰ ਮੈਨੂੰ ਇਹ ਅੱਛੇ ਲੱਗੇ ਕਿ ਲਾਈਟ ਹਾਰਟਡ ਜੀ ਮੂਵੀ ਜਿਹੜੀ ਹੁੰਦੀ ਹੈ। ਤੇ ਪਰ ਜਿਹੜੀਆਂ ਇੰਗਲਿਸ਼ ਹੈ ਉਹਨਾਂ 'ਚ ਥੋੜ੍ਹਾ ਟੈਕਨੀਕਲੀ ਥੋੜ੍ਹੀਆਂ ਸੁਪੀਰੀਅਰ ਹੁੰਦੀਆਂ, ਤੇ ਉਹਨਾਂ 'ਚ ਮੈਨੂੰ ਇੱਕ ਤਾਂ ਹਿਸਟੋਰੀਕਲ ਮੂਵੀਜ਼ ਜਿਨ੍ਹਾਂ ਬਾਰੇ, ਘਟਨਾਵਾਂ ਬਾਰੇ ਮੈਂ ਪੜ੍ਹਿਆ ਹੋਇਆ ਹੈ, ਤੇ ਉਹਨਾਂ ਨੂੰ ਜਦੋਂ ਮੈਂ ਮੂਵੀ ਦੇਖਦਾ, ਹੁਣ ਜਿਵੇਂ ਇੱਕ ਮੁਸਲਮਾਨਾਂ ਦੇ ਜਰਨੈਲ ਹੋਏ ਨੇ ਸਲਾਦੀਨ, ਉਹ ਸਲਾਦੀਨ ਜੀ ਨੇ ਜਰੂਸਲੇਮ ਨੂੰ ਕ੍ਰਿਸਚਨਾਂ ਤੋਂ ਜਿੱਤਿਆ ਸੀ ਮੁਸਲਮਾਨਾਂ ਲਈ। ਉਹ ਉਹਨਾਂ ਦੇ ਲਾਈਫ ਤੇ ਬਣੀ ਮੂਵੀ ਮੈਂ ਦੇਖੀ ਥੋੜ੍ਹੀ ਦੇਰ ਪਹਿਲਾਂ, ਤੇ ਮੈਨੂੰ ਬੜਾ ਅੱਛਾ ਲੱਗਿਆ ਕਿ ਮਤਲਬ ਜਿਹੜੀਆਂ ਚੀਜ਼ਾਂ ਪੜ੍ਹੀਆਂ ਹੁੰਦੀਆਂ ਫਿਰ ਉਹ ਆਪਾਂ ਥੀਏਟਰ ਤੇ ਦੇਖਦੇ ਹਾਂ। ਫਿਰ ਉਸ ਤੋਂ ਬਾਅਦ ਕਈ ਥ੍ਰਿਲਰਸ ਵੀ ਬਹੁਤ ਵਧੀਆ ਲੱਗਦੀਆਂ, ਜਿਵੇਂ ਜੇਮਸ ਬੌਂਡ ਟਾਈਪ ਮੂਵੀਜ਼ ਹੈ, ਜਾਂ XXX ਵਾਲੇ ਜਿਹੜੀਆਂ ਮੂਵੀਜ਼ ਸੀਗੀਆਂ ਕਿ ਉਹ ਐਕਸ਼ਨ ਮੂਵੀਜ਼, ਤੇ
ਜਾਂ ਫਿਊਚਰਿਸਟਿਕ ਮੂਵੀਜ਼। ਕਿਉਂ ਕਰਕੇ ਮੈਨੂੰ ਸਪਿਰਿਚੁਅਲਿਟੀ ਦੇਖੋ, ਜਿਹੜੀ ਇੱਕ ਮੈਟ੍ਰਿਕਸ ਟ੍ਰਾਇਓਲੋਜੀ ਆਈ ਹੈ, ਜਿਹੜੀ ਮੈਟ੍ਰਿਕਸ 3 ਫਿਲਮਾਂ ਬਣੀਆਂ ਉਹਨਾਂ ਦੀ, ਜੀ ਤੇ ਕਿਆਨੂ ਰੀਵਜ਼ ਉਹਨਾਂ ਦੇ ਹੀਰੋ ਹੈਗੇ ਨੇ, ਤੇ ਜੀ ਉਹ ਮੈਨੂੰ ਉਹ ਵੀ ਬਹੁਤ ਅੱਛੀ ਲੱਗੀ। ਠੀਕ ਹੈ ਜੀ। ਅੱਛਾ ਬਾਈ ਜੀ, ਮੈਨੂੰ ਪਤਾ ਲੱਗਿਆ ਕਿ ਤੁਸੀਂ ਗੱਡੀਆਂ ਦੇ ਸ਼ੌਕੀਨ ਹੋ। ਹੁਣ ਤਾਂ ਤੁਸੀਂ ਇਸ ਟਾਈਮ ਫੋਰਚੂਨਰ ਰੱਖੀ ਹੋਈ ਹੈ, ਜੇ ਹਜੇ ਨਹੀਂ ਬਦਲੀ, ਐਜ਼ ਪਰ ਜੋ ਮੇਰੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ। ਪਰ ਮੈਨੂੰ ਇਹ ਪਤਾ ਲੱਗਿਆ ਕਿ ਡੀਸੀ ਦੀਆਂ ਮੋਡੀਫਾਈਡ ਗੱਡੀਆਂ ਚਲਾਉਣ ਦਾ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਹੈ। ਤੁਸੀਂ ਉਹਨਾਂ ਕੋਲੋਂ ਇਨੋਵਾ ਮੋਡੀਫਾਈ ਕਰਾਈ ਸੀ ਸਪੈਸ਼ਲੀ, ਸੋ ਜੀ ਉਹਦੇ ਵਿੱਚ ਤੁਸੀਂ ਸਕਰੀਨਸ ਲਗਾ ਕੇ, ਮੈਨੂੰ ਪਤਾ ਲੱਗਿਆ ਕਿ ਮੂਵੀਜ਼ ਬੜੀਆਂ ਦੇਖਦੇ ਹੁੰਦੇ ਸੀ ਉਹਦੇ ਵਿੱਚ ਵੀ ਬੈਠ ਕੇ, ਜਦੋਂ ਟਾਈਮ ਲੱਗਦਾ ਸੀ। ਨਹੀਂ, ਉਹ ਮੈਂ ਦੱਸਦਾ ਤੁਹਾਨੂੰ ਕੀ ਸੀਗਾ ਜੀ। ਅਸੀਂ ਨਾ ਪਹਿਲਾਂ ਤਾਂ ਮੈਂ ਜਦੋਂ ਕਿਤੇ ਜਾਣਾ ਹੁੰਦਾ ਦੂਰ, ਜਿਵੇਂ ਮਤਲਬ ਆਪਾਂ ਮੋਗੇ ਜਾਣਾ ਹੈ ਚੰਡੀਗੜ੍ਹ ਤੋਂ, ਜਾਂ ਅੰਮ੍ਰਿਤਸਰ ਜਾਣਾ ਹੈ, ਜਲੰਧਰ ਜਾਣਾ ਹੈ, ਤੇ ਮੈਂ ਜਾਂ ਤਾਂ ਮੇਰਾ ਪਾਠ ਕਰ ਲੈਂਦਾ ਸੀ ਜਦੋਂ ਮੈਨੂੰ ਟਾਈਮ ਮਿਲਦਾ ਸੀ, ਜਾਂ ਮੈਂ ਫਿਰ ਕਿਤਾਬ ਪੜ੍ਹ ਲੈਂਦਾ ਸੀ। ਫਿਰ ਮੈਨੂੰ ਪਤਾ ਕਿਸੇ ਨੇ ਕਿਹਾ ਕਿ ਚਲਦੀ ਗੱਡੀ 'ਚ ਕਿਤਾਬ ਪੜ੍ਹਨਾ ਨਾ ਤੁਹਾਡੇ ਅੱਖਾਂ ਲਈ ਡੈਮੇਜਿੰਗ ਹੈ। ਜੀ ਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਇਨੋਵਾ ਦੇ ਵਿੱਚ ਸਫ਼ਰ ਕੀਤਾ, ਡੀਸੀ ਦੀ ਮੋਡੀਫਾਈਡ ਇਨੋਵਾ। ਉਹ ਜੀ ਮੈਨੂੰ ਬੜੀ ਅੱਛੀ ਲੱਗੀ ਕਿ ਉਹਦੇ 'ਚ ਏਅਰਲਾਈਨ ਵਾਲੀਆਂ ਸੀਟਸ ਲੱਗੀਆਂ ਸੀਗੀਆਂ, ਔਰ ਕੰਫਰਟੇਬਲ ਸੀਗੀ। ਤੇ ਵੈਸੇ ਮੈਨੂੰ ਐਜ਼ ਉਹ ਗੱਡੀਆਂ ਦਾ ਸ਼ੌਂਕ ਨਹੀਂਗਾ ਕਿ ਜਿਵੇਂ ਹੁਣ ਮਰਸਡੀਜ਼ ਹੈ, ਜਾਂ ਕੋਈ ਰੋਲਸ ਰॉयस ਹੈ, ਜਾਂ ਕੋਈ ਹੋਰ ਹੈ। ਮੇਰੇ ਲਈ ਤਾਂ ਗੱਡੀ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦਾ ਇੱਕ ਜ਼ਰੀਆ ਹੈ, ਤੇ ਮੈਂ 4 ਟਾਇਰ ਘੁੱਕਣੇ ਚਾਹੀਦੇ ਹੈ, ਤੇ ਬਾਕੀ ਕੋਈ ਐਡੀ ਗੱਲ ਨਹੀਂ ਕਿ ਲੋਕ ਮੈਨੂੰ ਇਹਦੇ 'ਚ ਦੇਖਣ ਜਾਂ ਉਹਦੇ 'ਚ ਦੇਖਣ, ਕੋਈ ਹਉਮੈ ਵਾਲੀ ਗੱਲ ਨਹੀਂ। ਪਰ ਜੀ ਮੈਨੂੰ ਉਹ ਇਨੋਵਾ ਮੈਨੂੰ ਤਾਂ ਚੰਗੀ ਲੱਗੀ ਕਿ ਉਹਦੇ ਵਿੱਚ ਆਪਾਂ ਡਾਕੂਮੈਂਟਰੀਆਂ ਜਾਂ ਮੂਵੀਜ਼ ਜਾਂ ਕੁਝ ਕਰਕੇ ਆਪਾਂ ਉਹਦੇ ਵਿੱਚ, ਇਟ ਵਾਜ਼ ਆਲਮੋਸਟ ਲਾਈਕ ਅ ਰੂਮ, ਜਿਵੇਂ ਕਮਰਾ ਜੀ ਹੁੰਦਾ ਹੈ ਨਾ, ਉਹਦੇ ਵਿੱਚ ਤੁਸੀਂ ਮਤਲਬ ਕਰ ਸਕਦੇ, ਦੇਖੋ, ਗੱਲਾਂ ਕਰੋ। ਉਹ ਵੀ ਗੱਲਾਂ ਵੀ ਪ੍ਰਾਈਵੇਟ, ਜੇ ਕਿਸੇ ਨਾਲ ਤੁਸੀਂ ਕੋਈ ਗੱਲ ਸ਼ੇਅਰ ਕਰਨੀ ਹੈ ਤਾਂ ਉਹ ਗੱਲ ਡਰਾਈਵਰ ਨਹੀਂ ਸੁਣ ਸਕਦਾ ਸੀ, ਜਾਂ ਕੋਈ ਹੋਰ ਬੰਦਾ ਬਾਹਰ ਵਾਲਾ। ਸੋ ਇਸ ਗੱਲਾਂ ਕਰਕੇ ਮੈਂ ਉਹ ਰੱਖੀ ਸੀ। ਜੀ ਸੋ ਬਾਈ ਜੀ, ਸਿਆਸਤ ਵੱਲ ਵਾਪਸ ਆਉਂਦੇ ਆ। ਤੁਸੀਂ ਛੱਡ ਕੇ ਹੁਣ ਸੰਯੁਕਤ ਜਿਹੜਾ ਅਕਾਲੀ ਦਲ ਆ ਉਹਦੇ ਜਨਰਲ ਸਕੱਤਰ ਬਣੇ ਹੋ, ਤਾਂ ਜੀ ਤੁਹਾਨੂੰ ਕੀ ਲੱਗਦਾ ਭਾਜੀ ਵੀ ਜਿਹੜੇ ਹੁਣ ਇਹ ਵੱਡੇ ਵੱਡੇ ਲੀਡਰਸ ਨੇ, ਜੇ ਆਪਾਂ ਗੱਲ ਕਰ ਲਈਏ ਰਣਜੀਤ ਸਿੰਘ ਬ੍ਰਹਮਪੁਰਾ ਦੀ ਗੱਲ ਕਰ ਲਈਏ, ਜਾਂ ਢੀਂਡਸਾ ਸਾਹਿਬ ਦੀ ਗੱਲ ਕਰ ਲਈਏ, ਜਾਂ ਹੋਰ ਬਹੁਤ ਸਾਰੇ ਲੀਡਰ ਸੀਗੇ, ਬਾਦਲ ਪਰਿਵਾਰ ਨੇ ਕਿਸੇ ਨੂੰ ਅੱਗੇ ਕਿਉਂ ਨਹੀਂ ਵਧਣ ਦਿੱਤਾ? ਜੇ ਕੋਈ ਅੱਗੇ ਵੱਧਦਾ ਸੀ ਤਾਂ ਉਹਨਾਂ ਨੂੰ ਜਿਹੜਾ ਸੀਗਾ ਰੋਕ ਦਿੱਤਾ ਜਾਂਦਾ ਸੀ। ਉਸ ਸਮੇਂ ਬਾਕੀ ਦੇ ਲੀਡਰਾਂ ਵੱਲੋਂ ਆਵਾਜ਼ ਕਿਉਂ ਨਹੀਂ ਉਠਾਈ ਗਈ? ਮੇਰਾ ਸਿੱਧਾ-ਸਿੱਧਾ ਇਸ਼ਾਰਾ ਤੁਸੀਂ ਸਮਝ ਗਏ ਹੋਵੋਗੇ, ਹਾਂਜੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਾਮ ਚਮਕਣ ਲੱਗਿਆ ਸੀ। ਅਸੀਂ ਤਾਂ ਉਦੋਂ ਬਹੁਤ ਛੋਟੇ ਸੀ, ਅਸੀਂ ਤਾਂ ਬੱਚੇ ਸੀ। ਜੀ ਮੈਂ ਗੱਲ ਕਰ ਰਿਹਾ ਕੈਪਟਨ ਕਮਲਜੀਤ ਸਿੰਘ ਦੀ। ਇੱਕ ਜੀ ਬੜੀ ਤੇਜ਼ੀ ਨਾਲ ਨਾਮ ਉੱਠਿਆ ਸੀ, ਲੋਕਾਂ ਦਾ ਬੜਾ ਵਿਸ਼ਵਾਸ ਸੀ ਉਹਨਾਂ ਦੇ ਵਿੱਚ। ਬਿਲਕੁਲ। ਕੈਪਟਨ ਕਮਲਜੀਤ ਸਿੰਘ ਜੀ ਦੇ ਬਾਰੇ ਮੈਂ ਤਾਂ ਜਾਣਦਾ ਕਿਉਂਕਿ ਉਹਨਾਂ ਦੇ ਜਿਹੜੇ ਪੀਏ ਸੀਗੇ ਗੁਰਕੀਰਤ ਸਿੰਘ ਥੂਹੀ, ਉਹ ਸਾਡੇ ਨਾਭੇ ਦੇ ਨਾਲ ਰਿਲੇਟਡ ਸੀਗੇ, ਤੇ ਉਹਨਾਂ ਨੂੰ ਅਸੀਂ, ਉਹ ਪਰਿਵਾਰਕ ਸਾਂਝ ਸੀ ਉਹਨਾਂ ਦੇ ਨਾਲ, ਥੂਹੀ, ਠੀਕ ਹੈ, ਗੁਰਕੀਰਤ ਥੂਹੀ ਦੇ ਪਰਿਵਾਰ ਨਾਲ ਜੀ। ਠੀਕ ਸੋ ਹੈ। ਉਹ ਬੜਾ ਜਲਦੀ ਉੱਠੇ ਸੀ ਸਿਆਸਤ ਦੇ ਵਿੱਚ, ਉਹਨਾਂ ਦੀ ਬੜੀ ਚੰਗੀ ਚੱਲਣ ਵੀ ਲੱਗ ਗਈ ਸੀ ਗੱਲਬਾਤ। ਪਰ ਬਾਦਲ ਪਰਿਵਾਰ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਹੈਗਾ ਦਬਾ ਕੇ ਜੇ ਰੱਖਤਾ। ਬਾਅਦ ਵਿੱਚ ਪ੍ਰੋਪਰ ਜਾਂਚ ਵੀ ਨਹੀਂ ਹੋਈ ਉਹਨਾਂ ਦੀ। ਜੇਕਰ ਗੱਲ ਕਰੀਏ ਜੋ ਐਕਸੀਡੈਂਟ ਹੋਇਆ ਉਹਦੀ ਵੀ ਜਾਂਚ ਨਹੀਂ ਹੋਈ, ਉਹਦੇ ਵਿੱਚ ਵੀ ਕਾਫੀ ਚੀਜ਼ਾਂ ਉਹਲੇ ਰੱਖੀਆਂ ਗਈਆਂ। ਮੈਂ ਇਹ ਗੱਲ ਦੇਖੋ, ਤਾਂ ਰੱਖੀ ਆ ਕਿਉਂਕਿ ਇਹ ਕਰੂਤੀਆਂ ਪਹਿਲਾਂ ਤੋਂ ਹੀ ਹੁੰਦੀਆਂ ਆ ਰਹੀਆਂ ਨੇ ਬਾਦਲ ਪਰਿਵਾਰ ਵੱਲੋਂ, ਤੇ ਬਾਕੀ ਦੇ ਜਿਹੜੇ ਵੱਡੇ ਲੀਡਰ ਸੀ ਉਹ ਹੁਣ ਕਿਨਾਰਾ ਕਰਨ ਲੱਗੇ ਨੇ। ਕੀ ਕਾਰਨ ਕੀ ਆ? ਦੇਖੋ, ਮੈਂ ਤੁਹਾਨੂੰ ਦੱਸਾਂ ਪਰਮਵੀਰ ਜੀ, ਪਰਮਿੰਦਰ ਅ, ਵੀਰ, ਨਹੀਂ, ਮੇਰਾ ਨਾਮ ਹੈ ਨਰਿੰਦਰ ਵੀਰ ਹੈ ਜੀ, ਤੁਸੀਂ ਮੈਨੂੰ ਐਨਵੀ ਕਹਿ ਸਕਦੇ ਹੋ। ਐਨਵੀ, ਓਕੇ, ਹਾਂਜੀ ਸੌਰੀ, ਐਨਵੀ। ਜੀ ਐਨਵੀ ਜੀ, ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਬੇਸਿਕਲੀ ਕੈਪਟਨ ਕਮਲਜੀਤ ਸਿੰਘ ਬਹੁਤ ਟੈਲੈਂਟਡ ਆਗੂ ਸੀ, ਬੜੀ ਕਮਾਂਡ ਸੀ, ਔਰ ਬਿਊਰੋਕ੍ਰੇਸੀ ਵਿੱਚ ਔਰ ਲੋਕਾਂ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਸੀ। ਜੀ ਜਦੋਂ ਉਹਨਾਂ ਦੀ ਅਨਟਾਈਮਲੀ ਡੈਥ ਹੋਈ ਹੈ ਨਾ, ਉਹ ਸਾਰਾ ਇੱਕ ਸ਼ੌਕ ਲੱਗਿਆ ਕਿ ਮਤਲਬ ਉਹ ਦੋਵੇਂ ਟਰੱਕ ਵੀ ਇੱਕੋ ਕੰਪਨੀ ਦੇ ਸੀ, ਜੀ ਔਰ ਔਰ ਕੋਈ ਗਹਿਰੀ ਉਹਦੇ ਬਾਰੇ ਨਾ ਕੋਈ ਗੱਲ ਬਾਹਰ ਵੀ ਨਿਕਲ ਕੇ ਨਹੀਂ ਆਈ। ਜੀ ਹਾਲਾਂਕਿ ਮੈਂ ਕੋਸ਼ਿਸ਼ ਕਰਦਾ ਸੀ, ਜਦੋਂ ਸਾਡਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਸੀਂ
ਬ੍ਰਹਮਪੁਰਾ ਸਾਹਿਬ ਨਾਲ ਗਏ ਆ ਤੇ ਮੈਂ ਜੀ ਉੱਥੇ ਗੱਲ ਚਲਾਈ ਕਿ ਆਪਾਂ ਨੂੰ ਕੈਪਟਨ ਸਾਹਿਬ ਦੀ ਡੈਥ ਵਾਸਤੇ ਵੀ ਨਾ ਆਪਾਂ ਨੂੰ ਇੱਕ ਅਰਜ਼ੀ ਦੇਣੀ ਚਾਹੀਦੀ ਹੈ ਕਿ ਇਹਦੀ ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਨੂੰ ਦੇਣੀ ਚਾਹੀਦੀ ਹੈ। ਜੀ ਤੇ ਲੇਕਿਨ ਉਹਨਾਂ ਨੇ ਫਿਰ ਨਾ ਆਪਣੇ ਸੇਖਵਾਂ ਸਾਹਿਬ ਨੇ ਇਹ ਕਿਹਾ, ਜਿਹੜੇ ਸੇਖਵਾਂ ਸਾਹਿਬ ਹੁਣ ਆਮ ਆਦਮੀ ਪਾਰਟੀ ਚਲੇ ਗਏ ਨੇ, ਉਹਨਾਂ ਨੇ ਜੀ ਇਹ ਗੱਲ ਕਹੀ, ਕਹਿੰਦੇ ਕਿ ਜਦੋਂ ਉਹਨਾਂ ਦਾ ਪਰਿਵਾਰ ਤਾਂ ਕਾਕਾ ਕਰਦਾ ਨਹੀਂ, ਪਰਿਵਾਰ ਹੀ ਉਹਨਾਂ ਦਾ ਮਤਲਬ ਰਾਜੀ ਹੋ ਗਿਆ ਹੈ, ਫਿਰ ਆਪਾਂ ਜੀ ਕਿਹੜੇ ਬੇਸ ਤੇ ਆਪਾਂ ਕਰਵਾਵਾਂਗੇ। ਸੋ ਜੀ ਮੈਂ ਕਰਵਾਉਣਾ ਚਾਹੁੰਦਾ ਸੀ ਜਾਂਚ, ਕਿ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ। ਇਹ ਮੈਂ ਜੀ ਤੁਹਾਨੂੰ ਦੱਸਦਾ ਜੀ, ਲੋਕ ਬੋਲਦੇ ਕਿਉਂ ਨਹੀਂ, ਲੀਡਰ ਬੋਲਦੇ ਕਿਉਂ ਨਹੀਂ ਸੀ। ਆਪਣੀ ਕੌਮ ਵਿੱਚ ਨਾ ਐਨਵੀ ਜੀ ਥੋੜੀ ਜੀ ਨਾ ਹੁਣ ਮੋਰਲ ਗਿਰਾਵਟ ਆਈ ਹੈ, ਜੀ ਮੋਰੈਲਿਟੀ। ਪਹਿਲਾਂ ਕੀ ਹੁੰਦਾ ਸੀ ਵੀ ਜਿਹੜੇ ਸਿੱਖਾਂ ਨੂੰ ਔਰ ਮਤਲਬ ਜਿਹੜੇ ਪੰਜਾਬੀ ਸੀ, ਇਹ ਆਪਣੇ ਫਾਇਦੇ ਨੁਕਸਾਨ ਬਾਅਦ ਚ ਸੋਚਦੇ ਸੀ, ਪਹਿਲਾਂ ਅਸੂਲਾਂ ਤੇ ਪਹਿਰਾ ਦਿੰਦੇ ਸੀ। ਜੀ ਅੱਜ ਦੀ ਡੇਟ ਇਹ ਹੋ ਗਈ ਹੈ ਕਿ ਲੋਕ ਆਪਦੇ ਤਰੱਕੀ ਦੇ ਨਾਲ ਜੁੜ ਗਏ ਨੇ, ਆਪਦੇ ਬੱਚਿਆਂ ਦੇ ਨਾਲ ਜੁੜ ਗਏ ਨੇ। ਪੈਸੇ ਦਾ ਪਿਆਰ ਇੰਨਾ ਵੱਧ ਗਿਆ ਹੈ ਕਿ ਲੋਕ ਇਹ ਕਹਿੰਦੇ ਹੈ ਕਿ ਜੇ ਰਾਜ ਭਾਗ 'ਚ ਲੱਤ ਬਾਂਹ ਅੜਦੀ ਹੈ ਤਾਂ ਅੜਾਈ ਰੱਖੋ, ਆਪਾਂ ਕੀ ਲੈਣਾ ਹੈ, ਛੱਡੋ ਆਪਾਂ ਕੀ ਲੈਣਾ ਹੈ। ਆਹ ਜਿਹੜਾ ਐਟੀਟਿਊਡ ਹੈ ਨਾ ਕਿ ਆਪਾਂ ਕੀ ਲੈਣਾ ਹੈ, ਤੁਸੀਂ ਇੰਨੇ ਗੁਰੂ ਸਾਹਿਬ ਨੇ ਇੰਨੀ ਕੌਮ, ਸ਼ੇਰਾਂ ਵਾਲੀ ਕੌਮ ਬਣਾਈ ਸੀ ਇਹ, ਔਰ ਅੱਜ ਮੈਨੂੰ ਸੈਡਲੀ ਕਹਿਣਾ ਪੈਂਦਾ ਕਿ ਫਿਰ ਹੁਣ ਤਾਂ ਦੁਬਾਰਾ ਰਿਵਾਈਵਲ ਸ਼ੁਰੂ ਹੋ ਗਿਆ। ਹੁਣ ਤਾਂ ਮੈਂ ਸਮਝਦਾ ਹਾਂ ਕਿ ਰਿਵਾਈਵਲ ਹੋ ਰਿਹਾ ਹੈ। ਅੱਜ ਦੇ ਸਾਡੇ ਨੌਜਵਾਨ ਪੀੜ੍ਹੀ ਹੈ ਨਾ, ਉਹ ਬੜੇ ਅਗਰੈਸਿਵਲੀ ਕਿਸਾਨ ਅੰਦੋਲਨ ਵਾਸਤੇ ਵੀ ਕੰਮ ਕਰ ਰਹੇ ਨੇ, ਔਰ ਮਤਲਬ ਪੰਜਾਬ ਦਾ ਨਾਂ ਵੀ ਰੌਸ਼ਨ ਕਰ ਰਹੇ ਨੇ, ਭਾਵੇਂ ਉਹ ਖੇਡਾਂ 'ਚ ਹੋਵੇ, ਭਾਵੇਂ ਪੋਲੀਟਿਕਸ 'ਚ ਵੀ ਆ ਰਹੇ ਨੇ। ਤਾਂ ਮੈਂ ਇਹਨੂੰ ਵੈਲਕਮ ਡਿਵੈਲਪਮੈਂਟ ਮੰਨਦਾ ਹਾਂ ਕਿ ਬਹੁਤ ਅੱਛੀ ਗੱਲ ਹੈ। ਤੇ ਪਰ ਮੈਂ ਤੁਹਾਨੂੰ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਵੀ ਇਹ ਲੀਡਰ ਪਹਿਲਾਂ ਕਿਉਂ ਨਹੀਂ ਛੱਡਦੇ, ਉਹ ਮੈਂ ਤੁਹਾਨੂੰ ਇੱਕ ਨਾ ਗੱਲ ਸੁਣਾਉਣਾ। ਕਹਿੰਦੇ ਇੱਕ ਹਵਾਈ ਜਹਾਜ਼ ਸੀ ਤੇ ਉਹ ਨਾ ਡਾਊਨ ਜਾਣ ਲੱਗ ਗਿਆ, ਨੀਚੇ ਜਾਣ ਲੱਗ ਗਿਆ, ਤੇ ਪਾਇਲਟ ਨੇ ਕਿਹਾ ਕਿ ਇੱਕ ਪੈਸੰਜਰ ਜ਼ਿਆਦਾ ਹੈ ਤੇ ਕਿਸੇ ਇੱਕ ਨੂੰ ਨਾ ਕੁਰਬਾਨੀ ਦੇਣੀ ਪਊਗੀ ਕਿ ਇਹ ਜਹਾਜ਼ ਤਾਂ ਬਚੂਗਾ। ਉੱਥੇ ਇੱਕ ਖਾਲਸਾ ਬੈਠਾ ਸੀ, ਉਹ ਕਹਿੰਦੇ ਵੀ ਸਾਰੇ ਉਹਦੇ ਵੱਲ ਵੇਖਣ ਲੱਗ ਗਏ, ਕਿਉਂ ਕੁਰਬਾਨੀਆਂ ਤਾਂ ਖਾਲਸਾ ਹੀ ਦਿੰਦਾ ਆਇਆ। ਉਹ ਖਾਲਸਾ ਉੱਠਿਆ, ਉੱਠ ਕੇ ਦਰਵਾਜ਼ੇ ਕੋਲ ਖੜ ਗਿਆ ਜਾ ਕੇ, ਕਹਿੰਦਾ ਸਾਰਿਆਂ ਨੇ ਅੱਖਾਂ ਬੰਦ ਕਰ ਲਓ ਤੇ ਜਕਾਰੇ ਦਾ ਜਵਾਬ ਦਿਓ। ਉਹਨੇ ਕਿਹਾ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹਨੇ ਆਪਦੇ ਨਾਲ ਖੜਾ ਬੰਦਾ ਚੱਕ ਕੇ ਥੱਲੇ ਸਿੱਟਦਾ। ਅੱਛਾ ਉਹ ਕਹਿੰਦੇ ਖਾਲਸਾ ਹੁਣ ਸਿਆਣਾ ਹੋ ਗਿਆ ਹੈ, ਆਪਦੀ ਕੁਰਬਾਨੀ ਨਹੀਂ ਦਿੰਦਾ, ਨਾਲ ਦੇ ਦੀ ਕੁਰਬਾਨੀ ਦਿੰਦਾ। ਸੋ ਹੁਣ ਇਹ ਗੱਲ ਹੈ ਕਿ ਰਾਜ ਭਾਗ ਛੱਡਣ ਦਾ ਜੀ ਕਿਹਦਾ ਕਰਦਾ ਹੈ, ਕਿਹਦਾ ਸਰਕਾਰਾਂ ਨੂੰ ਲੱਤ ਮਾਰਨ ਦਾ ਜੀ ਕਰਦਾ ਹੈ, ਜਿਹੜੇ ਪੈਸੇ ਧੇਲੇ ਛੱਡ ਕੇ ਕਿਹਦਾ ਜੀ ਕਰਦਾ। ਮੈਂ ਤਾਂ ਸੱਚ ਬੋਲਦਾ ਤੁਹਾਡੇ ਕੋਲੇ, ਸੱਚੀ ਗੱਲ ਹੈ। ਲੇਕਿਨ ਇਹ ਹੈ ਵੀ ਜਿਹਦੇ ਅੰਦਰ ਗੁਰੂ ਮਹਾਰਾਜ ਦੀ ਕਿਰਪਾ ਵਸ ਜੇ, ਉਹ ਫਿਰ ਫੈਸਲਾ ਲੈ ਸਕਦਾ। ਬਾਕੀ ਮੈਂ ਤਾਂ ਇਹੀ ਸਮਝਦਾ। ਸਮਾਂ ਬਹੁਤ ਲੱਗਿਆ ਜੀ ਤੁਹਾਨੂੰ ਇਹ ਫੈਸਲਾ ਲੈਣ ਦੇ ਵਿੱਚ। ਗੁਰੂ ਨਾਲ ਤੁਸੀਂ ਜੁੜੇ ਹੋਏ ਹੋ, ਇਹ ਗੱਲ ਸਾਡੇ ਕੋਲੇ ਭਰੋਸੇਯੋਗ ਸੂਤਰਾਂ ਤੋਂ ਪਹੁੰਚੀ ਹੈ ਕਿ ਤੁਸੀਂ ਜਿੱਥੇ ਮਰਜ਼ੀ ਹੋਵੋ, ਕਿਸੇ ਵੀ ਜਗ੍ਹਾ ਤੇ ਹੋਵੋ, ਚਾਹੇ ਟਰੈਵਲ ਕਰ ਰਹੇ ਹੋ ਜਾਂ ਕੁਛ ਵੀ ਕਰ ਰਹੇ ਹੋ, ਸ਼ਾਮ ਨੂੰ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਜ਼ਰੂਰ ਕਰਦੇ ਹੋ, ਗੁਟਕਾ ਸਾਹਿਬ ਤੁਸੀਂ ਹਮੇਸ਼ਾ ਆਪਣੇ ਕੋਲੇ ਰੱਖਦੇ ਹੋ। ਤੇ ਸਾਨੂੰ ਇਹ ਪਤਾ ਲੱਗਿਆ ਕਿ ਤੁਸੀਂ ਗੁਰਬਾਣੀ ਨਾਲ ਬਹੁਤ ਜੁੜੇ ਹੋ। ਬੜਾ ਚੰਗਾ ਲੱਗਿਆ। ਬਹੁਤ ਥੋੜੇ ਲੀਡਰ ਨੇ ਜਿਹੜੇ ਇਸ ਚੀਜ਼ ਨੂੰ ਉਹ ਕਰਦੇ ਨੇ। ਸੋ ਮੈਨੂੰ ਇਹ ਜਾਣ ਕੇ ਬੜਾ ਚੰਗਾ ਲੱਗਿਆ ਕਿ ਤੁਸੀਂ ਗੁਰਬਾਣੀ ਨਾਲ ਜੁੜੇ ਹੋਏ ਹੋ ਤੇ ਰਹਿਰਾਸ ਸਾਹਿਬ ਦਾ ਪਾਠ ਤੁਸੀਂ ਨੇਮ ਬਣਾਇਆ ਹੋਇਆ। ਬਾਈ ਜੀ, ਮੇਰਾ ਇੱਕ ਜਿਹੜਾ ਹੁਣ ਵੱਡਾ ਸਵਾਲ ਉਹ ਇਹ ਹੈ ਕਿ ਜਿਸ ਸਮੇਂ, ਕਿਉਂਕਿ ਹੁਣ ਸਾਰੇ ਲੀਡਰ ਅਲੱਗ ਹੋਏ ਨੇ ਟਾਈਮ ਪਾ ਕੇ, ਪਰ ਇਹ ਚੀਜ਼ ਉਦੋਂ ਕਿਉਂ ਨਹੀਂ ਹੋਈ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ? ਮਾਫ ਕਰਨਾ, ਮੇਰਾ ਜਿਹੜਾ ਸਵਾਲ ਹੈ ਸਿੱਧਾ ਸਿੱਧਾ, ਜੇ ਕਿਸੇ ਨੇ ਬਾਦਲ ਸਾਹਿਬ ਦਾ ਕੁੱਤਾ ਚੱਕ ਲਿਆ ਹੁੰਦਾ, ਸ਼ਾਮ ਤੱਕ ਇਨਵੈਸਟੀਗੇਸ਼ਨ ਹੋ ਕੇ ਉਹ ਕੁੱਤੇ ਦੇ ਦੋਸ਼ੀਆਂ ਨੂੰ ਭਾਲ ਲਿਆ ਜਾਣਾ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਸਤੀ ਬਹੁਤ ਵੱਡੀ ਹੈ। ਬਾਦਲ ਪਰਿਵਾਰ ਜਾਂ ਬਾਦਲ ਖੁਦ, ਉਹਦੇ
ਪੈਰਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਧੂੜ ਦੇ ਬਰਾਬਰ। ਪਰ ਫਿਰ ਵੀ ਇਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ? ਇੰਨਾ ਸਮਾਂ ਕਿਉਂ ਲਾ ਦਿੱਤਾ? ਕੀ ਕਾਰਨ ਤੁਸੀਂ ਮੰਨਦੇ ਹੋ? ਕਿ ਜਿਸ ਤਰ੍ਹਾਂ 84 ਵੇਲੇ ਧੋਖਾ ਕੀਤਾ ਸੀ, ਕਿ ਇੱਕ ਵਾਰੀ ਫੇਰ ਐਸਪੀਜੀਸੀ ਦੀ ਆੜ ਦੇ ਵਿੱਚ ਸਿੱਖ ਕੌਮ ਨਾਲ ਧੋਖਾ ਕੀਤਾ ਬਾਦਲ ਪਰਿਵਾਰ ਨੇ? ਦੇਖੋ ਜੀ, ਮੈਂ ਤਾਂ ਮੰਨਦਾ ਕਿ ਸ਼ਰੇਆਮ ਕੀਤਾ ਹੈ। ਉਹਦਾ ਕਾਰਨ ਇਹ ਸੁਣ ਲਓ ਤੁਸੀਂ ਮੇਰੇ ਤੋਂ। ਪਹਿਲਾ ਸਵਾਲ ਤੁਹਾਡਾ ਹੈਗਾ ਕਿ ਤੁਸੀਂ ਉਦੋਂ ਕਿਉਂ ਨਹੀਂ ਛੱਡਿਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ। ਜੀ। ਇਹ 2015 ਚ ਹੁੰਦੀ ਹੈ ਜੀ, ਗੁਰੂ ਗ੍ਰੰਥ ਜੀ। ਸਾਹਿਬ ਮਹਾਰਾਜ ਦੀ ਬੇਅਦਬੀ। ਜੀ। ਦੇਖੋ, ਇਮੀਡੀਏਟ ਜਦੋਂ ਬੇਅਦਬੀ ਹੋਈ ਤਾਂ ਸਾਨੂੰ ਇਹ ਨਹੀਂ ਸੀ ਪਤਾ ਲੱਗਿਆ ਕਿ ਦੇਖੋ, ਮੈਂ ਸਰਕਾਰ ਦੇ ਅੰਦਰ ਨਹੀਂ ਸੀ, ਨਾ ਮੇਰੇ ਕੋਲੇ ਕੋਈ ਇਹੋ ਜਿਹੀ ਇਨਫੋਰਮੇਸ਼ਨ ਸੀਗੀ ਕਿ ਮੈਨੂੰ ਇਮੀਡੀਏਟ ਪਤਾ ਲੱਗ ਜਾਂਦਾ ਕਿ ਇਹ ਕਿਹਨੇ ਕਰਵਾਈ ਹੈ ਜਾਂ ਕੌਣ ਦੋਸ਼ੀ ਹੈ। ਲੇਕਿਨ ਮੈਨੂੰ ਸਾਲ ਡੇਢ ਸਾਲ ਤੱਕ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਜਿਨ੍ਹਾਂ ਨੇ ਕੀਤਾ ਹੈ, ਜੀ, ਜਿਹਨੇ ਬੰਦਿਆਂ ਨੇ ਕੀਤਾ ਹੈ, ਇਹ ਹਕੂਮਤ ਉਹਨਾਂ ਨੂੰ ਬਚਾ ਰਹੀ ਹੈ। ਜੀ। ਔਰ ਉਹ ਕਿਉਂ ਬਚਾ ਰਹੀ ਹੈ? ਕਿਉਂ ਕਰਕੇ ਇਹ ਚੋਣਾਂ ਦੇ ਵਿੱਚ ਡੇਰੇ ਵਾਲਿਆਂ ਦੀ ਵੋਟ ਲੈਣਾ ਚਾਹੁੰਦੇ ਆ, ਆਪਦੇ ਪਿਓ ਦੀ ਪੱਗ ਨਹੀਂ ਇਹ ਚਾਹੁੰਦੇ ਕਿ ਸਾਡੇ ਪਿਓ ਦੀ ਕਿਸੇ ਨੇ ਪੱਗ ਨੂੰ ਹੱਥ ਪਾਇਆ ਤੇ ਅਸੀਂ ਉਹ ਭੁੱਲ ਕੇ ਅਸੀਂ ਇਹ ਸੋਚੀਏ ਕਿ ਹਰਸਿਮਰਤ ਕੌਰ ਨੇ ਇਲੈਕਸ਼ਨ ਲੜਨਾ ਬਠਿੰਡੇ ਤੋਂ ਤੇ ਲੱਖ ਵੋਟ ਹੈ ਡੇਰੇ ਦੀ, ਅਸੀਂ ਉਹ ਵੋਟ ਲੈਣੀ ਹੈ। ਹਾਂਜੀ, ਤੇ ਡੇਰੇ ਵਾਲਿਆਂ ਨਾਲ ਗੱਲਾਂ ਬਾਤਾਂ ਕਰਕੇ ਬਾਬੇ ਨੂੰ ਮਾਫੀ ਦਿਵਾਉਣ ਦੇ ਚੱਕਰ, ਤੁਹਾਨੂੰ ਪਤਾ ਹੈ ਪੂਰੀ ਸਟੋਰੀ ਕਿ ਜਿਹੜੀ ਬੇਅਦਬੀ ਹੋਈ ਉਹ ਕਿਉਂ ਹੋਈ। ਉਹਨਾਂ ਨੇ ਕਿਹਾ ਕਿ ਤੁਸੀਂ ਬਾਬੇ ਦੀ ਫਿਲਮ ਨਹੀਂ ਚੱਲਣ ਦਿੰਦੇ ਪੰਜਾਬ 'ਚ, ਕਿਉਂ ਕਰਕੇ ਜਦੋਂ ਬਾਬੇ ਦੀ ਫਿਲਮ ਆਈ ਸੀ ਤਾਂ ਸਿੱਖ ਸੰਗਤਾਂ ਨੇ ਉਹਦੇ ਖਿਲਾਫ ਧਰਨੇ ਦਿੱਤੇ ਸੀਗੇ। ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਬਾਬੇ ਦੀ ਫਿਲਮ ਨਹੀਂ ਚੱਲਣ ਦਿੰਦੇ ਤਾਂ ਅਸੀਂ ਤੁਹਾਡੇ ਪਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੱਕਾਂਗੇ। ਇਹਦੇ ਪੋਸਟਰ ਲੱਗੇ ਜੀ, ਔਰ ਪੋਸਟਰ ਲੱਗ ਕੇ ਸਰਕਾਰ ਅਕਾਲੀ ਦਲ ਦੀ ਹੋਵੇ, ਆਪਣੇ ਪੰਥ ਦੀ ਸਰਕਾਰ ਕਹਿਣ ਨੂੰ, ਵੈਸੇ ਤਾਂ ਬਾਦਲਾਂ ਦੀ ਹੈ ਸਰਕਾਰ, ਬਾਦਲਾਂ ਦੀ ਸੀ, ਪੰਥ ਦੀ ਨਹੀਂ ਸੀ। ਲੇਕਿਨ ਫਿਰ ਵੀ ਐਡਾ ਘਟਨਾਕ੍ਰਮ ਪੰਜਾਬ ਦੇ ਵਿੱਚ ਹੋ ਗਿਆ। ਜੇ ਬੰਗਾਲ 'ਚ ਹੋ ਜਾਂਦਾ, ਕਰਨਾਟਕਾ 'ਚ ਹੋ ਜਾਂਦਾ ਤਾਂ ਆਪਾਂ ਸਮਝ ਲੈਂਦੇ ਕਿ ਉੱਥੇ ਯਾਰ ਲੋਕ ਖਿਲਾਫ ਸੀ ਜਾਂ ਸਰਕਾਰ। ਪੰਜਾਬ ਦੇ ਵਿੱਚ ਐਡਾ ਵੱਡਾ ਕੁਕਰਮ ਕਰਕੇ ਤੇ ਮਰ ਜਾਣਾ ਚਾਹੀਦਾ ਵੀ ਜੇ ਆਪਣੇ ਤੋਂ ਉਹ ਬੰਦੇ ਫੜੇ ਨਹੀਂ ਗਏ, ਆਪਾਂ ਜਾਣ ਬੁੱਝ ਕੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ, ਉਹਨਾਂ ਤੇ ਹੱਥ ਨਹੀਂ ਪਿਆ। ਸਮਝ ਤਾਂ ਮੈਨੂੰ ਆ ਗਈ ਸੀ ਐਨਵੀ ਜੀ ਕਿ ਮੈਂ ਇਹ ਵੋਟਾਂ ਲਈ ਬਚਾ ਰਹੇ ਨੇ, ਲੇਕਿਨ ਮੈਂ ਇਹਨਾਂ ਨੂੰ ਝਟਕਾ ਉਦੋਂ ਦੇਣਾ ਚਾਹੁੰਦਾ ਸੀ ਕਿ ਜਦੋਂ ਦੇਖੋ ਜਿਹੜਾ ਸਿਆਸੀ ਇਨਸਾਨ ਹੈ ਨਾ, ਉਹ ਟਾਈਮਿੰਗ ਦੀ ਬੜੀ ਇੰਪੋਰਟੈਂਸ ਨੂੰ ਜਾਣਦਾ ਹੈ। ਟਾਈਮਿੰਗ ਦਾ ਕੀ ਹੁੰਦਾ ਹੈ? ਦੋ ਹੀ ਟਾਈਮ ਹੁੰਦੇ ਆ। ਜਦੋਂ ਇਲੈਕਸ਼ਨ ਆਉਂਦੇ ਆ ਨਾ, ਉਦੋਂ ਸਭ ਤੋਂ ਵੱਧ ਵਲਨਰੇਬਲ ਹੁੰਦਾ ਹੈ ਕਿਸੇ ਵੀ, ਜਿਵੇਂ ਬਾਦਲ ਪਰਿਵਾਰ ਹੈ ਨਾ, ਉਹ ਆ ਜਿਹੜੇ ਹੁਣ 2022 ਦੇ ਇਲੈਕਸ਼ਨ ਹੈ, ਇੱਥੇ ਜੇ ਤੁਸੀਂ ਇਹਨਾਂ ਦੀ ਵਿਰੋਧਤਾ ਕਰੋਗੇ ਫਿਰ ਇਹਨਾਂ ਨੂੰ ਦੁੱਖ ਲੱਗਦਾ ਹੈ। ਤੁਸੀਂ ਰਾਹ ਦੇ ਵਿੱਚ ਕਰੀ ਜਾਓ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਮੈਨੂੰ ਪਤਾ ਸੀ ਵੀ ਇਹਨਾਂ ਨੂੰ ਉਦੋਂ ਮਾਰਨਾ ਹੈ ਜਦੋਂ ਇਹਨਾਂ ਨੂੰ ਸਭ ਤੋਂ ਵੱਧ ਇੰਪੈਕਟ ਹੋਵੇ। ਮੈਂ ਤੁਹਾਨੂੰ ਇਹ ਦੱਸਦਾ ਹੈ ਕਿ ਮੈਂ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਛੱਡਿਆ ਇਹਨਾਂ ਨੂੰ, ਮੈਂ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਛੱਡਿਆ ਔਰ ਬ੍ਰਹਮਪੁਰਾ ਸਾਹਿਬ ਨੂੰ ਜੁਆਇਨ ਕੀਤਾ ਔਰ ਇਹਨਾਂ ਦੀ ਬਦਖੋਈ ਕੀਤੀ ਸਾਰੀ ਔਨ ਏਅਰ, ਇਹਨਾਂ ਦੇ ਮੈਂ ਖਿਲਾਫ ਬੋਲਿਆ ਔਰ ਇਹਦਾ ਬਹੁਤ ਇੰਪੈਕਟ ਗਿਆ ਕਿ ਇਹਨਾਂ ਦਾ ਆਪਦਾ ਪਰਿਵਾਰ ਦਾ ਬੰਦਾ ਇਹਨਾਂ ਦੇ ਖਿਲਾਫ ਹੈ ਤਾਂ ਦੱਸੋ ਨਾਲ ਕਿਹਨੇ ਹੋਣਾ। ਉਹ ਵੀ ਬੱਬੀ ਬਾਦਲ, ਜਿਹਨੂੰ ਇਹ ਕਹਿੰਦੇ ਸੀ ਕਿ ਇਹ ਤਾਂ ਪੰਜਾਬ ਸੁਖਬੀਰ, ਬੱਬੀ ਬਾਦਲ ਸਾਰੇ ਕੰਮ ਸੁਖਬੀਰ ਦੇ ਬੱਬੀ ਬਾਦਲ ਕਰਦਾ ਹੈ। ਜਦੋਂ ਮੈਂ ਛੱਡਿਆ ਤੇ ਇੱਕ ਮੈਸੇਜ ਗਿਆ ਲੋਕਾਂ ਨੂੰ ਕਿ ਇਹਨਾਂ ਦੀ ਗਲਤੀ ਹੈ, ਜਿਹੜਾ ਵਾਕਿਆ ਹੀ ਇੰਨੇ ਨੇੜੇ ਦੇ ਬੰਦੇ ਵੀ ਛੱਡ ਗਏ ਤਾਂ ਇਹ ਵੱਡੀ ਗਲਤੀ ਹੈ, ਇਹਨਾਂ ਦੀ ਬੱਜਰ ਗਲਤੀ ਹੈ। ਸੋ ਮੈਂ ਉਹ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਛੱਡਿਆ ਤਾਂ ਕਿ ਮੈਕਸੀਮਮ ਧੱਕਾ ਲੱਗੇ, ਇਹਨਾਂ ਨੂੰ ਮੈਕਸੀਮਮ ਡੈਮੇਜ ਹੋਵੇ। ਤੇ ਉਹ ਇਲੈਕਸ਼ਨ ਦੇ ਵਿੱਚ ਇਹਨਾਂ ਦੇ 2 ਹੀ ਸੀਟਾਂ ਜਿੱਤੇ ਸੀ,
ਸਿਰਫ ਹਰਸਿਮਰਤ ਤੇ ਸੁਖਬੀਰ, ਬਾਕੀ ਸਾਰੇ ਹਾਰ ਗਏ। ਜੀ ਭਾਜੀ, ਗੱਲ ਇਕੱਲੇ ਜੇਕਰ ਮੈਂ ਬਹੁਤ ਸਾਰੇ ਲੋਕਾਂ ਦੇ ਸਵਾਲ ਦੇਖ ਰਿਹਾ, ਨਸ਼ੇ ਦੀ ਵੀ ਗੱਲ ਹੋਈ ਹੈ ਕਿ ਨਸ਼ੇ ਨੂੰ ਬੜਾਵਾ ਦਿੱਤਾ ਗਿਆ ਹੈ। ਬਾਦਲ ਪਰਿਵਾਰ ਦਾ ਸਿੱਧਾ ਸਿੱਧਾ ਹੱਥ ਦੱਸਿਆ ਜਾਂਦਾ ਹੈ। ਮਜੀਠੀਆ ਦੇ ਜਿਹਦੇ ਉੱਤੇ ਵੀ ਇਲਜ਼ਾਮ ਲੱਗਦੇ ਰਹੇ ਨੇ, ਅਕਾਲੀ ਦਲ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਵੱਧ ਤੋਂ ਵੱਧ ਹੋਇਆ। ਪਿੰਡਾਂ ਦੇ ਵਿੱਚ ਜਦੋਂ ਖਾਸ ਕਰਕੇ ਕੋਈ ਵੀ ਇਲੈਕਸ਼ਨ ਆਉਂਦੇ ਨੇ, ਚਾਹੇ ਸਰਪੰਚੀ ਦੀ ਆ ਜਾਂ ਫਿਰ ਸ਼੍ਰੋਮਣੀ ਕਮੇਟੀ ਦੀਆਂ ਜਦੋਂ ਵੀ ਉਹ ਹੁੰਦੀਆਂ ਸੀਗੀਆਂ, ਤਾਂ ਖੁੱਲ੍ਹ ਕੇ ਨਸ਼ਾ ਵਰਤਦਾ ਸੀਗਾ। ਖਾਸ ਕਰਕੇ ਅਕਾਲੀ ਦਲ ਦੀ ਪਾਰਟੀ ਦੇ ਵੱਲੋਂ, ਜਥੇਦਾਰਾਂ ਦੇ ਵੱਲੋਂ ਜਿਹੜਾ ਸੀਗਾ ਖੁੱਲ੍ਹ ਕੇ ਨਸ਼ਾ ਪੰਜਾਬ ਦੇ ਵਿੱਚ ਵੰਡਿਆ ਜਾਂਦਾ ਸੀ ਇਲੈਕਸ਼ਨ ਦੇ ਦੌਰਾਨ। ਤੁਹਾਨੂੰ ਨਹੀਂ ਲੱਗਦਾ ਕਿ ਜੇ ਸਿੱਖ ਕੌਮ ਦੇ ਜਥੇਦਾਰ ਹੀ ਅੱਗੇ ਹੋ ਕੇ ਅਜਿਹੇ ਕੰਮ ਕਰਦੇ, ਜਿਨ੍ਹਾਂ ਨੂੰ ਜਥੇਦਾਰ ਕਹਿੰਦੇ ਸੀ, ਮੈਂ ਜਥੇਦਾਰ ਨਹੀਂ ਮੰਨਦਾ ਉਹਨਾਂ ਨੂੰ, ਕਿਉਂਕਿ ਜਿਹੜਾ ਬੰਦਾ ਨਸ਼ੇ ਵੰਡਦਾ ਆਪਣੇ ਆਪ ਨੂੰ ਸਿੱਖ ਪੰਥ ਦਾ ਉਹ ਕਹਿ ਕੇ, ਮੋਹਰੀ ਕਹਿ ਕੇ ਨਸ਼ੇ ਵੰਡੇ, ਉਹਨੂੰ ਜਥੇਦਾਰ ਅਖਵਾਉਣ ਦਾ ਹੱਕ ਨਹੀਂ ਹੈਗਾ। ਪਰ ਉਸ ਚੀਜ਼ ਦੀ ਖਿਲਾਫਤ ਕਿਉਂ ਨਹੀਂ ਹੋਈ? ਉਸ ਚੀਜ਼ ਦੇ ਬਾਰੇ ਕਿਉਂ ਨਹੀਂ ਬੋਲਿਆ ਗਿਆ ਕਿ ਨਸ਼ੇ ਨਹੀਂ ਵੰਡੇ ਜਾਣੇ ਚਾਹੀਦੇ? ਪੰਜਾਬ ਦੇ ਵਿੱਚ ਜਦੋਂ ਵੀ ਇਲੈਕਸ਼ਨਾਂ ਹੋਈਆਂ, ਤੁਸੀਂ ਵੀ ਪਾਰਟੀ ਨਾਲ ਜੁੜੇ ਰਹੇ ਹੋ, ਲੰਬਾ ਸਮਾਂ ਜੁੜੇ ਰਹੇ ਹੋ, ਪਰ ਨਸ਼ਾ ਖੁੱਲ੍ਹ ਕੇ ਵਰਤਦਾ ਸੀ ਇਲੈਕਸ਼ਨਾਂ ਦੇ ਦੌਰਾਨ। ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਇਲੈਕਸ਼ਨਾਂ ਦੇ ਵਿੱਚ ਪੈਸਾ ਵੰਡਣ ਦੀ, ਨਸ਼ਾ ਵੰਡਣ ਦੀ ਸ਼ੁਰੂਆਤ ਤਾਂ ਬਾਦਲ ਦਲ ਨੇ ਕੀਤੀ ਹੈ, ਜੀ। ਪਰ ਅੱਜ ਕੱਲ ਇਹ ਸਾਰੀਆਂ ਰਵਾਇਤੀ ਪਾਰਟੀਆਂ ਹੀ ਕਰਨ ਲੱਗ ਗਈਆਂ ਨੇ। ਕੋਈ ਜੀ। ਘੱਟ ਕਾਂਗਰਸ ਵੀ ਨਹੀਂ ਹੈ, ਔਰ ਜੀ। ਮਤਲਬ ਬਾਕੀ ਹੋਰ ਤਾਂ ਚਲੋ ਹੋਣਾ ਹੀ ਹੈ। ਤੇ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਮਜੀਠੀਆ ਸਾਹਿਬ ਦੀ ਕਾਰਗੁਜ਼ਾਰੀ ਤਾਂ ਸਾਰਾ ਪੰਜਾਬ ਜਾਣਦਾ ਹੈ। ਉਹਨਾਂ ਦਾ ਜਿਹੜੇ ਅਜੇ ਤੱਕ ਬੰਦ ਲਿਫਾਫੇ ਦੇ ਵਿੱਚ ਇੱਕ ਪੰਜਾਬ ਸਰਕਾਰ ਦੇ ਅਫਸਰ ਨੇ ਰਿਪੋਰਟ ਹਾਈ ਕੋਰਟ ਵਿੱਚ ਸੌਂਪੀ ਹੋਈ ਹੈ, ਔਰ ਉਹਨਾਂ ਨੇ ਆਪਦੀ ਸ਼ਕਤੀ ਦੇ ਨਾਲ, ਆਪਦੇ ਪੈਸੇ ਦੇ ਨਾਲ ਅੱਜ ਤੱਕ ਉਹ ਲਿਫਾਫਾ ਹੀ ਨਹੀਂ ਖੁੱਲ੍ਹਣ ਦਿੱਤਾ। ਉਹ ਰਿਪੋਰਟ, ਸੀਲਡ ਰਿਪੋਰਟ ਹਾਈ ਕੋਰਟ ਕੋਲੇ ਪਈ ਹੈ, ਅਜੇ ਤੱਕ ਉਹ ਖੁੱਲੀ ਨਹੀਂ। 3 ਸਾਲ ਹੋ ਗਏ ਆ। ਤੇ ਤੁਸੀਂ ਇਹ ਸਮਝ ਲਓ ਕਿ ਜੇ ਬੰਦੇ ਦੀ ਕਮਜ਼ੋਰੀ ਹੈ ਤਾਂ ਹੀ ਉਹਨੂੰ ਛਪਾਉਂਦਾ। ਜੇ ਬੰਦਾ ਪਾਕ ਸਾਫ਼ ਚਿੱਟਾ ਹੈ ਤਾਂ ਕਦੇ ਵੀ ਆ ਖੜਾ ਮੈਂ ਤੇ ਜੋ ਮਰਜ਼ੀ ਮੈਨੂੰ ਸਾਬਤ ਕਰੋ। ਸਾਬਤ ਕਿਵੇਂ? ਜਦੋਂ ਭੋਲੇ ਨੇ ਕਹਿਤਾ ਜਿਹੜਾ ਅੰਦਰ ਵੀ ਇਹ ਸਾਡਾ ਸਾਰਿਆਂ ਦਾ ਬੌਸ ਤਾਂ ਮਜੀਠੀ ਹੈ, ਜਦੋਂ ਉਸ ਤੋਂ ਬਾਅਦ ਆ ਸੱਤੇ ਹੁਣੀ ਮਜੀਠੀਏ ਦੇ ਵਿਆਹ ਵਿੱਚ ਭੰਗੜਾ ਪਾਉਂਦੇ ਮੈਂ ਖੁਦ ਵੇਖੀ ਹੈ, ਜਿਹੜਾ ਸਤਪ੍ਰੀਤ ਸੱਤਾ ਹੈ ਤੇ ਜਿਹੜੇ ਦੂਜੇ ਡਰੱਗ ਡੀਲਰ ਹੈ ਜਿਹੜੇ ਹੁਣ ਕੈਨੇਡਾ ਵਿੱਚ ਲੁਕੇ ਹੋਏ ਨੇ। ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਇੰਨਾ ਬੁਰਾ ਹਾਲ ਪੰਜਾਬ ਦੇ ਲੋਕਾਂ ਦਾ, ਮੈਂ ਫੋਟੋਆਂ ਦੇਖਦਾ ਅਖਬਾਰਾਂ 'ਚ ਰੋਜ਼ ਆਉਂਦੀਆਂ ਕਿ ਇੰਜੈਕਸ਼ਨ ਪਹਿਲਾਂ ਸਾਨੂੰ ਤਾਂ, ਮੈਂ ਤਾਂ ਕਦੇ ਸੁਣਿਆ ਨਹੀਂ ਵੀ ਚਿੱਟਾ ਹੁੰਦਾ ਕੀ ਹੈ। ਤੇ ਅਸੀਂ ਵੀ ਬੰਗਲੌਰ ਪੜ੍ਹੇ ਹੈ, ਅਸੀਂ ਵੀ ਨਾ ਮੈਂ ਕਦੇ ਦੇਖਿਆ ਵੀ ਇਹ ਚਿੱਟਾ ਕੀ ਨਸ਼ਾ, ਕਿਹੋ ਜਿਹਾ ਨਸ਼ਾ ਹੈ। ਪਰ ਮੈਂ ਇੰਨਾ ਸਮਝ ਸਕਦਾ ਕਿ ਉਹ ਇੰਜੈਕਸ਼ਨ ਵਿੱਚ ਹੀ ਲੱਗੇ ਰਹਿ ਜਾਂਦੇ ਹੈ ਲੋਕਾਂ ਦੀ। ਬੱਚੇ, ਸਾਡੇ ਨੌਜਵਾਨ ਬੱਚੇ 18 ਸਾਲ ਦੇ, 21 ਸਾਲ ਦੇ, 22 ਸਾਲ ਦੇ, ਉਹਨਾਂ ਦੇ ਲਾਸ਼ਾਂ ਇੰਜੈਕਸ਼ਨ ਵਿੱਚ ਲੱਗਿਆ ਹੋਇਆ ਵੇਨ ਦੇ, ਤੇ ਉਹ ਮਰਿਆ ਪਿਆ ਬੰਦਾ। ਸੋ ਇਹ ਤਰਾਸਦੀ ਹੈ ਪੰਜਾਬ ਦੀ ਕਿ ਲੋਕ ਆਪਣੇ ਨੌਜਵਾਨ ਬੱਚਿਆਂ ਨੂੰ ਸਿਰਫ ਇਸ ਕਰਕੇ ਬਾਹਰ ਭੇਜਣ ਲੱਗ ਗਏ ਕਿ ਜੇ ਇੱਥੇ ਰਹੂਗਾ ਨਸ਼ੇ ਤੇ ਲੱਗ ਜੂਗਾ ਤੇ ਵੈਸੇ ਵੀ ਗਲਤ ਰਾਹ ਤੇ ਚੱਲ ਪਊਗਾ, ਇਸ ਤੋਂ ਚੰਗਾ ਹੈ ਕਿ ਇਹਨਾਂ ਨੂੰ ਬਾਹਰ ਭੇਜ ਦਿਓ। ਸਾਡੀ ਨੌਜਵਾਨੀ ਪੰਜਾਬ ਨੂੰ ਛੱਡ ਕੇ ਰੋਜ਼ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ, ਔਰ 3,50,000 ਪੈਂਡਿੰਗ ਜਿਹੜੇ ਵੀਜ਼ੇ ਹੈ, ਸਿਰਫ ਆ ਪਿਛਲੇ ਕੁਝ ਟਾਈਮ ਦੇ ਕਰੋਨਾ ਕਰਕੇ ਜਿਹੜੀ ਕੈਨੇਡਾ ਦੀ ਐਮਬੈਸੀ ਨੇ ਰੋਕਤਾ ਸੀ, ਤੇ ਉੱਥੇ 3,50,000 ਵੀਜ਼ੇ ਐਪਲੀਕੇਸ਼ਨਾਂ ਇਕੱਠੀਆਂ ਹੋ ਗਈਆਂ। ਤੁਸੀਂ ਹਿਸਾਬ ਲਾਓ ਕਿ ਕਿੰਨੇ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਹੈ। ਜੀ, ਨਸ਼ੇ ਦੀ ਗੱਲ ਹੈ। ਦੂਜੇ ਪਾਸੇ ਮੈਂ ਇੱਕ ਹੋਰ ਚੀਜ਼ ਜਾਣਨਾ ਚਾਹੁੰਦਾ, ਤੁਸੀਂ ਬੜਾ ਦੇਰ ਜੁੜੇ ਰਹੇ ਹੋ, ਤੁਸੀਂ ਕਿਹਾ ਤੁਸੀਂ ਵੀ ਆਪਣੇ ਰਿਕਮੈਂਡਡ ਜਿਹੜੇ ਬੰਦੇ ਸੀ ਬਾਦਲ ਸਾਹਿਬ ਨੂੰ ਮਿਲਣ ਲਈ ਭੇਜਦੇ ਸੀ, ਤੇ ਮਜੀਠੀਆ ਸਾਹਿਬ ਇਹ ਕਰਦੇ ਸੀ, ਮੁਕੰਮਲ ਕਰਦੇ ਸੀ ਕਿ ਉਹ ਬੰਦੇ ਨਾ ਪਹੁੰਚ ਸਕਣ। ਇੱਕ ਇਲਜ਼ਾਮ ਬਹੁਤ ਵੱਡਾ ਬਾਦਲ ਪਰਿਵਾਰ ਦੇ ਉੱਤੇ ਲੱਗਦਾ, ਸ਼ੁਰੂ ਤੋਂ ਲੱਗਦਾ ਆਇਆ ਤੇ ਲੱਗਦਾ ਰਹੇਗਾ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਵੀ, ਕਿ ਜਦੋਂ ਵੀ ਨੌਕਰੀਆਂ ਨਿਕਲਦੀਆਂ ਨੇ ਤੇ ਬਾਈ ਚਾਂਸ ਜੇ ਬਾਦਲ ਸਾਹਿਬ ਦੀ ਕੋਠੀ ਕੋਈ ਚਲਿਆ ਗਿਆ ਨੌਕਰੀ ਲੈਣ ਲਈ, ਤਾਂ ਬੋਰੀ ਨੋਟਾਂ ਦੀ ਭਰ ਕੇ ਮੰਗੀ ਜਾਂਦੀ ਸੀ।
ਤਾਂ ਉਸ ਟਾਈਮ ਕਿਉਂ ਨਹੀਂ ਖਿਲਾਫਤ ਕੀਤੀ ਗਈ? ਕਿਉਂਕਿ ਤੁਸੀਂ ਵੀ ਪਰਿਵਾਰ ਦੇ ਨਾਲ ਜੁੜੇ ਹੋਏ ਸੀ, ਤੁਸੀਂ ਵੀ ਕਿਸੇ ਨੂੰ ਰਿਕਮੈਂਡ ਕਰਦੇ ਹੋ ਕਿ ਬੱਚਾ ਬਹੁਤ ਚੰਗਾ ਹੈ, ਇਹ ਪੜ੍ਹਾਈ ਦੇ ਵਿੱਚ ਚੰਗਾ ਹੈ ਜੀ, ਇਹਨੂੰ ਕਿਤੇ ਨੌਕਰੀ ਦਿੱਤੀ ਜਾਵੇ। ਜਦੋਂ ਬੰਦੇ ਨੂੰ ਲੈ ਕੇ ਚਲੇ ਜਾਂਦੇ ਸੀ ਤਾਂ ਮੈਨੂੰ ਅੱਜ ਵੀ ਯਾਦ ਹੈ, ਜੇ ਤੁਸੀਂ ਉਹਨਾਂ ਦੇ ਦਰਵਾਜ਼ੇ ਦੇ ਅੰਦਰੋਂ ਜਦੋਂ ਪਹਿਲਾਂ ਸਿਕਿਉਰਿਟੀ ਪਾਸ ਕਰਦੇ ਹੋ ਚੈੱਕ ਪੁਆਇੰਟ, ਉੱਥੇ ਪੁੱਛਿਆ ਜਾਂਦਾ ਵੀ ਕੀ ਕੰਮ ਆਏ ਹੋ, ਤਾਂ ਅਗਲਾ ਕਹਿ ਦਿੰਦਾ ਜੀ ਮੈਂ ਫਲਾਣੇ ਕੰਮ ਆਇਆ। ਦੇਖਿਆ ਗਾਰਡਸ ਨੇ ਦੇਖਿਆ ਵੀ ਖਾਲੀ ਹੱਥ ਆ, ਕਈਆਂ ਨੂੰ ਤਾਂ ਉੱਥੇ ਹੀ ਮੋੜ ਦਿੰਦੇ ਨੇ, ਤੇ ਜੇ ਕੋਈ ਥੋੜਾ ਜਿਹਾ ਸਰੂਖ ਵਾਲਾ ਪਹੁੰਚ ਵਾਲਾ ਹੈ, ਉਹ ਜੇ ਲਾਉਣ ਤੱਕ ਪਹੁੰਚ ਗਿਆ ਤਾਂ ਅੱਗੇ ਹੁਣ ਤਾਂ ਮਾਤਾ ਜੀ ਹੈ ਨਹੀਂ ਇਸ ਦੁਨੀਆ ਦੇ ਵਿੱਚ, ਉਸ ਟਾਈਮ ਮਾਤਾ ਜੀ ਬੈਠੇ ਹੁੰਦੇ ਸੀ ਤਕਰੀਬਨ ਲਾਉਣ ਦੇ ਵਿੱਚ, ਤਾਂ ਸਿੱਧਾ ਹੀ ਕਹਿ ਦਿੰਦੇ ਸੀ ਮੂੰਹ ਚੱਕੀ ਆਉਣਾ, ਨੋਟਾਂ ਵਾਲੀ ਬੋਰੀ ਕਿੱਥੇ ਹੈ। ਉਸ ਟਾਈਮ ਕਿਉਂ ਨਹੀਂ ਖਿਲਾਫਤ ਕੀਤੀ ਗਈ ਲੀਡਰਾਂ ਦੇ ਵੱਲੋਂ? ਦੇਖੋ, ਬੋਰੀ ਕਿਹਨੂੰ ਮਾੜੀ ਲੱਗਦੀ ਹੈ ਜੀ? ਖਿਲਾਫਤ ਤਾਂ ਉਹਨੇ ਕਰਨੀ ਹੈ ਨਾ ਜਿਹਨੂੰ ਪੈਸਾ ਦੰਦੀਆਂ ਵੱਢਦਾ। ਤੇ ਐਨਵੀ ਜੀ, ਸੱਚੀ ਗੱਲ ਤਾਂ ਇਹ ਹੈ, ਮੈਂ ਤੁਹਾਨੂੰ ਦੱਸਾਂ ਕਿ ਪੁਰਾਣਾ ਅਕਾਲੀ ਦਲ ਜਿਹੜਾ ਸੀ ਨਾ, ਜਿਹੜਾ 1920 ਦਾ ਬਣਿਆ ਅਸਲੀ ਅਕਾਲੀ ਦਲ, ਉਹਦੇ ਵਿੱਚ ਜਥੇਦਾਰ ਹੁੰਦੇ ਸੀ ਜਿਹੜਿਆਂ ਦੇ ਮਤਲਬ ਜਿਹਨੇ ਆਪ ਸ਼ੋਹਰਤ ਲੈਣ ਤੋਂ ਪਿੱਛੇ ਹਟਦੇ ਸੀ, ਆਪ ਅੱਗੇ ਆਉਣ ਤੋਂ ਪਾਸੇ ਹਟਦੇ ਸੀ। ਕਈ ਇਹੋ ਜਿਹੇ ਹਾਲਾਤ ਹੋਏ ਆ ਕਿ ਟਿਕਟਾਂ ਲੈਣ ਵਾਸਤੇ ਮਤਲਬ ਜਥੇਦਾਰ ਦੇ ਘਰ ਗਿਆ ਪ੍ਰਧਾਨ ਵੀ ਤੈਨੂੰ ਟਿਕਟ ਦਿੰਨੇ ਆ, ਤੂੰ ਲੜ, ਤੇ ਉਹ ਘਰ ਛੱਡ ਕੇ ਕਮਾਦ ਵਿੱਚ ਲੁਕ ਗਿਆ ਕਿ ਮੈਂ ਨਹੀਂ ਟਿਕਟ ਲੈਣੀ, ਕਿਸੇ ਪੜ੍ਹੇ ਲਿਖੇ ਮੁੰਡੇ ਨੂੰ ਦੇ ਦਿਓ। ਇਹ ਸੀ ਅਕਾਲੀ ਦਲ। ਤੇ ਇਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ ਨਾ, ਇਹ 97 ਤੋਂ ਜਿਹੜਾ ਸ਼ੁਰੂ ਹੋਇਆ ਨਾ, ਜਦੋਂ ਮੋਗੇ ਦੀ ਕਾਨਫਰੰਸ 'ਚ ਇਹਨਾਂ ਨੇ ਕਿਹਾ ਕਿ ਅਸੀਂ ਪੰਥਕ ਪਾਰਟੀ ਨਹੀਂ, ਅਸੀਂ ਪੰਜਾਬੀ ਪਾਰਟੀ ਹੈ, ਇਹਨਾਂ ਨੇ ਉਦੋਂ ਆਪਣਾ ਫੋਕਸ ਬਦਲਿਆ ਤੇ ਉਸ ਤੋਂ ਬਾਅਦ ਇਹ ਇੱਕ ਕਾਰਪੋਰੇਟ ਮਸ਼ੀਨ ਬਣ ਗਈ, ਜਿਹਦੇ ਵਿੱਚ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਜਦੋਂ ਜਿੰਨਾ ਤਾਕਤਵਰ ਹੋਈ ਗਏ, ਇਹ ਇੱਕ ਕੰਪਨੀ ਬਣਦੀ ਗਈ, ਇੱਕ ਘਰੇਲੂ ਕੰਪਨੀ ਜਿਹੜੀ ਪੈਸੇ ਦੇ ਸਿਰ ਤੇ ਚੱਲਦੀ ਹੈ ਜੀ। ਬੱਬੀ ਜੀ, ਤੁਸੀਂ ਹੁਣ ਇਸ ਸਮੇਂ ਪਾਰਟੀ ਲੈ ਕੇ ਚੱਲੇ ਹੋ, ਇਸ ਸਮੇਂ ਉਹਦੇ ਜਨਰਲ ਸੈਕਟਰੀ ਵੀ ਹੋ। ਹਾਂਜੀ, ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਡੀ ਪਾਰਟੀ ਦਾ ਮੇਨ ਮੋਟਿਵ ਕੀ ਰਹੂਗਾ? ਪੰਜਾਬ ਦੇ ਲਈ ਤੁਸੀਂ, ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਲਈ ਤੁਸੀਂ ਕੀ ਸੋਚ ਰਹੇ ਹੋ? ਕੀ ਵੱਖਰਾ ਜਿਹੜਾ ਹੈਗਾ ਲੈ ਕੇ ਆਉਂਗੇ? ਕਿਉਂਕਿ ਮੈਂ ਇੱਕ ਚੀਜ਼ ਜਾਣਦਾ, ਪੰਜਾਬ ਚਾਹੇ ਉਹ ਸਾਡਾ ਪਰਿਵਾਰ ਹੋਵੇ ਜਾਂ ਤੁਹਾਡਾ ਪਰਿਵਾਰ ਹੋਵੇ, ਅਸੀਂ ਪਾਰਟੀਆਂ ਨਾਲ ਘੱਟ, ਅਸੀਂ ਪਰਸਨਲੀ ਜ਼ਿਆਦਾ ਜੁੜੇ ਹੋਏ ਹਾਂ। ਜੇਕਰ ਅਕਾਲੀ ਦਲ ਇਹ ਸੋਚਦਾ, ਇਹ ਟਾਈਮ ਨਿਕਲ ਚੁੱਕਿਆ ਵੀ ਹੁਣ ਅਸੀਂ ਜੀ ਪੰਥਕ ਵੋਟ ਪਾਉਣੀ ਆ, ਉਹ ਪੰਥਕ ਵੋਟ ਵਾਲਾ ਟਾਈਮ ਗਿਆ। ਹੁਣ ਜਿਹੜੀ ਵੋਟ ਜਾਂਦੀ ਆ ਉਹ ਪਰਸਨਲ ਵੋਟ ਜਾਂਦੀ ਆ, ਬੰਦੇ ਦੀ ਸ਼ਕਲ ਦੇਖ ਕੇ ਵੋਟ ਪੈਂਦੀ ਆ ਕਿ ਹਾਂਜੀ ਇਹ ਬੰਦੇ ਨਾਲ ਸਾਡਾ ਸਹਿਚਾਰ ਆ, ਵੀ ਯਾਰ ਇਹ ਬੰਦਾ ਆਪਣੇ ਖੜ ਸਕਦਾ ਨਾਲ, ਇਹ ਚੰਗਾ ਬੰਦਾ। ਹੁਣ ਅੱਜ ਦਾ ਟਾਈਮ ਏਦਾਂ ਦਾ ਆ ਗਿਆ, ਤਾਂ ਹੁਣ ਤੁਸੀਂ ਕੀ ਵਿਉਂਤਬੰਦੀ ਲੈ ਕੇ ਚੱਲ ਰਹੇ ਹੋ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕੀ ਰਹੇਗੀ ਪਾਰਟੀ ਦੀ? ਦੇਖੋ, ਸਾਡੀ ਪਾਰਟੀ ਦਾ ਨਾ ਇੱਕ ਬਹੁਤ ਵੱਡਾ ਔਰ ਵਧੀਆ ਏਜੰਡਾ ਹੈ ਜੀ। ਸਾਡੇ ਪਰਮਿੰਦਰ ਢੀਂਡਸਾ ਜੀ, ਜਿਹੜੇ ਕਿ ਫਾਈਨੈਂਸ ਮਿਨਿਸਟਰ ਵੀ ਰਹੇ ਨੇ ਜੀ, ਸਾਡੇ ਨੌਜਵਾਨ ਆਗੂ ਨੇ ਜੀ, ਉਹਨਾਂ ਨਾਲ ਮੇਰੀ ਮੀਟਿੰਗਾਂ 4-5 ਵਾਰ ਅਸੀਂ ਬੈਠੇ ਹਾਂ। ਜਿਹੜੀ ਸਾਡੀ ਚੋਣ ਮੈਨੀਫੈਸਟੋ ਕਮੇਟੀ ਹੈ, ਜਿਹੜੀ ਇੱਕ ਪ੍ਰੋਗਰਾਮ ਲੀਕ ਰਹੀ ਹੈ, ਉਹ ਬੜੀ ਜ਼ਿੰਮੇਵਾਰੀ ਨਾਲ ਆਪਾਂ, ਦੇਖੋ ਜਿੰਨੀ ਪਾਰਟੀ ਹੈ, ਕੋਈ ਕਹਿੰਦਾ ਜੀ ਅਸੀਂ ਫ੍ਰੀ ਬਿਜਲੀ ਦੇਵਾਂਗੇ, ਕੋਈ ਕਹਿੰਦਾ ਅਸੀਂ ਫ੍ਰੀ ਆਹ ਦੇਵਾਂਗੇ, ਸਭ ਝੂਠ। ਪੰਜਾਬ ਪਹਿਲਾਂ ਹੀ ਇੰਨਾ ਡੁੱਬ ਚੁੱਕਿਆ ਕਰਜ਼ੇ ਵਿੱਚ ਕਿ ਇਹਨਾਂ ਕੋਲ ਤਾਂ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਰਹਿ ਗਏ। ਸਾਡੀ ਪਾਰਟੀ ਵਚਨਬੱਧ ਹੈ ਕਿ ਅਸੀਂ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਚੰਗਾ ਕਰਨਾ ਹੈ, ਇਹਦੇ ਤੇ ਹੋਰ ਬੋਝ ਨਹੀਂ ਪਾਉਣਾ। ਇੱਕ ਰਿਸਪੌਂਸਿਬਲ ਫਿਸਕਲ ਮੈਨੇਜਮੈਂਟ ਸਿਸਟਮ ਲਾਉਣਾ ਹੈ। ਜੇ ਅਸੀਂ ਕਿਸੇ ਨੂੰ ਕੋਈ ਫਾਇਦਾ ਦੇਣਾ ਹੈ ਤਾਂ ਇਹ ਵੀ ਦੇਖਣਾ ਹੈ ਕਿ ਉਹ ਫਾਇਦਾ ਕਿੱਥੋਂ ਆ ਰਿਹਾ ਹੈ, ਉਹ ਪੈਸੇ ਕਿੱਥੋਂ ਆ ਰਹੇ ਹੈ। ਕਰਜ਼ਾ ਲੈ ਕੇ ਫ੍ਰੀ ਦੀਆਂ ਚੀਜ਼ਾਂ ਵੰਡਣ ਨਾਲ ਪੰਜਾਬ ਦੁਬਾਰਾ ਤੋਂ ਆਪਣੇ ਪੈਰਾਂ ਤੇ ਨਹੀਂ ਖੜਾ ਹੋ ਸਕਦਾ। ਸੋ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਸਿਆਸੀ ਤੌਰ ਤੇ ਅਸੀਂ ਕਾਨੂੰਨ ਬਣਾਏ ਹੈ, ਉਹ 2 ਕਾਨੂੰਨ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇੱਕ ਪਰਿਵਾਰ ਦੇ ਵਿੱਚ ਇੱਕੋ ਹੀ ਬੰਦਾ ਇਲੈਕਸ਼ਨ ਲੜ ਸਕਦਾ ਹੈ। ਇਹ ਜਿਹੜਾ ਜਵਾਈ ਤੇ ਮੁੰਡੇ ਦਾ ਸਾਲਾ ਤੇ ਮੁੰਡਾ ਤੇ ਨੂੰਹ, ਇਹ ਖਤਮ ਕਰਤਾ ਕੰਮ। ਇਹ ਇੱਕ ਪਰਿਵਾਰ 'ਚ ਸਾਡੇ, ਹੁਣ ਦੇਖੋ ਬ੍ਰਹਮਪੁਰਾ ਸਾਹਿਬ ਹੈ, ਉਹ ਆਪ ਖੁਦ ਨਹੀਂ ਇਲੈਕਸ਼ਨ ਲੜਨਗੇ, ਉਹਨਾਂ ਦੇ ਪਰਿਵਾਰ 'ਚੋਂ ਇੱਕ ਬੰਦਾ ਇਲੈਕਸ਼ਨ ਲੜੂਗਾ, ਜਿਹੜਾ
ਉਹਨਾਂ ਦਾ ਬੇਟਾ ਇਲੈਕਸ਼ਨ ਲੜ ਲੂਗਾ ਜਾਂ ਕੋਈ ਹੋਰ ਜਿਹਨੂੰ ਵੀ ਉਹ ਕਹਿਣਗੇ। ਤੇ ਢੀਂਡਸਾ ਸਾਹਿਬ ਦੇ ਵੀ ਪਰਮਿੰਦਰ ਢੀਂਡਸਾ ਇੱਕ ਇਲੈਕਸ਼ਨ ਲੜਨਗੇ, ਹੋਰ ਕੋਈ ਨਾ ਜਵਾਈ ਨਾ ਕੋਈ ਬੇਟਾ, ਹੋਰ ਨਾ ਕੋਈ ਕੋਈ ਭੈਣ ਨਾ ਕੋਈ ਭਰਾ। ਇਹ ਸਾਡੇ ਰੂਲ ਲਾਗੂ ਕਰਤਾ ਹੈ ਜੀ ਟੂ ਡਿਸਕਰੇਜ ਡਾਇਨੈਸਟਿਕ ਰੂਲ। ਜਿਹੜਾ ਜੀ ਇੱਕ ਆਪਾਂ ਦੇਖ ਲੈਂਦੇ ਆ ਨਾ ਕਿ ਸਾਰਾ ਟੱਬਰ ਹੀ ਲੱਗ ਪੈਂਦਾ ਉਸ ਕੰਮ 'ਚ। ਫਿਰ ਉਸ ਤੋਂ ਬਾਅਦ ਅਗਲੀ ਗੱਲ ਹੈ ਕਿ ਆਪਾਂ ਇਹ ਕਿਹਾ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੇ ਜਿਹੜੇ ਮੈਂਬਰ ਹੋਣਗੇ ਉਹ ਪੜ੍ਹੇ ਲਿਖੇ ਸਿੱਖ ਇੰਟੈਲੀਜੈਂਸੀਆ 'ਚੋਂ ਲਵਾਂਗੇ। ਉਹਨਾਂ ਦਾ ਪਾਰਟੀ ਨਾਲ ਕੋਈ ਤਾਲੁਕ ਨਹੀਂ ਹੋਊਗਾ। ਜਿਹੜਾ ਸ਼੍ਰੋਮਣੀ ਕਮੇਟੀ ਲੜੂਗਾ ਉਹ ਫਿਰ ਹੋਰ ਕੋਈ ਇਲੈਕਸ਼ਨ ਨਹੀਂ ਲੜੂਗਾ। ਉਹ ਸ਼੍ਰੋਮਣੀ ਕਮੇਟੀ ਪੰਥ ਦੀ ਸੇਵਾ ਵਾਸਤੇ ਹੀ ਲਊਗਾ ਔਰ ਪਾਰਟੀ ਦਾ ਵਿੰਗ ਹੀ ਅਲੱਗ ਹੋਊਗਾ। ਜਿਹੜਾ ਧਾਰਮਿਕ ਵਿੰਗ ਹੈ ਉਹ ਅਸੀਂ ਭਾਈ ਰਣਜੀਤ ਸਿੰਘ ਦੀ ਲੀਡਰਸ਼ਿਪ ਦੇ ਅੰਦਰ ਅਸੀਂ ਕੰਮ ਕਰ ਰਹੇ ਹਾਂ। ਜਿਹੜੇ ਸਾਬਕਾ ਜਥੇਦਾਰ ਹੈ ਭਾਈ ਰਣਜੀਤ ਸਿੰਘ, ਅਸੀਂ ਉਹਨਾਂ ਦੀ ਲੀਡਰਸ਼ਿਪ ਥੱਲੇ ਧਾਰਮਿਕ ਤੌਰ ਤੇ ਚੱਲ ਰਹੇ ਹਾਂ। ਤੇ ਅਸੀਂ ਜਿਵੇਂ ਹੁਣ ਅਕਾਲੀ ਦਲ ਵਾਲਾ ਕੰਮ ਕੀ ਹੈ ਕਿ ਜੇ ਸੁਖਬੀਰ ਬਾਦਲ ਫੋਨ ਕਰਦਾ ਹੈ, ਹਾਂਜੀ ਬਠਿੰਡਾ ਇਲੈਕਸ਼ਨ ਹੈ ਸਰਸੇ, ਉੱਥੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਭੇਜ, ਰਾਸ਼ਨ ਭੇਜ, ਬੰਦੇ ਭੇਜ। ਜੇ ਕਿਤੇ ਹੋਰ ਹੈ ਕੋਈ ਪਾਰਟੀ ਦਾ ਫੰਕਸ਼ਨ ਹੈ, ਉੱਥੇ ਲੰਗਰ ਸ਼੍ਰੋਮਣੀ ਕਮੇਟੀ ਦਾ। ਦੱਸੋ ਇਹ ਕਿੱਥੇ ਦੀਆਂ ਗੱਲਾਂ ਵੀ ਤੁਸੀਂ ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰੂ ਘਰ ਦੀ ਗੋਲਕ ਔਰ ਬਾਦਲਾਂ ਲਈ ਵਰਤੇ? ਇਹ ਕਿੱਥੋਂ ਦਾ ਅਸੂਲ ਹੈ ਜੀ? ਜੀ ਬਹੁਤ ਵਧੀਆ ਗੱਲ ਕਹੀ ਆ ਤੁਸੀਂ ਕਿ ਪਾਰਟੀ ਨੂੰ ਜਿਹੜਾ ਹੈਗਾ ਧਾਰਮਿਕ ਮੁੱਦਿਆਂ ਤੋਂ ਵੱਖਰਾ ਰੱਖਿਆ ਜਾਊਗਾ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਚੱਲਦੀ ਆਈ ਹੈ ਕਿ ਅਸੀਂ ਪੰਥਕ ਸਰਕਾਰ ਆ, ਅਸੀਂ ਪੰਥਕ ਪਾਰਟੀ ਆ। ਮੈਂ ਇੱਕ ਸਵਾਲ ਜਿਹੜਾ ਤੁਹਾਡੇ ਤੋਂ ਰੱਖਣਾ ਚਾਹੁੰਦਾ, ਮਾਫੀ ਚਾਹੂੰਗਾ, ਵੈਸੇ ਤਾਂ ਸਵਾਲ ਇਹ ਅਕਾਲੀ ਦਲ ਦੇ ਕਿਸੇ ਲੀਡਰ ਤੋਂ ਹੋਣਾ ਚਾਹੀਦਾ ਸੀ, ਪਰ ਇਹ ਸਵਾਲ ਮੈਂ ਤੁਹਾਡੇ ਤੱਕ ਇਸ ਲਈ ਲੈ ਕੇ ਆਇਆ। ਹੁਣ ਤੱਕ ਬੀਜੇਪੀ ਨਾਲ ਗੱਠਜੋੜ ਸੀ ਸ਼੍ਰੋਮਣੀ ਅਕਾਲੀ ਦਲ ਦਾ, ਤੇ ਹੁਣ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕੀਤਾ। ਮੈਂ ਮਾਫੀ ਚਾਹੂੰਗਾ ਜੇਕਰ ਕਿਸੇ ਨੂੰ ਮੇਰਾ ਸਵਾਲ ਬੁਰਾ ਲੱਗੇ। ਤੁਸੀਂ ਕੀ ਸੋਚਦੇ ਹੋ ਕਿ ਇਹ ਗੱਠਜੋੜ ਕਿੰਨਾ ਸਕਸੈਸਫੁਲ ਰਹੂਗਾ? ਜਿਹੜੀ ਪਾਰਟੀ ਸ਼੍ਰੋਮਣੀ ਕਮੇਟੀ ਦੀ ਕਰਤਾ ਧਰਤਾ ਹੋਣ ਦੇ ਬਾਵਜੂਦ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਨਹੀਂ ਕਰ ਸਕੀ, ਇੱਕ ਪਿੰਡ ਇੱਕ ਗੁਰਦੁਆਰਾ, ਉਹ ਬਹੁਜਨ ਸਮਾਜ ਪਾਰਟੀ ਵਾਲਿਆਂ ਨੂੰ ਆਪਦੇ ਨਾਲ ਬਰਾਬਰ ਦੀਆਂ ਸੀਟਾਂ ਤੇ ਕਿਵੇਂ ਬਿਠਾ ਲੂਗੀ? ਤੁਹਾਨੂੰ ਕੀ ਲੱਗਦਾ? ਮੈਂ ਤੁਹਾਨੂੰ ਦੱਸਦਾ ਐਨਵੀ ਜੀ, ਸਭ ਤੋਂ ਪਹਿਲਾਂ ਤਾਂ ਬੀਜੇਪੀ ਨਾਲ ਇਹਨਾਂ ਦਾ ਗਠਬੰਧਨ ਅੰਦਰ ਖਾਤੇ ਅਜੇ ਵੀ ਚੱਲੀ ਜਾਂਦਾ ਹੈ, ਟੁੱਟਿਆ ਨਹੀਂ ਹੈਗਾ। ਅੰਦਰ ਖਾਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਜਿਹੜਾ ਤਾਮਝਾਮ ਕਿਵੇਂ ਬਚਿਆ? ਜੇ ਇੱਕ ਮੈਨੂੰ ਗੱਲ ਦੱਸੋ, ਜਿਹੜਾ ਇੰਨਾ ਸਪੋਰਟ ਬੀਜੇਪੀ ਕੋਲ ਤਾਂ ਇਹਨਾਂ ਦੀ ਜਗਲਰ ਵੇਨ ਤੇ ਹੱਥ ਹੈ। ਇਹਨਾਂ ਦੇ ਕਿੰਨੇ ਹੋਟਲ ਹੈ, ਕਿੰਨੇ ਉਹ ਕੋਈ ਗੁੜਗਾਉਂ 'ਚ ਹੈ, ਕੋਈ ਦਿੱਲੀ 'ਚ ਹੈ, ਕੋਈ ਕਿਤੇ ਹੈ। ਤੇ ਜੇ ਬੀਜੇਪੀ ਚਾਹਵੇ ਤਾਂ ਇੱਕ ਦਿਨ ਤੇ ਗੋਡਿਆਂ ਭਰ ਲਿਆ ਸਕਦੀ ਹੈ, ਲੇਕਿਨ ਬੀਜੇਪੀ ਨਾਲ ਇਹਨਾਂ ਦੀ ਅੰਦਰੋਂ ਗੱਲ ਇੱਕੋ ਹੀ ਹੈ। ਦੂਸਰੀ ਗੱਲ, ਜਿਹੜਾ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਬੰਧਨ ਨਹੀਂ ਕੀਤਾ, ਮੈਨੂੰ ਸ਼ਰਮ ਨਾਲ ਔਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸੁਖਬੀਰ ਬਾਦਲ ਬੀਐਸਪੀ ਦੀਆਂ ਸੀਟਾਂ ਕਿਹੜੀਆਂ ਦੇ ਰਿਹਾ। ਪਹਿਲਾਂ ਤਾਂ ਦੇਖੋ, ਬਹੁਜਨ ਸਮਾਜ ਪਾਰਟੀ ਦੀ ਤਾਕਤ ਦੁਆਬੇ ਵਿੱਚ ਜ਼ਿਆਦਾ ਹੈ। ਜਲੰਧਰ ਹੋ ਗਿਆ, ਹੁਸ਼ਿਆਰਪੁਰ ਹੋ ਗਿਆ, ਭਗਤ ਸਿੰਘ ਨਗਰ ਹੋ ਗਿਆ, ਨਵਾਂ ਸ਼ਹਿਰ ਜਿਹਨੂੰ ਕਹਿੰਦੇ ਆ ਜੀ, ਇੱਥੇ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਤਾਂ ਇੱਥੇ ਉਹਨਾਂ ਨੂੰ ਜਿੱਤਣੀਆਂ, ਇੱਥੇ ਦੇਣੀਆਂ ਚਾਹੀਦੀਆਂ ਸੀ। ਲੇਕਿਨ ਸੁਖਬੀਰ ਬਾਦਲ ਜੀ ਨੇ ਉਹਨਾਂ ਨੂੰ ਸੀਟ ਕਿਹੜੀਆਂ ਦਿੱਤੀਆਂ? ਮੋਹਾਲੀ, ਜਿੱਥੇ 2500 ਵੋਟ ਪਈ ਉਹਨਾਂ ਨੂੰ ਪਿਛਲੇ ਇਲੈਕਸ਼ਨ 'ਚ। ਸੀਟ ਉਹਨਾਂ ਨੂੰ ਕਿਹੜੀ ਦੇ ਰਹੇ ਆ? ਕੋਈ ਅੰਮ੍ਰਿਤਸਰ ਦੇ ਰਹੇ ਆ, ਕੋਈ ਹੁਣ ਕਪੂਰਥਲਾ, ਜਿਹੜਾ ਪਤਾ ਹੈ ਵੀ ਰਾਣਾ ਗੁਰਜੀਤ ਸਟਰੋਂਗ ਕੈਂਡੀਡੇਟ ਹੈ, ਉਹਦੇ ਖਿਲਾਫ ਜਿੱਤਣਾ ਔਖਾ ਹੈ, ਉਹ ਚਲੋ ਜੀ ਬੀਐਸਪੀ ਨੂੰ ਦੇ ਦਿਓ। ਬੀਐਸਪੀ ਨਾਲ ਗਠਬੰਧਨ ਨਹੀਂ ਕੀਤਾ, ਇਹਨਾਂ ਨੇ ਧੋਖਾ ਕੀਤਾ ਹੈ। ਔਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਹ ਮਾਇਆਵਤੀ ਜੀ ਨੂੰ ਖੁਸ਼ ਕਰਿਆ ਹੈ, ਔਰ ਮਾਇਆਵਤੀ ਜੀ ਨੇ ਹੰਟਰ ਚਲਾਇਆ। ਸਾਰੇ ਪੰਜਾਬ ਦਾ ਜਿਹੜੀ ਯੂਨਿਟ ਸੀ ਉਹ ਇਸ ਗਠਬੰਧਨ ਤੋਂ ਨਾ ਖੁਸ਼ ਹੈ। ਇਹ ਸਾਰੇ ਲੋਕਲ ਲੀਡਰ ਕੋਈ ਨਹੀਂ ਚਾਹੁੰਦਾ ਕਿ ਬੀਐਸਪੀ ਦਾ ਕਿ ਆਹ ਸੀਟਾਂ ਤੇ ਅਸੀਂ ਇਲੈਕਸ਼ਨ ਲੜੀਏ। ਤੇ ਹੋਰ ਤਾਂ ਹੋਰ, ਬੀਐਸਪੀ ਦੀਆਂ ਸੀਟਾਂ ਬਿਨਾਂ ਗੱਲ ਕੀਤੇ ਸੁਖਬੀਰ ਬਾਦਲ ਅਨਾਉਂਸ ਕਰ ਰਿਹਾ। ਉਹ ਅੰਮ੍ਰਿਤਸਰ ਦੀ ਉਹ ਜੋਸ਼ੀ ਆਇਆ ਬੀਜੇਪੀ ਤੋਂ ਇੱਧਰ,
ਤੇ ਚੱਕ ਕੇ ਉਹਨੂੰ ਸੀਟ ਅਨਾਉਂਸ ਕਰਤੀ ਬੀਐਸਪੀ ਦੀ, ਤੇ ਉਦੋਂ ਬਾਅਦ ਕਹਿੰਦੇ ਜੀ ਅਸੀਂ ਜੀ ਚੇਂਜ ਕਰ ਲਾਂਗੇ। ਦੇਖੋ, ਮੈਂ ਤਾਂ ਸਮਝਦਾ ਜਿਹੜਾ ਗਠਬੰਧਨ ਹੁੰਦਾ ਨਾ, ਬਿਨਾਂ ਜੀ ਗੱਲਬਾਤ ਕੀਤੇ ਤੁਸੀਂ ਕਿਵੇਂ ਆਪਦੇ ਗਠਬੰਧਨ ਪਾਰਟਨਰ ਦੀ ਸੀਟ ਅਨਾਉਂਸ ਕਿੱਦਾਂ ਕਰ ਸਕਦੇ ਹੋ ਯਾਰ, ਜਦ ਤੱਕ ਤੁਸੀਂ ਜੀ ਉਹਦਾ ਨਾਲ ਗੱਲ ਹੀ ਨਹੀਂ ਕੀਤੀ। ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਹੈ, ਬਹੁਜਨ ਸਮਾਜ ਪਾਰਟੀ ਨੂੰ ਇਹ ਇੱਕ ਪੌੜੀ ਦੀ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪੌੜੀ ਬਣਾ ਕੇ ਉਹਨਾਂ ਦੀ ਕੋਈ ਸੀਟ ਨਾ ਜਿੱਤੇ। ਅਸੀਂ ਉਹਨਾਂ ਦਾ ਜਿਹੜੀ ਇਹਨਾਂ ਦੀ ਅੱਖ ਹੈ ਉਹ ਦਲਿਤ ਵੋਟਾਂ ਤੇ ਹੈ ਕਿ ਅਸੀਂ ਗਰੀਬ ਦਲਿਤ ਵੋਟਾਂ ਲੈ ਲਈਏ, ਪਰ ਉਹ ਵੀ ਬਹੁਤ ਸਿਆਣੇ ਹੋ ਚੁੱਕੇ ਨੇ, ਕੋਈ ਵੀ ਇਹਨਾਂ ਦੇ ਆਖੇ ਤੇ ਨਹੀਂ ਚੱਲਦਾ। ਅੱਜ ਕੱਲ੍ਹ ਲੋਕ ਚਾਹੁੰਦੇ ਆ ਕਿ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਕੇ ਕੋਈ ਨਵਾਂ ਗਠਬੰਧਨ ਹੋਵੇ, ਨਵੇਂ ਲੋਕ ਹੋਣ ਜਿਨ੍ਹਾਂ ਵਿੱਚ, ਜਿਵੇਂ ਆਮ ਆਦਮੀ ਪਾਰਟੀ ਹੈ, ਵਿੱਚ ਕਿਸਾਨ ਸੰਘਰਸ਼ ਦੇ ਲੀਡਰ ਨੇ, ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੈ, ਕਿ ਇਹੋ ਜਿਹੀਆਂ ਪਾਰਟੀਆਂ ਦਾ ਇੱਕ ਗਠਬੰਧਨ ਹੋਵੇ ਜਿਹਦੇ ਵਿੱਚ ਸਾਰੇ ਨਾਲ ਰਲ ਮਿਲ ਕੇ ਲੋਕਾਂ ਨੂੰ ਇਮਾਨਦਾਰ ਸਰਕਾਰ ਦੇਣ। ਜੀ ਭਾਈ ਜੀ, ਤੁਸੀਂ ਕਿਸਾਨ ਮੋਰਚੇ ਦੀ ਗੱਲ ਕੀਤੀ ਹੈ। ਮੈਂ ਕਿਸਾਨ ਮੋਰਚੇ ਨੂੰ ਅਸੀਂ ਸ਼ੁਰੂ ਤੋਂ ਫੋਲੋ ਕਰਦੇ ਆ ਰਹੇ ਹਾਂ। ਜੀ ਬਹੁਤ ਸਾਰੇ ਲੀਡਰ ਨੇ ਜਿਹੜੇ ਸੀਗੇ, ਖਾਸ ਕਰਕੇ ਕਿਸਾਨ ਮੋਰਚੇ ਨੇ ਸਾਫ਼ ਕਹਿ ਦਿੱਤਾ ਸੀ ਕਿ ਸਾਡੇ ਇੱਥੇ ਕੋਈ ਵੀ ਲੀਡਰ ਆ ਕੇ ਨਹੀਂ ਬੋਲੂਗਾ, ਸਟੇਜ ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਲੀਡਰਾਂ ਨੂੰ। ਪਰ ਪੰਜਾਬ ਦੇ ਬਹੁਤੇ ਲੀਡਰ ਜਿਹੜੇ ਨੇ ਉਹ ਐਬਸੈਂਟ ਰਹੇ ਨੇ ਇਹਨਾਂ ਸਾਰੀਆਂ ਰੈਲੀਆਂ ਦੇ ਵਿੱਚੋਂ। ਕੀ ਗੱਲ ਸਿਰਫ ਸਾਡੇ ਲੀਡਰ ਸਟੇਜਾਂ ਤੇ ਜਾ ਕੇ ਬੋਲਣ ਲਈ ਨੇ, ਧਰਨਿਆਂ ਦੇ ਵਿੱਚ ਨਾਲ ਬੈਠ ਕੇ ਵਿਛਾੜਾਂ ਦਾ ਸਾਹਮਣਾ ਕਰਨ ਦੇ ਦਮਦਾਰ ਨਹੀਂ ਹੈਗੇ ਲੀਡਰ ਸਾਡੇ? ਦੇਖੋ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਦਾ ਹੈ, ਜਦੋਂ ਦਾ ਕਿਸਾਨ ਸੰਘਰਸ਼ ਸ਼ੁਰੂ ਹੋਇਆ ਜੀ, ਲੀਡਰ ਸਾਰੇ ਅੰਦਰ ਵੜ ਕੇ ਜਿਹੜੇ ਹੈਗੇ ਆ ਨਾ, ਉਹ ਸੋਚਦੇ ਆ ਕਿ ਇਹ ਕਦੋਂ ਠਿੱਬੀ ਖਾਣਗੇ, ਇਹ ਕਦੋਂ ਗਲਤੀ ਕਰਨਗੇ। ਕਿਉਂ ਕਰਕੇ ਉਹਨਾਂ ਨੂੰ ਡਰ ਲੱਗਦਾ ਹੈ ਕਿ ਸਾਰਾ ਪੰਜਾਬ ਕਿਸਾਨਾਂ ਨਾਲ ਤੁਰਿਆ ਹੋਇਆ ਹੈ, ਔਰ ਖਾਸ ਕਰਕੇ ਬਾਦਲ ਦਲ ਦੇ ਲੀਡਰ ਤਾਂ ਸ਼ੁਰੂ ਤੋਂ ਹੀ ਬੀਜੇਪੀ ਦੇ ਨਾਲ ਮਿਲ ਕੇ ਕਿਸਾਨਾਂ ਨੂੰ ਟੌਰਪੀਡੋ ਕਰਨਾ ਚਾਹੁੰਦੇ ਨੇ। ਤੇ ਇਹ ਗੱਲ ਅਲੱਗ ਹੈ ਕਿ ਕਿਸਾਨ ਸੰਗਠਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਕੋਲ ਸਿਆਣੀ ਲੀਡਰਸ਼ਿਪ ਹੈ, ਉਹਨਾਂ ਦੀ ਲੀਡਰਸ਼ਿਪ ਬੜੀ ਮੈਚਿਓਰਡ ਹੈ, ਔਰ ਉਹਨਾਂ ਨੇ ਕੋਈ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਨਾਲ ਲਾਅ ਐਂਡ ਆਰਡਰ ਖਰਾਬ ਹੋਵੇ, ਜਿਹਦੇ ਨਾਲ ਕੋਈ ਦੇਸ਼ ਦੀ ਕੋਈ ਕਾਨੂੰਨੀ ਵਿਵਸਥਾ ਖਰਾਬ ਹੋਵੇ। ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਅਸੀਂ ਮਤਲਬ ਬੀਜੇਪੀ ਦੇ ਨਾਲ ਰਲ ਕੇ ਕਿਵੇਂ ਕਿਸਾਨ ਅੰਦੋਲਨ ਨੂੰ ਠਿੱਬੀ ਲਾਈਏ। ਸੋ ਗੱਲ ਇਹ ਹੈ, ਅੰਦਰੋਂ ਤਾਂ ਇਹ ਉਹਨਾਂ ਦੇ ਖਿਲਾਫ ਹੈ ਜੀ। ਤੁਸੀਂ ਕਹਿੰਦੇ ਹੋ ਜਾ ਕੇ ਉਹਨਾਂ ਨਾਲ ਬਹਿੰਦੇ ਨਹੀਂ, ਮੈਂ ਕਹਿੰਦਾ ਵੀ ਇਹ ਬਹਿਣਗੇ ਵੀ ਤਾਂ ਇਹ ਡਰਾਮਾ ਹੀ ਕਰਨਗੇ, ਅੰਦਰੋਂ ਉਹਨਾਂ ਦਾ ਮਨ ਜਿਹੜਾ ਹੈ ਉਹ ਕਿਸਾਨ ਲੀਡਰਸ਼ਿਪ ਦੇ ਖਿਲਾਫ ਹੈ। ਇੱਕ ਵੱਡੀ ਗੱਲ ਆ, ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਸ ਟਾਈਮ ਜਿਹੜੇ ਲੀਡਰ ਨੇ ਸਾਰੇ ਉਹ ਬੜੇ ਧਿਆਨ ਨਾਲ ਹਰ ਇੱਕ ਗੱਲ ਸੁਣਦੇ ਨੇ, ਹਰ ਇੱਕ ਸਵਾਲ ਸੁਣਿਆ ਜਾਂਦਾ ਹੈ। ਮੈਂ ਇਹ ਚੀਜ਼ ਇਸ ਕਰਕੇ ਰੱਖ ਰਿਹਾ, ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਨੇ, ਸੁਖਦੇਵ ਸਿੰਘ ਢੀਂਡਸਾ ਸੰਗਰੂਰ ਤੋਂ ਨੇ। ਅਸੀਂ ਅਕਸਰ ਦੇਖਿਆ, ਜੇ ਕਈ ਵਾਰੀ ਕਦੇ ਲੰਘਣਾ ਹੁੰਦਾ ਸੀ ਨਾਨਕਿਆਣਾ ਚੌਂਕ ਕੋਲੇ, ਤਾਂ ਉੱਥੇ ਬੈਰੀਗੇਟ ਲਾ ਕੇ ਜਿਹੜਾ ਸੀਗਾ ਰੋਕ ਦਿੱਤਾ ਜਾਂਦਾ ਸੀ। ਲੀਡਰ ਆ ਕੇ ਆਮ ਇਨਸਾਨਾਂ ਦੀ ਗੱਲਬਾਤ ਕਿਉਂ ਨਹੀਂ ਸੁਣਦੇ? ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਤਾਂ ਘਰ ਘਰ ਜਾ ਕੇ ਗੋਡੀ ਹੱਥ ਤੱਕ ਲਾਉਣ ਤੱਕ ਜਾਂਦੇ ਨੇ। ਮੈਂ ਮਾਫੀ ਚਾਹੁੰਦਾ, ਮੈਂ ਸਾਰੇ ਲੀਡਰਾਂ ਦੀ ਰੱਖੀ ਆ ਉਦਾਹਰਨ, ਮੈਂ ਇਸ ਕਰਕੇ ਦਿੱਤੀ ਹੈ ਕਿਉਂਕਿ ਕਈ ਵਾਰੀ ਉੱਥੋਂ ਲੰਘੇ ਆ, ਤਾਂ ਕਰਕੇ ਸਾਨੂੰ ਪਤਾ। ਮੈਂ ਸੰਗਰੂਰ ਕਾਲਜ ਦੇ ਵਿੱਚ ਪੜ੍ਹੇ ਆ, ਭਾਈ ਗੁਰਦਾਸ ਦੇ ਵਿੱਚ, ਸੋ ਇਸ ਕਰਕੇ ਅਸੀਂ ਅਕਸਰ ਦੇਖਿਆ ਕਿ ਉੱਥੇ ਬੈਰੀਗੇਟਸ ਲੱਗ ਜਾਂਦੇ ਸੀ, ਉਹਨਾਂ ਦੇ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਸੀ, ਜਾਂ ਪੂਰੀ ਦੀ ਪੂਰੀ ਰੋਡ ਬਲੌਕ ਕਰ ਦਿੱਤੀ ਜਾਂਦੀ ਸੀ ਕਿ ਜੀ ਅੱਜ ਧਰਨੇ ਵਾਲਿਆਂ ਨੇ ਆਉਣਾ ਹੈ, ਇਸ ਕਰਕੇ ਅਸੀਂ ਇਹ ਰੋਡ ਬਲੌਕ ਕਰ ਦਿੱਤੀ ਗਈ ਹੈ। ਇਲੈਕਸ਼ਨਾਂ ਦੇ ਟਾਈਮ ਲੀਡਰ ਘਰਾਂ ਤੱਕ ਜਾਂਦੇ ਨੇ, ਜਾ ਕੇ ਮੋਟਰਾਂ ਦੇ ਉੱਤੇ ਸੁਖਬੀਰ ਬਾਦਲ ਵਰਗੇ ਵੀ ਜਾ ਕੇ ਰੋਟੀਆਂ ਖਾ ਲੈਂਦੇ ਨੇ, ਲੋਕਾਂ ਦੇ ਨਾਲ ਚਾਹਾਂ ਪੀ ਲੈਂਦੇ ਨੇ। ਪਰ ਜਦੋਂ ਇਲੈਕਸ਼ਨਾਂ ਹੋ ਜਾਂਦੀਆਂ ਨੇ 5 ਸਾਲ ਲੀਡਰ ਮੂੰਹ ਨਹੀਂ ਦਿਖਾਉਂਦੇ। ਤੁਹਾਡੀ ਜਿਹੜੀ ਹੁਣ ਸੰਯੁਕਤ ਬਣਿਆ ਅਕਾਲੀ ਦਲ, ਇਹਦੀ ਕੀ ਰਣਨੀਤੀ ਰਹੂਗੀ? ਕਿ ਸਿਰਫ ਇਲੈਕਸ਼ਨਾਂ ਦੇ ਟਾਈਮ ਦੇਖਣਗੇ, ਜਾਂ ਬਾਅਦ ਦੇ ਵਿੱਚ ਆਮ ਲੋਕਾਂ ਦੀ ਗੱਲਬਾਤ ਸੁਣਨ ਦਾ ਜਿਹੜਾ ਹੈਗਾ ਉਹਦੇ ਲਈ ਉਹ ਰੱਖਣਗੇ? ਕੀ ਪਰਮਿੰਦਰ ਸਿੰਘ ਢੀਂਡਸਾ ਇਸ ਗੱਲ ਦਾ ਆਸ਼ਵਾਸਨ ਦੇ ਸਕਦੇ ਨੇ ਕਿ ਉਹਨਾਂ ਦੇ ਘਰ ਨੂੰ ਬੈਰੀਗੇਟ ਨਹੀਂ ਲੱਗਣਗੇ, ਉਹ ਲੋਕਾਂ ਦੇ ਨਾਲ ਆ ਕੇ ਗੱਲ ਸੁਣਨਗੇ? ਬਿਲਕੁਲ ਦੇ ਸਕਦੇ ਆ ਜੀ। ਮੇਰੇ ਨਾਲ ਉਹ ਸਕੂਲ 'ਚ ਪੜ੍ਹੇ ਹੋਏ ਨੇ, ਦਸ਼ਮੇਸ਼ ਅਕੈਡਮੀ 'ਚ ਉਹਨਾਂ ਨੇ 4-5 ਸਾਲ ਲਾਏ ਨੇ, ਮੈਥੋਂ 1 ਸਾਲ ਜੂਨੀਅਰ ਹੁੰਦੇ ਸੀ। ਔਰ ਮੈਂ ਇਹ ਤੁਹਾਨੂੰ ਉਹਨਾਂ ਦੇ ਮਾਧਿਅਮ ਤੋਂ ਇਹ ਤੁਹਾਨੂੰ ਮੈਂ ਬਿਲਕੁਲ ਆਸ਼ਵਸਤ ਕਰ ਦਿੰਦਾ ਕਿ ਪਰਮਿੰਦਰ ਢੀਂਡਸਾ ਇੱਕ ਮੈਚਿਓਰ ਲੀਡਰ ਹੈ। ਇਹੋ ਜਿਹੀਆਂ ਜਿਹੜੀਆਂ ਹੋਛੀਆਂ ਹਰਕਤਾਂ ਹੈ ਉਹ ਬਿਲਕੁਲ ਨਹੀਂ ਕਰੂਗਾ।
ਲੇਕਿਨ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹੈ ਵੀ ਦੇਖੋ, ਤੁਸੀਂ ਕਿਹਾ ਕਿ ਲੀਡਰ ਇਲੈਕਸ਼ਨਾਂ ਵਾਰੀ ਆਉਂਦੇ ਨੇ, ਇਲੈਕਸ਼ਨਾਂ ਵੇਲੇ ਘਰ ਵੀ ਵੜ ਜਾਂਦੇ ਹੈ, ਰੋਟੀਆਂ ਵੀ ਖਾਂਦੇ ਹੈ। ਇਹ ਪਬਲਿਕ ਨੂੰ ਇਹ ਸੋਚਣਾ ਨਹੀਂ ਚਾਹੀਦਾ ਕਿ ਆਪਾਂ ਉਸ ਬੰਦੇ ਨੂੰ ਵੋਟ ਪਾਈਏ ਜਿਹੜਾ ਬੰਦਾ ਜੈਨੂਇਨਲੀ ਸਾਡੇ ਕੰਮ ਕਰੇਗਾ, ਜਿਹੜਾ ਬੰਦਾ ਅੱਜ ਕਿਉਂ ਇੰਨੀ ਮਹਿੰਗੀ ਹੋ ਗਈ ਹੈ ਇਲੈਕਸ਼ਨ ਲੜਨਾ, ਕਿਉਂ 5 ਕਰੋੜ ਰੁਪਇਆ ਕਿਸੇ ਦਾ ਲਾਵੇ ਬਈ, ਕਿਉਂ ਨਹੀਂ ਬੰਦਾ, ਤੁਸੀਂ ਕਿਸੇ ਬੰਦੇ ਨੂੰ ਉਹਦੀ ਪਰਫਾਰਮੈਂਸ ਤੇ ਉਹਦੀ ਸ਼ਖਸੀਅਤ ਦੇ ਬੇਸ ਤੇ ਚੁਣੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਵੇਖੋ ਕਿੰਨਾ ਕਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਰਾ ਉਹਨਾਂ ਨੇ ਇੱਕੋ ਗੱਲ ਜਿਹੜੀ ਦੱਸੀ ਹੈ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਤੇ ਜਿਹੜਾ ਬੰਦਾ ਇਸ ਫਿਲਾਸਫੀ ਤੇ ਚੱਲਦਾ ਹੈ, ਜਨਤਾ ਨੂੰ ਉਹਦੇ ਨਾਲ ਖੜਨਾ ਚਾਹੀਦਾ ਹੈ। ਜਨਤਾ ਪਤਾ ਕੀ ਕਰਦੀ ਹੈ ਜੀ, ਮੈਂ ਤੁਹਾਨੂੰ ਦੱਸਦਾ, ਅਸੀਂ ਕੱਲ ਪਰਸੋਂ ਹੀ ਮੈਂ ਕਿਸੇ ਪ੍ਰੋਗਰਾਮ 'ਚ ਆ ਰਿਹਾ ਸੀ ਤੇ ਮੇਰਾ ਪੀਏ ਕਹਿਣ ਲੱਗਿਆ ਕਿ ਸਰ ਜਿੰਨਾ ਚਿਰ ਜਿਪਸੀ ਨਹੀਂ ਨਾ ਅੱਗੇ ਲੱਗਦੀ ਗਨਮੈਨਾਂ ਵਾਲੀ, ਤੇ ਉਨਾ ਚਿਰ ਨਾ ਆਪਣੀ ਟੌਰ ਨਹੀਂ ਬਣਦੀ ਤੇ ਲੋਕ ਆਪਾਂ ਨੂੰ ਨਾ ਉਨਾ ਹੀ ਜ਼ਿਆਦਾ। ਮੈਂ ਕਿਹਾ ਯਾਰ ਮੈਂ ਨਹੀਂ ਮੰਨਦਾ ਇਹ ਗੱਲ ਵੀ ਇਹ ਜਿਪਸੀਆਂ ਲਾਉਣੀਆਂ ਜ਼ਰੂਰੀ ਹੈ। ਆਪਾਂ ਜੋ ਗੱਲ ਕਰਦੇ ਆ ਉਹਨੂੰ ਸੁਣਨਾ ਜ਼ਰੂਰੀ ਹੈ, ਆਪਣੇ ਵਿਚਾਰ ਜ਼ਰੂਰੀ ਹੈ ਕਿ ਆਪਣੇ ਨਾਲ ਗਨਮੈਨ ਜ਼ਰੂਰੀ ਹੈ। ਕਹਿੰਦੇ ਨਹੀਂ ਜੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਇਹੀ ਚੱਲਦਾ ਹੈ। ਸੁਖਬੀਰ ਬਾਦਲ ਕਹਿੰਦੇ ਹੁਣ ਤੱਕ ਤਾਂ ਹੀ ਚੱਲੀ ਆਉਂਦਾ ਹੈ ਕਿਉਂ ਕਰਕੇ ਉਹਦੇ ਨਾਲ ਕੋਈ 200-250 ਸਿਕਿਉਰਿਟੀ ਵਾਲਾ ਹੁੰਦਾ ਹੈ, ਜਿੱਥੇ ਜਾਂਦਾ ਛਾਉਣੀ ਪੈ ਜਾਂਦੀ ਹੈ ਤੇ ਲੋਕ ਕਹਿੰਦੇ ਆਹਾ ਬੜੀ ਟੌਰ ਹੈ ਬਈ। ਤੇ ਮੈਂ ਕਹਿੰਦਾ ਵੀ ਲੋਕਾਂ ਨੂੰ ਹੁਣ ਮੈਚਿਓਰ ਹੋਣਾ ਚਾਹੀਦਾ ਹੈ, ਇਹ ਸਮਝਣਾ ਚਾਹੀਦਾ ਹੈ ਕਿ ਯਾਰ ਅਸੀਂ ਲੋਕਾਂ ਦੇ ਖਿਆਲਾਂ ਵਾਸਤੇ, ਵਿਚਾਰਾਂ ਵਾਸਤੇ ਵੋਟ ਕਰੀਏ। ਇਹ ਬੰਦਾ ਕੀ ਕਰਨ ਚਾਹ ਰਿਹਾ ਹੈ, ਇਹ ਕੀ ਕਰੂਗਾ ਕੱਲ ਨੂੰ ਬਣ ਕੇ। ਇਹ ਨਾ ਕਰੀਏ ਕਿ ਇਹ ਕਿੱਡਾ ਇਹਦੇ ਨਾਲ ਤਾਮਝਾਮ ਕਿੱਡਾ ਵੱਡਾ ਹੈ, ਜਾਂ ਇਹਦਾ ਮਤਲਬ ਕੀ ਕਿੰਨੇ ਕੁ ਪੈਸੇ ਆ ਇਹਦੇ ਕੋਲੇ। ਇਹ ਸਾਰੀਆਂ ਗੱਲਾਂ ਜਨਤਾ ਨੂੰ ਵੀ ਸਮਝਣੀਆਂ ਚਾਹੀਦੀਆਂ ਜੀ। ਬਾਈ ਜੀ, ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰ੍ਹਾਂ ਚੱਲ ਰਹੀਆਂ ਨੇ। ਮੈਂ ਥੋੜਾ ਜਿਹਾ ਪਰਸਨਲ ਸਵਾਲਾਂ ਤੇ ਆ ਜਾਂਦਾ ਕਿਉਂਕਿ ਰਾਜਨੀਤੀ ਦੀਆਂ ਗੱਲਾਂ ਥੋੜ੍ਹੀਆਂ ਆਪਾਂ ਡੂੰਘੀਆਂ ਕਰ ਲਈਆਂ। ਤੁਹਾਡਾ ਫੇਵਰੇਟ ਖਾਣਾ, ਮੈਨੂੰ ਪਤਾ ਲੱਗਿਆ ਤੁਸੀਂ ਘਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ, ਸਿਰਫ ਘਰੇ, ਬਾਹਰ ਦੀ ਤੁਸੀਂ ਰੋਟੀ ਘੱਟ ਪ੍ਰੈਫਰ ਕਰਦੇ ਹੋ। ਸੋ ਕੀ ਫੇਵਰੇਟ ਫੂਡ ਕੀ ਹੈ ਤੁਹਾਡਾ? ਦੇਖੋ ਮੇਰਾ ਜਿਹੜਾ ਫੇਵਰੇਟ ਫੂਡ ਹੈ ਨਾ ਜੀ, ਉਹ ਹੈ ਰਾਜਮਾ ਚੌਲ ਤੇ ਆਲੂ ਦੀ ਸਬਜ਼ੀ, ਸੁੱਕੇ ਆਲੂਆਂ ਦੀ। ਤੇ ਮੈਂ ਬਾਹਰ ਕਈ ਵਾਰ ਨਾ ਵਿਆਹ ਸ਼ਾਦੀ ਤੇ ਜਾਣਾ ਹੁੰਦਾ ਹੈ ਤਾਂ ਮੈਂ ਘਰੋਂ ਖਾ ਕੇ ਜਾਂਦਾ ਜੀ, ਕਿਉਂ ਕਰਕੇ ਮੈਨੂੰ ਜਿਹੜਾ ਜ਼ਿਆਦਾ ਮਸਾਲੇ ਵਾਲਾ ਔਰ ਜ਼ਿਆਦਾ ਬਣਿਆ ਉਹ ਚੰਗਾ ਨਹੀਂ ਲੱਗਦਾ। ਸੋ ਇਸ ਕਰਕੇ ਮੈਨੂੰ ਘਰ ਦਾ ਖਾਣਾ ਬਹੁਤ ਚੰਗਾ ਲੱਗਦਾ ਹੈ, ਸਿੰਪਲ ਖਾਣਾ, ਦਾਲ ਰੋਟੀ। ਔਰ ਮੇਰੀ ਇੱਕ, ਜਦੋਂ ਮੈਂ ਛੋਟਾ ਸੀ ਮੈਂ ਪਿੰਡ 'ਚ, ਮੈਂ ਜਿਹੜੀ ਉਹ ਤੰਦੂਰੀ ਰੋਟੀ ਤੇ ਚਿਪੜਾਂ ਦੀ ਚਟਨੀ ਤੇ ਨਾਲ ਉਹਦੇ ਕੋਈ ਬਣਾਇਆ ਹੋਵੇ, ਕੋਈ ਮਤਲਬ ਦਾਲ ਔਰ ਦਹੀਂ ਔਰ ਕੋਈ ਸਿੰਪਲ, ਮੈਨੂੰ ਤਾਂ ਉਹ ਬਹੁਤ ਵਧੀਆ ਲੱਗਦਾ ਹੈ ਕਿ ਸਬਜ਼ੀ ਹੋਵੇ ਕੋਈ। ਉਹ ਵੀ ਆਪਣੇ ਇਹ ਰਾਜਸਥਾਨ ਜੇ ਜਾਓ ਨਾ ਤੁਸੀਂ ਤਾਂ ਇੱਕ ਉਹਨਾਂ ਦੇ ਤੁੱਕਿਆਂ ਦੀ ਸਬਜ਼ੀ ਬਣਦੀ ਹੈ, ਜਿਹੜੇ ਉਹ ਆਪਾਂ ਦਰਖਤਾਂ ਤੇ ਤੁੱਕੇ ਜੇ ਲੱਗਦੇ ਆ ਉਹ ਤੋੜ ਕੇ, ਔਰ ਕੜੀ ਬੜੀ ਸਵਾਦ ਬਣਾਉਂਦੇ ਆ ਰਾਜਸਥਾਨ ਵਾਲੇ। ਤੇ ਮੈਨੂੰ ਉਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ। ਕੀ ਬਾਤ ਬਾਈ ਜੀ। ਸਵਾਲ ਮੈਂ ਇਸ ਕਰਕੇ ਪੁੱਛਿਆ ਘਰ ਦੇ ਖਾਣਿਆਂ ਦੇ ਬਾਰੇ, ਅਕਸਰ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਹੈਗਾ ਖੇਤੀਬਾੜੀ ਦਾ ਕਲਚਰ ਜਿਹੜਾ ਹੈਗਾ ਉਹ ਸਿਰਫ ਕਣਕ ਤੇ ਚੌਲਾਂ ਤੱਕ ਹੀ ਸੀਮਤ ਰਹਿ ਗਿਆ। ਬਾਕੀ ਰਵਾਇਤੀ ਫਸਲਾਂ ਜਿਹੜੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ। ਜੇਕਰ ਕੱਲ ਨੂੰ ਅਕਾਲੀ ਦਲ ਸੰਯੁਕਤ ਆਉਂਦਾ ਤਾਂ ਕੀ ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਕਰੋਗੇ ਕਿ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਖੇਤੀ ਹੋਵੇ? ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਦੇਖਿਆ ਅਕਸਰ ਮੂੰਗਫਲੀ ਵੀ ਅਸੀਂ ਦੇਖੀ ਆ, ਟਿੱਬੇ ਹੁੰਦੇ ਸੀ। ਹੁਣ ਤਾਂ ਟਿੱਬੇ ਰਹੀ ਨਹੀਂ ਪੰਜਾਬ ਦੇ ਵਿੱਚ ਕਿਤੇ। ਅੱਗੇ ਬਹੁਤ ਵੱਡੇ ਵੱਡੇ ਟਿੱਬੇ ਹੁੰਦੇ ਸੀ, ਮੂੰਗਫਲੀ ਲੱਗਦੀ ਹੁੰਦੀ ਸੀ, ਮੱਕੀ ਲੱਗਦੀ ਹੁੰਦੀ ਸੀ, ਸੂਰਜਮੁਖੀ ਲੱਗਦਾ ਹੁੰਦਾ ਸੀ, ਛੋਲੂਆ ਲੱਗਦਾ ਹੁੰਦਾ ਸੀ, ਮੂੰਗੀ ਦੀ ਦਾਲਾਂ ਲੱਗਦੀਆਂ ਸੀ, ਬਹੁਤ ਕੁਝ ਲੱਗਦਾ ਸੀ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਕੇ ਜਿੱਧਰ ਮਰਜ਼ੀ ਨਿਗਾਹ ਮਾਰ ਲਓ, ਜੇ ਕਣਕ ਦਾ ਸੀਜ਼ਨ ਆ ਕਣਕ ਹੀ ਦਿਖ ਰਹੀ ਆ, ਤੇ ਜੇ ਝੋਨੇ ਦਾ ਸੀਜ਼ਨ ਆ ਝੋਨਾ ਦਿਖੀ ਜਾਂਦਾ।
ਨਾ ਕਮਾਦ ਦਿਖਦੇ ਨੇ, ਨਾ ਮੱਕੀ ਦੇ ਉਹ ਦਿਖਦੇ ਨੇ, ਨਾ ਕੁਝ ਹੋਰ ਦਿਖਦਾ। ਪੰਜਾਬ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਕੀ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਨਹੀਂ ਕਰਨਾ ਚਾਹੀਦਾ? ਕਿਉਂਕਿ ਪੰਜਾਬ ਜਿਹੜਾ ਹੈਗਾ ਐਗਰੀਕਲਚਰ ਬੇਸਡ ਸੀਗਾ, ਇਹਨੂੰ ਇੰਡਸਟਰੀਅਲਾਈਜ਼ ਕਰ ਦਿੱਤਾ। ਤੁਸੀਂ ਕੀ ਸੋਚਦੇ ਹੋ? ਮੈਂ ਤੁਹਾਨੂੰ ਇਹੀ ਦੱਸਦਾ ਹੈ, ਦੇਖੋ ਜਿਹੜੀ ਪੰਜਾਬ ਸਰਕਾਰ ਹੈ ਨਾ, ਇਹਦੇ ਤੇ ਇੱਕ ਜ਼ਿੰਮੇਵਾਰੀ ਹੈ ਕਿ ਸਾਡੇ ਕਿਸਾਨ ਹਰ 6 ਮਹੀਨੇ ਬਾਅਦ 10-15 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਫਸਲ ਉਗਾਉਂਦੇ ਨੇ, ਉਹਦਾ ਰੇਟ ਚੰਗਾ ਹੋਵੇ। ਹੁਣ ਮੈਂ ਹੈਰਾਨ ਹਾਂ ਇੱਕ ਗੱਲ ਤੇ, ਹੁਣ ਸਰੋਂ ਦਾ ਰੇਟ ਇੰਨਾ ਵੱਧ ਗਿਆ, ਸਰੋਂ ਦੇ ਤੇਲ ਦੀ ਸ਼ੀਸ਼ੀ ਮੈਨੂੰ ਲੱਗਦਾ 200% ਵੱਧ ਗਿਆ ਉਹਦਾ ਭਾਅ। ਹੁਣ ਦੇਖੋ, ਜੇ ਸਰਕਾਰ ਐਡਵਾਈਜ਼ ਕਰੇ, ਜਿਹੜਾ ਐਗਰੀਕਲਚਰ ਯੂਨੀਵਰਸਿਟੀ ਹੈ ਉਹਦੇ ਮਾਹਰ ਆ ਕੇ, ਕਿਸਾਨ ਪਤਾ ਕੀ ਚਾਹੁੰਦਾ ਹੈ? ਕਿਸਾਨ ਚਾਹੁੰਦਾ ਅਸੀਂ ਫਸਲ ਬਦਲ ਵੀ ਦਿੰਨੇ ਆ, ਪਰ ਕੱਲ ਨੂੰ ਇਹ ਨਾ ਹੋਵੇ ਤੁਸੀਂ ਖਰੀਦੋ ਨਾ। ਕਿਸਾਨ ਕਿਉਂ ਕਣਕ ਤੇ ਝੋਨਾ ਲਾ ਰਿਹਾ ਹੈ? ਕਿਉਂ ਕਰਕੇ ਇਹ ਉਹਨੂੰ ਪਤਾ ਹੈ ਵੀ ਹਰ 6 ਮਹੀਨਿਆਂ ਬਾਅਦ ਸਰਕਾਰ ਚੱਕੂਗੀ। ਤੇ ਜੇ ਤੁਸੀਂ ਉਹਨੂੰ ਸ਼ੋਰਿਟੀ ਦੇ ਦਿਓ ਕਿ ਤੁਸੀਂ ਯਾਰ ਆ ਮੂੰਗੀ ਲਾ ਲਓ, ਦਾਲਾਂ ਦਾ ਰੇਟ ਇੰਟਰਨੈਸ਼ਨਲ ਮਾਰਕੀਟ 'ਚ ਵੱਧ ਰਿਹਾ ਹੈ, ਤੁਸੀਂ ਆ ਜਿਵੇਂ ਦੱਸਿਆ ਵੀ ਆ ਤੁਸੀਂ ਛੋਲੂਆ ਲਾ ਲਓ, ਤੁਸੀਂ ਟਮਾਟਰ ਜਾਂ ਸਬਜ਼ੀਆਂ ਲਾ ਲਓ, ਆਪਾਂ ਐਕਸਪੋਰਟ ਕਰ ਦਾਂਗੇ, ਆਪਾਂ ਬਾਹਰ ਭੇਜ ਦਾਂਗੇ। ਇਹ ਸਾਰੀ ਇੱਕ ਨਾ ਪਲੈਨਿੰਗ ਦੀ ਲੋੜ ਹੈ, ਜਿਹੜੀ ਕਿ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਉਹ ਗਾਈਡੈਂਸ ਹੀ ਨਹੀਂ ਮਿਲੀ ਜਿਹੜੀ ਮਿਲਣੀ ਚਾਹੀਦੀ ਹੈ। ਹੁਣ ਮੈਂ ਤੁਹਾਨੂੰ ਦੇਖਦਾ, ਤੁਹਾਡਾ ਨਿਊਜ਼ੀਲੈਂਡ ਇੰਨਾ ਸੋਹਣਾ, ਤੁਹਾਡਾ ਉੱਥੇ ਸ਼ੀਪ ਰੀਡਿੰਗ ਦਾ ਕੰਮ, ਜਿਹੜੀਆਂ ਸ਼ੀਪਸ ਨੂੰ ਉਹ ਕਰਦੇ ਨੇ, ਕਿੰਨੀ ਜਿਹੜੀ ਵੂਲ ਹੈ ਮੈਨੂੰ ਲੱਗਦਾ ਹੈ ਸਭ ਤੋਂ ਅੱਛੀ ਮੰਨੀ ਜਾਂਦੀ ਹੈ ਨਿਊਜ਼ੀਲੈਂਡ ਦੀ। ਮੈਂ ਇਹ ਦੱਸਦਾ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਵਧੀਆ ਐਗਰੀਕਲਚਰ ਦਾ ਹੋ ਸਕਦਾ ਹੈ, ਪਰ ਕਾਰਨ ਕੀ ਹੈ? ਇਹ ਸਿਰਫ ਕੁਝ ਕੁ ਲੋਕ ਆਪਦੇ ਕੋਲ ਟੈਕਨੋਲੋਜੀ ਰੱਖਦੇ ਨੇ। ਜਿਵੇਂ ਇੱਕ ਸੁਨਾਮ ਦੇ ਵਿੱਚ ਸੀ, ਉਹ ਮਿਰਚਾਂ ਲਾਉਂਦੇ ਹੁੰਦੇ ਸੀ, ਉਹ ਮਿਰਚਾਂ ਦੇ ਹੀ ਇੰਨੇ ਕਾਮਯਾਬ ਹੋ ਗਏ। ਮੈਂ ਸਪੈਸ਼ਲ ਉਹਨਾਂ ਦੇ ਕੋਲ ਚੱਲ ਕੇ ਗਿਆ ਔਰ ਉਹਨਾਂ ਨੇ ਮੈਨੂੰ ਮੇਰੇ ਵੀ ਆ ਕੇ 1 ਕਿੱਲਾ ਮਿਰਚਾਂ ਦਾ ਲਾਇਆ, ਬੜਾ ਅੱਛਾ ਸਾਡਾ ਉਹਦੇ ਕਮਾਈ ਵੀ ਅੱਛੀ ਹੋਈ ਹੋਰ। ਲੇਕਿਨ ਮੈਂ ਚਾਹੁੰਦਾ ਕਿ ਜੇ ਵੱਡੇ ਸਕੇਲ ਤੇ ਸਰਕਾਰੀ ਤੰਤਰ ਪਿੱਛੇ ਖੜਾ ਹੋਵੇ ਕਿ ਕਿਸਾਨ ਨੂੰ ਕਵੇ ਤੂੰ ਘਬਰਾ ਨਾ, ਅਸੀਂ ਖੜੇ ਆ, ਜੇ ਤੇਰਾ ਨਾ ਵੀ ਤੇ ਤੋਂ ਪ੍ਰੋਪਰਲੀ ਉੱਗਿਆ, ਨਾ ਵੀ ਤੇਰੀ ਬੰਪਰ ਫਸਲ ਹੋਈ, ਅਸੀਂ ਚੱਕਾਂਗੇ। ਜੇ ਤੇਰਾ ਝਾੜ ਘੱਟ ਰਹਿ ਗਿਆ, ਅਸੀਂ ਕੰਪਨਸੇਟ ਕਰਾਂਗੇ। ਮਤਲਬ ਇੱਕ ਲੋੜ ਹੈ ਵਿਲ ਪਾਵਰ ਦੀ। ਉਹ ਹੁਣ ਜਿਹੜੇ ਤੁਸੀਂ ਟਿੱਬਿਆਂ ਦੀ ਗੱਲ ਕਰਦੇ ਹੋ, ਤਾਂ ਰੇਤਾ ਚੱਕ ਕੇ ਮਜੀਠੀਏ ਨੇ ਉੱਥੇ ਟੋਏ ਪਾ ਤੇ ਡੂੰਘੇ। ਮੈਨੂੰ ਲੱਗਦਾ ਇਹ ਨਾ ਹੋਵੇ ਇੱਕ ਦਿਨ ਟੋਏ ਵਿੱਚ ਵੜੀਏ ਤੇ ਨਿਕਲ ਆਈਏ ਨਿਊਜ਼ੀਲੈਂਡ ਤੇ ਦੂਜੇ ਪਾਸੇ ਇੰਨੀ ਮਿੱਟੀ ਚੱਕ ਵੇਚਤੀ, ਇੰਨਾ ਰੇਤਾ ਵੇਚਤਾ ਕਿ ਹੈਰਾਨੀ ਦੀ ਗੱਲ ਹੈ। ਜਿਹੜੀ ਚੀਜ਼ ਫ੍ਰੀ ਹੁੰਦੀ ਸੀ, ਜਦੋਂ ਬੰਦਾ ਕੰਸਟਰਕਸ਼ਨ ਕਰਦਾ ਸੀ ਤਾਂ ਲੋਕ ਕਹਿੰਦੇ ਯਾਰ ਲੈ ਜਾ, ਚੱਕ ਕੇ ਲੈ ਜਾ, ਆਪਦੀ ਟਰਾਲੀ ਲੈ, ਰੇਤਾ ਜਿੰਨਾ ਮਰਜ਼ੀ ਲੈ ਜਾ। ਤੇ ਅੱਜ ਕੱਲ ਟਿੱਪਰ ਦਾ ਕੀ ਰੇਟ ਹੋ ਗਿਆ? ਹੁਣ 28,000 ਰੁਪਇਆ ਇੱਕ ਟਰੱਕ ਦਾ ਰੇਤੇ ਦਾ। ਜੀ ਨਹੀਂ, ਮੈਂ ਸਮਝ ਸਕਦਾ, ਕਿਉਂਕਿ ਜਦੋਂ ਅਸੀਂ ਕੋਠੀ ਪਾਈ ਸੀ, ਸਾਨੂੰ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੇ ਇੱਥੇ ਚਕਾਤੀ ਸੀ, ਕਹਿੰਦੇ ਭਾਈ ਸਾਡੇ ਟਿੱਬਾ ਹੈਗਾ, ਸਾਡੇ ਕੋਲ ਲੈ ਜਾਓ, ਸਾਡੇ ਕੋਲ ਲੈ ਜਾਓ। ਭਾਰਤ ਵਾਲਾ ਪਾਤਾ। ਆਂਢ ਗੁਆਂਢ ਵਾਲੇ ਕਹਿਣ ਲੱਗੇ, ਕਹਿੰਦੇ ਗੁਰਦੁਆਰਾ ਪਾਉਣਾ, ਇੰਨਾ ਚੱਕੀ ਜਾਂਦੇ ਹੋ। ਸੋ ਉਹ ਚੀਜ਼ਾਂ ਖਤਮ ਹੋ ਗਈਆਂ। ਹੁਣ ਨਹੀਂ ਟਿੱਬਾ ਲੱਭਣਾ। ਬਾਈ ਜੀ, ਤੁਸੀਂ ਗੱਲ ਕੀਤੀ ਆ ਕਿ ਸਾਨੂੰ ਜਿਹੜਾ ਹੈਗਾ ਇਹ ਚੀਜ਼ਾਂ ਦੇ ਬਾਰੇ ਉਹ ਕਰਨ ਦੀ ਲੋੜ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਜਿਹੜੀ ਬਿਊਰੋਕ੍ਰੇਸੀ ਹੈ, ਖਾਸ ਕਰਕੇ ਜਿਹੜਾ ਸਾਡਾ ਢਾਂਚਾ ਹੈ ਜਿਹੜਾ ਮੇਨ, ਕਿਉਂਕਿ ਲੀਡਰ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਜਦ ਤੱਕ ਲੀਡਰ ਆਪਣੇ ਆਪ ਨੂੰ ਇੰਨੇ ਸਥਿਰ ਨਹੀਂ ਕਰ ਲੈਂਦੇ ਕਿ ਉਹਨਾਂ ਦੇ ਮੁਕਾਬਲੇ ਚਾਹੇ ਕੋਈ ਮਰਜ਼ੀ ਖੜਾ ਹੋ ਜੇ, ਜੇ ਉਹਨਾਂ ਨੇ ਇਲਾਕੇ 'ਚ ਕੰਮ ਕੀਤਾ ਹੋਇਆ ਤਾਂ ਲੋਕ ਉਹਨਾਂ ਨੂੰ ਜਿਤਾਉਣ। ਜੇ ਤੁਹਾਨੂੰ ਯਾਦ ਹੋਵੇ, 90 ਦੇ ਵਿੱਚ ਸਰਦਾਰ ਗੁਰਦਰਸ਼ਨ ਸਿੰਘ ਜੀ ਹੁੰਦੇ ਸੀ। ਹਾਂ, ਹੁੰਦੇ ਸੀ। ਬਹੁਤ ਵਧੀਆ ਲੀਡਰ ਸੀ, ਭਾਵੇਂ ਉਹ ਕਾਂਗਰਸ ਦੇ ਲੀਡਰ ਸੀ, ਪਰ ਉਹ ਬਹੁਤ ਸਾਲ ਬਿਨਾਂ ਕਿਸੇ ਉਹਦੇ ਤੋਂ ਜਿੱਤਦੇ ਰਹੇ ਨੇ। ਤੇ ਰਾਜਾ ਨਰਿੰਦਰ ਸਿੰਘ ਨਾਭੇ ਤੋਂ ਹੁੰਦੇ ਸੀ, ਉਹ ਵੀ ਇੱਕ ਬੜੇ ਚੰਗੇ ਲੀਡਰ ਸੀ, ਪਰ ਉਹ ਕਦੇ ਜਿੱਤੇ ਨਹੀਂ ਸੀ ਜਿੰਨਾ ਚਿਰ ਗੁਰਦਰਸ਼ਨ ਸਿੰਘ ਜੀ ਰਹੇ ਨੇ। ਤੇ ਗੁਰਦਰਸ਼ਨ ਸਿੰਘ ਜੀ ਬਹੁਤ ਦੇਰ ਤੱਕ ਜਿੱਤਦੇ ਰਹੇ ਨੇ ਬਿਨਾਂ ਕਿਸੇ ਵਿਰੋਧ ਤੋਂ।
ਪਰ ਕਿਤੇ ਆ ਬਿਲਕੁਲ ਕੇ 84 ਤੋਂ ਬਾਅਦ ਮੇਰਾ ਖਿਆਲ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਦਾ ਪੋਲੀਟੀਕਲ ਕੈਰੀਅਰ ਜਿਹੜਾ ਸੀਗਾ ਨੀਚੇ ਆਉਣ ਵੱਲ ਗਿਰ ਗਿਆ ਸੀ, ਕਿਉਂਕਿ ਬਹੁਤ ਵੱਡੀ ਮੰਦਭਾਗੀ ਘਟਨਾ ਕਾਂਗਰਸ ਸਰਕਾਰ ਵੱਲੋਂ ਬਹੁਤ ਵੱਡਾ ਜਿਹੜਾ ਸੀਗਾ ਸਟੈਪ ਲਿਆ ਗਿਆ, ਜਿਹਦੇ ਕਰਕੇ ਹਾਂ ਬਹੁਤ ਸਾਰੇ ਲੀਡਰ, ਦਿੱਗਜ ਲੀਡਰਾਂ ਨੂੰ ਘਾਟਾ ਪਿਆ। ਹਾਂ ਕੀ ਸਾਨੂੰ ਅਜਿਹੇ ਲੀਡਰ ਨਹੀਂ ਖੜੇ ਕਰਨੇ ਚਾਹੀਦੇ ਜਿਹੜੇ ਕਿ ਪੰਜਾਬ ਦਾ ਜਿਹੜਾ ਜਿੰਨੇ ਵੀ ਨੌਕਰੀਆਂ ਆ ਰਹੀਆਂ ਨੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ, ਉਹਨਾਂ ਦੇ ਲਈ ਇੱਕ ਕੰਡੀਸ਼ਨ ਬਣ ਜੇ ਕਿ ਭਾਈ ਪੈਸਾ ਨਹੀਂ ਦੇਣਾ, ਉਹਨਾਂ ਨੂੰ ਕਾਬਲੀਅਤ ਦੇ ਆਧਾਰ ਤੇ ਦਿੱਤਾ ਜਾਊ, ਕਿਉਂਕਿ ਜੇਕਰ ਇਮਾਨਦਾਰ ਅਫਸਰ ਕੁਰਸੀ ਤੇ ਬੈਠਾ ਹੋਊਗਾ ਤਾਂ ਨੈਚੁਰਲ ਦੀ ਗੱਲ ਹੈ, ਜੋ ਪੈਸਾ ਦੇ ਕੇ ਨਹੀਂ ਆਇਆ ਤਾਂ ਉਹ ਪੈਸਾ ਮੰਗੂਗਾ ਵੀ ਨਹੀਂ ਕਿਸੇ ਤੋਂ। ਤੁਸੀਂ ਕੀ ਸੋਚਦੇ ਹੋ ਇਸ ਬਿਲਕੁਲ ਦੇ ਬਾਰੇ? ਮੈਂ ਬਿਲਕੁਲ ਤੁਹਾਡੇ ਨਾਲ ਇਤਫਾਕ ਰੱਖਦਾ ਹਾਂ ਕਿ ਜਿਹੜਾ ਬੰਦਾ ਇਮਾਨਦਾਰੀ ਨਾਲ ਚੁਣਿਆ ਜਾਂਦਾ ਹੈ ਨਾ, ਉਹ ਫਿਰ ਅੱਗੇ ਵੀ ਇਮਾਨਦਾਰ ਲੋਕਾਂ ਨੂੰ ਚੁਣਦਾ ਹੈ। ਜਿਹੜਾ ਬੰਦਾ 50 ਲੱਖ 80 ਲੱਖ ਦੇ ਕੇ ਤੇ ਪੀਪੀਐਸਸੀ ਚੋਂ ਨਿਕਲਦਾ ਹੈ, ਪੀਸੀਐਸ ਅਫਸਰ ਬਣ ਕੇ ਜਾਂ ਡੀਐਸਪੀ ਬਣ ਕੇ, ਉਹਨੇ ਤਾਂ ਫਿਰ ਉਹ ਵੀ ਪੂਰੇ ਕਰਨੇ ਆ ਵਿਆਜ ਸਮੇਤ, ਤੇ ਨਾਲੇ ਫਿਰ 10 ਗੁਣਾ ਹੋਰ ਕਮਾਉਣੇ ਆ। ਉਹ ਤਾਂ ਬਿਨਾਂ ਪੈਸੇ ਤੇ ਉਹਨੇ ਕੋਈ ਕੰਮ ਕਰਨਾ ਨਹੀਂ। ਔਰ ਫਿਰ ਲੀਡਰ ਵੀ ਇਹੋ ਜਿਹੇ ਆ ਜਿਹੜੇ ਕਹਿੰਦੇ ਆ ਵੀ ਚੰਗਾ ਸਾਡਾ ਹਿੱਸਾ ਕੀ ਆ ਉਹ ਦੱਸ। ਪੰਜਾਬ ਦਾ ਐਨਵੀਜੀ ਪੱਠਾ ਬੈਠ ਚੁੱਕਾ ਹੈ ਇਸ ਟਾਈਮ ਤੇ, ਬੁਰਾ ਹਾਲ ਹੋ ਗਿਆ। ਕਿਹੜੀ ਚੀਜ਼ ਹੈ ਜਿਹੜੀ ਵਿਕਾਊ ਨਹੀਂ? ਸਾਰੇ ਮੈਂ ਤੁਹਾਨੂੰ ਦੱਸਦਾ, ਅਫਸਰ ਸ਼ਾਹੀ ਵਿਕਾਊ, ਈਵਨ ਜੁਡੀਸ਼ਰੀ ਦਾ ਬੁਰਾ ਹਾਲ ਹੋ ਗਿਆ। ਮੈਂ ਜੁਡੀਸ਼ਰੀ ਤੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਐਸੇ ਫੈਸਲੇ ਹੋ ਰਹੇ ਨੇ ਜਿਹੜੇ ਹੈਰਾਨ ਕਰ ਰਹੇ ਨੇ। ਆ ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਇਹ ਕਹਿ ਕੇ ਕਰਤਾ ਵੀ ਇਹਦੇ ਤੇ ਕੋਈ ਪਰਚਾ ਨਹੀਂ ਦਰਜ ਹੋ ਸਕਦਾ ਜਦ ਤੱਕ ਇਲੈਕਸ਼ਨ ਨਹੀਂ ਹੋ ਜਾਂਦੇ। ਦੱਸੋ ਇਹੋ ਜੀ ਬਲੈਂਕੇਟ ਪ੍ਰੋਟੈਕਸ਼ਨ ਕਦੇ ਮਿਲੀ ਕਿਸੇ ਨੂੰ? ਬਹੁਤ ਕੋਈ ਮੈਂ ਫੈਸਲਾ ਜੀ ਨਹੀਂ, ਬਹੁਤ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਓਹਲਾ ਰੱਖਿਆ ਜਾ ਰਿਹਾ, ਬਹੁਤ ਚੀਜ਼ਾਂ ਦਾ ਉਹ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਜਿਹੜਾ ਹੈਗਾ ਆਮ ਆਦਮੀ ਜਿਹੜਾ ਹੈਗਾ ਉਹਨੂੰ ਇਗਨੋਰ ਕਰਕੇ ਜਿਹੜਾ ਅੱਗੇ ਕੀਤਾ ਗਿਆ। ਪਰ ਜੇਕਰ ਇਸ ਵਾਰ ਵੀ ਲੋਕ ਨਹੀਂ ਜਾਗਦੇ ਪੰਜਾਬ ਦੇ, ਕਿਉਂਕਿ ਮੈਂ ਬਹੁਤ ਵਾਰ ਦੇਖਿਆ ਬਹੁਤ ਸਾਰੀਆਂ ਪਾਰਟੀਆਂ, ਅਕਾਲੀ ਦਲ ਤੋਂ ਸਮੇਂ-ਸਮੇਂ ਸਿਰ ਬਹੁਤ ਸਾਰੇ ਲੀਡਰ ਟੁੱਟੇ ਨੇ, ਉਹਨਾਂ ਨੇ ਆਪਣੀਆਂ ਵੱਖਰੀਆਂ ਪਾਰਟੀਆਂ ਵੀ ਖੜੀਆਂ ਕੀਤੀਆਂ ਨੇ। ਤਾਂ ਤੁਸੀਂ ਕੀ ਮੰਨਦੇ ਹੋ ਕਿ ਉਹ ਪਾਰਟੀਆਂ ਕਿਉਂ ਨਹੀਂ ਸਕਸੈਸਫੁਲ ਹੋਈਆਂ? ਕਿਉਂਕਿ ਹੁਣ ਤੁਸੀਂ ਵੀ ਇੱਕ ਨਵੀਂ ਪਾਰਟੀ ਦੇ ਰੂਪ ਦੇ ਵਿੱਚ ਗੱਠਜੋੜ ਦੇ ਵਿੱਚ ਆਏ ਹੋ, ਕਾਫੀ ਸਾਰੇ ਲੀਡਰ ਇਕੱਠੇ ਹੋਏ ਨੇ। ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕੀ ਅਜਿਹੀਆਂ ਚੀਜ਼ਾਂ ਰੱਖੀਆਂ ਜਾਣੀਆਂ ਚਾਹੀਦੀਆਂ ਨੇ? ਦੇਖੋ, ਮੇਰਾ ਖਿਆਲ ਜੀ। ਲਿੰਕ ਟੁੱਟੇ। ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ, ਆਵਾਜ਼ ਆ ਰਹੀ ਹੈ ਜੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਇਹ ਗਲਤ ਹੈ, ਇਹ ਧਾਰਨਾ ਗਲਤ ਹੈ ਕਿ ਜਿਹੜੇ ਲੀਡਰ ਟੁੱਟ ਕੇ ਪਾਰਟੀਆਂ ਬਣਾਉਂਦੇ ਹੈ ਉਹ ਕਾਮਯਾਬ ਨਹੀਂ ਹੁੰਦੇ। ਤੁਸੀਂ ਖੁਦ ਵੇਖੋ, ਬਾਦਲ, ਪ੍ਰਕਾਸ਼ ਸਿੰਘ ਬਾਦਲ ਟੁੱਟ ਕੇ ਬਾਦਲ ਦਲ ਬਣਾਇਆ ਹੈ। ਅਸਲੀ ਅਕਾਲੀ ਦਲ ਦੇ ਪ੍ਰਧਾਨ ਤਾਂ ਬਰਨਾਲਾ ਸਾਹਿਬ ਸੀ। ਉਹਨਾਂ ਕੋਲੇ ਸਿੰਬਲ, ਤੱਕੜੀ ਵਾਲਾ ਸਿੰਬਲ ਬਰਨਾਲਾ ਸਾਹਿਬ ਕੋਲੇ ਸੀ। ਇਹ ਬਾਦਲ ਦਲ ਟੁੱਟ ਕੇ ਇਹ ਬਾਈ ਇਲੈਕਸ਼ਨ ਲੜੇ ਆ ਇਹਨਾਂ ਨੇ, ਔਰ ਉਹਨਾਂ 2 ਬਾਈ ਇਲੈਕਸ਼ਨਾਂ ਚੋਂ ਇੱਕ 'ਚ ਜਿੱਤੇ ਆ। ਔਰ ਉਸ ਤੋਂ ਬਾਅਦ ਗਿੱਦੜਬਾਹ ਬਾਈ ਇਲੈਕਸ਼ਨ ਆ ਗਿਆ 95 ਦਾ, ਔਰ 97 'ਚ ਇਹਨਾਂ ਨੇ ਸਰਕਾਰ ਬਣਾਈ ਹੈ। ਇਹ ਜੇ ਬਾਦਲ ਆਪ ਕਾਮਯਾਬ ਨਹੀਂ ਹੋਇਆ ਤੇ ਦੂਜੇ ਕਿਉਂ ਨਹੀਂ ਹੋ ਸਕਦੇ? ਜਦੋਂ ਤੁਸੀਂ ਇਹਨਾਂ ਵਰਗਾ ਬਣਨਾ ਚਾਹੁੰਦੇ ਹੋ ਨਾ, ਉਦੋਂ ਤੁਸੀਂ ਫੇਲ ਹੁੰਦੇ ਹੋ। ਤੁਸੀਂ ਇਹਨਾਂ ਤੋਂ ਅਲੱਗ ਬਣ ਕੇ ਦਿਖਾਓ ਲੋਕਾਂ ਨੂੰ। ਲੋਕਾਂ ਨੂੰ ਇਹ ਹੋਵੇ ਕਿ ਹਾਂ ਇਹ ਅਲੱਗ ਨੇ। ਲੋਕ ਹੁਣ ਇਹ ਸਮਝਦੇ ਨੇ ਕਿ ਯਾਰ ਇਹ ਵੀ ਤਾਂ ਇੰਨਾ ਚਿਰ ਨਾਲ ਹੀ ਰਹੇ ਨੇ। ਜਿਹੜੀ ਚੀਜ਼ ਸਾਨੂੰ ਹਿੱਟ ਕਰ ਜਾਂਦੀ ਹੈ ਨਾ ਜੀ, ਉਹ ਇਹ ਕਰ ਜਾਂਦੀ ਹੈ ਕਿ ਇਹ ਵੀ ਉਹਨਾਂ ਦਾ ਹਿੱਸਾ ਹੀ ਨੇ ਔਰ ਇਹ ਵਾਪਸ ਉਹਨਾਂ ਨਾਲ ਹੀ ਚਲੇ ਜਾਣਗੇ। ਇਹ ਚੀਜ਼ ਸਾਨੂੰ ਡੈਮੇਜ ਕਰਦੀ ਹੈ। ਅਸੀਂ ਓਪਨਲੀ, ਮੈਂ ਕਈ ਥਾਵਾਂ ਤੇ ਕਿਹਾ ਹੈ ਕਿ ਮੈਂ ਛੱਡਿਆ, ਜਮਾ ਨਾ ਕੁਛ ਬਣੇ ਰਾਜਨੀਤੀ ਵਿੱਚ, ਫਿਰ ਵੀ ਮੈਂ ਥੁੱਕ ਕੇ ਨਹੀਂ ਚੱਟੂਗਾ, ਚਾਹੇ ਕੱਖ ਨਾ ਰਵੇ। ਤੇ ਸੋ ਮੈਂ ਤੁਹਾਨੂੰ ਇਹ ਦੱਸਦਾ, ਕ੍ਰੈਡੀਬਲ ਲੋਕ ਸਟੈਂਡ ਲੈ ਕੇ ਖੜਨ ਤੇ ਕਿਉਂ ਨਹੀਂ ਯਾਰ ਆਪਾਂ ਕਾਮਯਾਬ ਹੋ ਸਕਦੇ? ਲੋਕਾਂ ਦੀ ਸੇਵਾ ਹੈ, ਖੁੱਲਾ ਮੈਦਾਨ ਪਿਆ, ਜਿਹੜਾ ਵੱਧ ਮਿਹਨਤ ਕਰ ਲੂਗਾ, ਵੱਧ ਲੋਕਾਂ ਦਾ ਮਨ ਜਿੱਤੂਗਾ, ਉਹੀ ਕਾਮਯਾਬ ਹੋ। ਹਾਂ, ਪੈਸੇ ਦੀ ਜ਼ਰੂਰ ਇਹ ਦੁਰਵਰਤੋਂ ਕਰਦੇ ਨੇ। ਇਹ ਲੋਕਾਂ ਦੇ ਵਿੱਚੋਂ ਹੀ ਇਹਨਾਂ ਨੇ ਪੈਸਾ ਕਮਾਇਆ ਹੈ। ਸੁਖਬੀਰ ਬਾਦਲ ਕੋਲ ਕਰੋੜਾਂ ਰੁਪਏ ਕਿੱਥੋਂ ਆਏ ਹੈ? ਇਹ ਸਾਰੇ ਇੱਥੋਂ ਹੀ, ਜਿਹੜੇ
ਬਿਜ਼ਨਸ ਕੋਈ ਇਹੋ ਜਿਹਾ ਨਹੀਂ ਸੀ ਹੁੰਦਾ ਜਿਹੜਾ ਬਿਨਾਂ ਪੈਸਾ ਲਏ ਉਹਨੂੰ ਲਾਇਸੈਂਸ ਦੇ ਦਿਓ। ਜੇ ਕੋਈ ਕਲੋਨੀ ਬਣਾਉਣੀ ਹੈ ਤਾਂ ਉਹਦੇ 'ਚ ਹਿੱਸਾ ਪਾਉਣਾ ਹੈ, ਜੇ ਕੋਈ ਮੈਨੂਫੈਕਚਰਿੰਗ ਪਲਾਂਟ ਲੱਗਣਾ ਹੈ ਤਾਂ ਉਹਦੇ 'ਚ ਹਿੱਸਾ ਪਾਉਣਾ ਹੈ। ਹੁਣ ਅਰਬਾਂ ਰੁਪਈਆ ਇਕੱਠਾ ਕਰ ਲਿਆ। ਹੁਣ ਕੀ ਹੈ ਕਿ ਜੇ ਮੈਂ ਇੱਥੇ ਮੈਂ ਮੋਹਾਲੀ ਤੋਂ ਇਲੈਕਸ਼ਨ 'ਚ ਲੜਦਾ ਹੈ, ਉਹਨਾਂ ਨੇ ਆਪਣਾ ਸਾਰਾ ਪੈਸਾ ਮੈਨੂੰ ਹਰਾਉਣ 'ਤੇ ਲਾ ਦੇਣਾ ਹੈ। ਉਹਨਾਂ ਨੂੰ ਇਹ ਕੋਈ ਨਹੀਂ ਵੀ ਕਾਂਗਰਸ ਜਿੱਤ ਜੇ ਜਾਂ ਕੋਈ ਹੋਰ ਜਿੱਤ ਜੇ, ਉਹਨਾਂ ਨੂੰ ਇਹ ਹੈ ਕਿ ਇਹਨੂੰ ਨਹੀਂ ਜਿੱਤਣ ਦੇਣਾ। ਤੇ ਇੱਕ ਕਮੈਂਟ ਆਇਆ ਬਾਈ ਜੀ, ਤੁਸੀਂ ਮੋਹਾਲੀ ਦੀ ਗੱਲ ਕੀਤੀ ਹੈ, ਇੱਕ ਕਮੈਂਟ ਆਇਆ, ਮੈਨੂੰ ਲੱਗ ਰਿਹਾ ਸ਼ਾਇਦ ਉਹ ਮੋਹਾਲੀ ਤੋਂ ਨੇ। ਉਹਨਾਂ ਨੇ ਕਿਹਾ ਬਾਈ ਜੀ ਤੁਸੀਂ ਮੋਹਾਲੀ ਤੋਂ ਇਲੈਕਸ਼ਨ ਲੜੋ, ਮੋਹਾਲੀ ਤੁਹਾਡੇ ਨਾਲ ਹੈ। ਵਾਹਿਗੁਰੂ, ਬਸ ਸੱਚੇ ਪਾਤਸ਼ਾਹ, ਅਸੀਂ ਤਾਂ ਇਹੀ ਚਾਹੁੰਦੇ ਹਾਂ ਇਸ ਵਾਰ ਕਿ ਇਲੈਕਸ਼ਨ ਅਸੀਂ ਮੋਹਾਲੀਓਂ ਲੜਨ। ਮੇਰਾ ਮਨ ਦੀ ਰੀਝ ਹੈ ਇਹ, ਔਰ ਮੈਂ ਕੰਮ ਵੀ ਸ਼ੁਰੂ ਕੀਤਾ ਹੈ। ਬਾਕੀ ਸੱਚੇ ਪਾਤਸ਼ਾਹ ਨੂੰ ਪਤਾ ਹੈ ਕੀ ਹੋਣਾ ਕੀ ਨਹੀਂ। ਤੇ ਮੈਂ ਕਮੈਂਟ ਸਕਰੋਲ ਕਰ ਰਿਹਾ, ਮੈਂ ਦੇਖ ਰਿਹਾ ਕਿਹਦਾ ਕਮੈਂਟ ਸੀਗਾ। ਉਹ ਕਾਫੀ ਪਹਿਲਾਂ ਆਇਆ ਸੀ ਕਮੈਂਟ, ਤੇ ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਮੋਹਾਲੀ ਤੋਂ ਇਲੈਕਸ਼ਨ ਲੜੋ, ਮੋਹਾਲੀ ਅਸੀਂ ਤੁਹਾਡੇ ਨਾਲ ਆ। ਸੋ ਬਾਈ, ਜਿੱਥੇ ਗੱਲ ਹੋ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਮੈਂ ਥੋੜਾ ਜਿਹਾ ਹੁਣ ਰਵਾਇਤੀ ਲੀਡਰਸ ਵੱਲ ਆਉਣਾ। ਸਿੱਧੂ ਸਾਹਿਬ ਨੇ, ਨਵਜੋਤ ਸਿੰਘ ਹਾਂਜੀ, ਸਿੱਧੂ ਨੇ, ਪਹਿਲਾਂ ਅਕਾਲੀ ਦਲ 'ਚ ਸੀ, ਬੀਜੇਪੀ 'ਚ ਸੀ, ਉਹ ਛੜੱਪੇ ਮਾਰਦੇ ਫਿਰ ਰਹੇ ਨੇ। ਤੁਸੀਂ ਉਹਨਾਂ ਦੇ ਬਾਰੇ ਕੀ ਸੋਚਦੇ ਹੋ, ਕਿ ਕੀ ਮੈਂ ਅਜਿਹੇ ਮੈਂ ਲੀਡਰਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਮੇਰੇ ਮਨ 'ਚ ਬੜੀ ਰਿਸਪੈਕਟ ਹੁੰਦੀ ਸੀ ਸਿੱਧੂ ਸਾਹਿਬ ਵਾਸਤੇ। ਮੈਂ ਜੀ। ਬਹੁਤ ਉਹਨਾਂ ਦਾ ਸਤਿਕਾਰ ਕਰਦਾ ਸੀ। ਪਰ ਮੈਂ ਉਹਨਾਂ 'ਚ 2 ਚੀਜ਼ਾਂ ਦੇਖੀਆਂ ਤੇ ਮੇਰਾ ਬਿਲਕੁਲ ਮੋਹ ਭੰਗ ਹੋ ਗਿਆ। ਪਹਿਲੀ ਚੀਜ਼ ਮੈਂ ਇਹ ਦੇਖੀ ਕਿ ਸਿੱਧੂ ਸਾਹਿਬ ਤਾਂ ਸੁਣਦੇ ਹੀ ਨਹੀਂ। ਜਿਹੜਾ ਬੰਦਾ ਜੀ। ਅੱਛਾ ਸੁਣਨ ਵਾਲਾ ਨਹੀਂ, ਉਹ ਇੱਕ ਚੰਗਾ ਲੀਡਰ ਕਦੇ ਨਹੀਂ ਬਣ ਸਕਦਾ। ਸਿੱਧੂ ਜੀ। ਸਾਹਿਬ ਨੂੰ ਆਦਤ ਹੈ ਆਪਣੀ ਗੱਲ ਕਹਿ ਕੇ ਅੱਗੇ ਤੁਰ ਜਾਂਦੇ ਨੇ। ਉਹ ਦੂਸਰੇ ਹੈਲੋ। ਹਾਂਜੀ ਹਾਂਜੀ, ਆ ਰਹੀ ਹੈ ਆਵਾਜ਼, ਆ ਰਹੀ ਹੈ। ਅੱਛਾ, ਤੇ ਇਹ ਦੂਸਰੀ ਗੱਲ ਇਹ ਹੈ ਜੀ ਕਿ ਸਿੱਧੂ ਸਾਹਿਬ ਜਦੋਂ ਦੇ ਕਾਂਗਰਸ ਦੇ ਪ੍ਰਧਾਨ ਬਣ ਗਏ, ਇਹਨਾਂ ਨੇ ਜਮਾਂ ਹੀ ਚੁੱਪ ਕਰਕੇ ਬੈਠ ਕੇ ਪਹਿਲਾਂ ਇੰਨਾ ਅਲਖ ਜਗਾਤੀ ਲੋਕਾਂ ਦੀ ਕਿ ਸਿੱਧੂ ਕੁਝ ਕਰੂਗਾ, ਕੁਝ ਕਰੂਗਾ, ਕੁਝ ਕਰੂਗਾ। ਤੇ ਜਦੋਂ ਜੀ। ਸਿੱਧੂ ਨੂੰ ਪਦਵੀ ਮਿਲ ਗਈ ਤੇ ਸਿੱਧੂ ਠੁੱਸ ਹੋ ਕੇ ਬਹਿ ਗਿਆ। ਮੈਂ ਤਾਂ ਇਹ ਸਮਝਦਾ ਇੱਕ ਟਾਈਮ ਸੀ ਜਦੋਂ ਲੋਕ ਕਹਿੰਦੇ ਸੀ ਜਿੱਧਰ ਸਿੱਧੂ ਉੱਥੇ ਹੀ ਸਰਕਾਰ। ਜੀ। ਲੇਕਿਨ ਅੱਜ ਦੀ ਡੇਟ ਵਿੱਚ ਜੋ ਕੰਪਰੋਮਾਈਜ਼ ਸਿੱਧੂ ਸਾਹਿਬ ਨੇ ਕੀਤੇ ਹੈ, ਮੈਨੂੰ ਬਿਲਕੁਲ ਵੀ ਆਸ ਨਹੀਂ। ਉਹ ਬਹੁਤ ਲੋਕਾਂ ਦੇ ਮਨਾਂ ਦੇ ਵਿੱਚੋਂ ਉਹ ਲੈ ਗਏ ਨੇ ਹੁਣ। ਭਾਜੀ, ਇੱਕ ਸਵਾਲ ਹੋਰ ਹੈ। ਸਾਨੂੰ ਥੋੜ੍ਹਾ ਜਿਹਾ ਇਹ ਵੀ ਪਤਾ ਲੱਗਾ ਕਿ ਤੁਹਾਡੇ ਕੋਲੇ ਤੁਹਾਡੀ ਇੱਕ ਸੰਸਥਾ ਹੈ ਜਿਹੜੀ ਆਏ ਸਾਲ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਗਰੀਬ ਪਰਿਵਾਰਾਂ ਦਾ ਭਲਾ ਕਰਦੀ ਹੈ। ਕਾਫੀ ਸਾਰੀਆਂ ਗਰੀਬ ਕੁੜੀਆਂ ਦੇ ਵਿਆਹ ਵੀ ਕਰਵਾਏ ਜਾਂਦੇ ਨੇ। ਸਵਾਲ ਇਹ ਹੈ ਕਿ ਉਹਦੀ ਸਾਰੀ ਫੰਡਿੰਗ ਕੌਣ ਦੇਖਦਾ? ਉਹ ਕਿੱਥੋਂ ਫੰਡਸ ਆਉਂਦੇ ਨੇ? ਕੀ ਤੁਸੀਂ ਆਪਣੇ ਕੋਲੋਂ, ਜਿੱਥੇ ਤੱਕ ਮੈਨੂੰ ਨੌਲੇਜ ਮਿਲੀ ਆ ਹਜੇ ਤੱਕ, ਉਹ ਸਾਰਾ ਤੁਸੀਂ ਆਪ ਕਰਦੇ ਹੋ ਜਿੰਨਾ ਵੀ ਖਰਚਾ ਉਹਦੇ ਉੱਤੇ, ਜੀ ਜਾਂ ਕਿ ਤੁਹਾਨੂੰ ਕੋਈ ਹੋਰ ਵੀ ਸਪੋਰਟ ਮਿਲਦੀ ਹੈ? ਦੇਖੋ, ਉਹ ਅਸੀਂ ਬਣਾਈ ਸੀ ਫਾਊਂਡੇਸ਼ਨ 3-4 ਦੋਸਤਾਂ ਨੇ ਮਿਲ ਕੇ ਕਿ ਜੀ। ਆਪਾਂ ਆਪਣੇ ਕੋਲੋਂ ਹੀ ਪੈਸਾ ਕੱਢ ਕੇ ਆਪਾਂ ਹੀ ਲਾ ਦਿਆ ਕਰਨਾ। ਕਿਉਂ ਕਰਕੇ ਜਦੋਂ ਵੀ ਤੁਸੀਂ ਕੋਈ ਸਰਕਾਰੀ ਫੰਡ ਲੈਂਦੇ ਹੋ ਜੀ। ਜਾਂ ਕੋਈ ਪ੍ਰਾਈਵੇਟ ਲੈਂਦੇ ਹੋ ਤਾਂ ਤੁਹਾਡੇ ਤੇ ਗਬਨ ਦਾ ਚਾਰਜ ਲੱਗਣਾ ਵੀ ਇਹ ਤਾਂ ਪੈਸਾ ਖਾ ਗਏ ਜੀ, ਇਹ ਤਾਂ ਐਂ ਕਰਕੇ। ਇਸ ਤੋਂ ਚੰਗਾ ਹੈ ਕਿ ਜਿਹੜਾ ਆਪਾਂ ਸੰਗਤ ਦਾ ਭਲਾ ਜੋ ਕਰ ਸਕਦੇ ਹਾਂ ਉਹ ਆਪਾਂ ਆਪਦਾ ਹੀ ਦਸਵੰਧ ਕੱਢ ਕੇ ਕਰੀਏ। ਹਰ ਬੰਦਾ ਹੀ ਆਪਦਾ ਹੀ ਜ਼ਿੰਮੇਵਾਰੀ ਸਮਝੇ ਤਾਂ ਆਪਾਂ ਨੂੰ ਕੀ ਲੋੜ ਹੈ। ਸਰਕਾਰਾਂ ਤੋਂ ਵੱਧ ਕੰਮ ਆਪਾਂ ਆਪ ਕਰ ਸਕਦੇ ਹਾਂ। ਮੈਂ ਕਈ ਥਾਂ ਦੇਖੇ ਹੈ ਬਾਈ ਜੀ, ਲੋਕਾਂ ਦੀ ਜ਼ਿੰਦਗੀ ਇੰਨਾ ਵੱਡਾ ਸੰਘਰਸ਼ ਹੈ, ਜੀ। ਇੰਨਾ ਵੱਡਾ ਸੰਘਰਸ਼ ਹੈ। ਮੈਂ ਪਿੱਛੇ ਦਲੀਪ ਸੱਗੜ ਨਾਂ ਦਾ ਲੜਕਾ ਹੈ, ਮੈਂ ਉਹਨੂੰ ਮਿਲਣ ਗਿਆ। ਉਹਦੇ ਜੀ। ਪੈਰ ਵੀ ਖਰਾਬ ਨੇ ਤੇ ਉਹਦੇ ਹੱਥ ਵੀ ਖਰਾਬ ਨੇ। ਜੀ। ਉਹਦੇ ਕੋਲੇ ਉਹਦਾ ਸਾਰਾ ਜੀਵਨ ਇੱਕ ਕਮਰਾ ਹੈ ਛੋਟਾ ਜਿਹਾ, ਗੱਦਾ ਉਹਦਾ ਥੱਲੇ ਲੱਗਿਆ ਹੋਇਆ, ਔਰ ਉਹ ਆਪਣੇ ਪੈਰ ਨਾਲ ਆਪਣਾ ਫੋਨ ਚਲਾਉਂਦਾ ਹੈ, ਪੈਰ ਨਾਲ। ਜੀ। ਮਤਲਬ ਜੇ ਉਹਨੇ ਕਮੈਂਟ ਲਿਖਣਾ, ਉਹਨੇ ਆਪਦੇ ਪੈਰ ਦੇ ਗੂਠੇ ਨਾਲ ਉਹ ਲਿਖਣਾ ਹੈ। ਜੀ। ਤੇ ਮੈਂ ਹੁਣ ਇੱਕ ਟੈਲੀਵਿਜ਼ਨ ਦੀ ਲੋੜ ਸੀ ਉੱਥੇ। ਮੈਂ ਅਸਲ 'ਚ ਮੈਂ ਔਨ ਏਅਰ ਡਿਸਕਸ ਨਹੀਂ ਕਰਨਾ ਚਾਹੁੰਦਾ ਕਿ ਫਿਰ ਉਹਦਾ ਦਿੱਤੇ ਦਾ ਵੀ ਕੋਈ ਫਾਇਦਾ ਨਹੀਂ ਗਾ ਜੀ। ਉਹ ਜੀ। ਜੇ ਆਪਾਂ ਕਹੀਏ, ਬਸ ਇੰਨਾ ਸਮਝ ਲਓ ਕਿ ਜਿੰਨਾ ਕਿ ਛੋਟਾ ਮੋਟਾ ਮੈਂ ਕਰ ਸਕਦਾ ਹਾਂ, ਮੈਂ ਆਪਦੀ ਪੂਰੀ ਕੋਸ਼ਿਸ਼ ਕਰਦਾ ਹਾਂ।
ਜੀ, ਮੈਂ ਕਿਉਂਕਿ ਇਹ ਚੀਜ਼ ਦੇ ਬਾਰੇ ਅਸੀਂ ਦੇਖਿਆ ਨਾ ਇਸ ਸੰਸਥਾ ਦਾ ਕਦੇ ਕਿਤੇ ਜ਼ਿਕਰ ਆਇਆ ਤੇ ਨਾ ਹੀ ਅਸੀਂ ਕਦੇ ਇਹਦੇ ਵੱਲੋਂ ਬਹੁਤੀ ਜ਼ਿਆਦਾ ਕੋਈ ਨਿਊਜ਼ ਦੇਖੀ ਆ ਹਾਈਲਾਈਟ ਹੋਈ। ਪਰ ਮੈਂ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ, ਕੀ ਤੁਸੀਂ ਇੱਕ ਵਾਰ ਸਾਨੂੰ ਸੰਸਥਾ ਦਾ ਨਾਮ ਜੇ ਦੱਸ ਸਕੋ ਤਾਂ ਬੜਾ ਚੰਗਾ ਲੱਗੂਗਾ। ਇਹ ਮੇਰੀ ਆਪਣੀ ਰਿਕੁਐਸਟ ਹੈ ਕਿਉਂਕਿ ਮੇਰੀ ਆਪਣੀ ਕੀਤੀ ਹੋਈ ਰਿਸਰਚ ਦੇ ਵਿੱਚੋਂ ਹੈ ਇਹ ਚੀਜ਼, ਤੇ ਅਸੀਂ ਜਾਣਨਾ ਠੀਕ। ਚਾਹੁੰਦੇ ਹਾਂ ਕਿ ਤੁਹਾਡੀ ਸੰਸਥਾ ਦਾ ਨਾਮ ਕੀ ਹੈ ਜੀ? ਮੇਰੀ ਸੰਸਥਾ ਦਾ ਨਾਮ ਤਾਂ ਜੀ ਮੈਥੋਂ ਆਪਦੇ ਨਾਂ ਤੇ ਹੀ ਰੱਖਿਆ ਗਿਆ, ਬੱਬੀ ਬਾਦਲ ਫਾਊਂਡੇਸ਼ਨ। ਜੀ, ਤੇ ਉਹ ਮੈਂ ਤਾਂ ਰੱਖਿਆ ਸੀ ਕਿ ਉਦੋਂ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਬਣੀ ਸੀ। ਜੀ, ਉਹ ਤਾਂ ਬਹੁਤ ਅਰਬਾਂਪਤੀ ਲੋਕ ਨੇ ਜੀ, ਦੁਨੀਆ ਦੇ ਸਭ ਤੋਂ ਵੱਡੇ ਲੋਕ। ਤੇ ਜੀ, ਮੈਂ ਉਹਨਾਂ ਦੇ ਪਿੱਛੇ ਰੱਖ ਕੇ ਮੈਂ ਆਹ ਫਾਊਂਡੇਸ਼ਨ ਬਣਾ ਲਈ। ਜਿਹੜੇ ਸਾਡੇ 3-4 ਦੋਸਤ ਸੀ ਉਹ ਕਹਿੰਦੇ ਯਾਰ ਤੁਸੀਂ ਆਪਣੇ ਨਾਂ ਤੇ ਕਰੋ ਤੇ ਆਪਾਂ ਮਤਲਬ ਕਰਾਂਗੇ ਕੰਮ। ਲੇਕਿਨ ਹੁਣ ਮੈਨੂੰ ਫੀਲ ਹੁੰਦਾ, ਮੈਨੂੰ ਸ਼ਰਮ ਆਉਂਦੀ ਹੈ ਜਦੋਂ ਮੈਂ ਨਾਂ ਦੱਸਦਾ ਵੀ ਯਾਰ ਐਡਾ ਮੈਂ ਕਿਹੜਾ ਕੋਈ ਵੱਡਾ ਬੰਦਾ ਜਾਂ ਕੋਈ ਸਾਧ ਸੰਤ ਹੈ ਜਾਂ ਜਿਹਦੇ ਮੇਰੇ ਨਾਂ ਤੇ ਮੈਂ ਫਾਊਂਡੇਸ਼ਨ ਬਣਾ ਲਈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਸਤਿਕਾਰਯੋਗ ਹਸਤੀ ਦੇ ਨਾਂ ਤੇ ਕਰੀਏ ਇਹਨੂੰ। ਤੇ ਲੇਕਿਨ ਅਸੀਂ ਕੰਮ ਆਪਦਾ ਪੂਰਾ ਜ਼ਰੀਆ ਰੱਖਿਆ ਹੋਇਆ ਹੈ। ਇੱਕ ਜੀ, ਸਾਡੇ ਆਗੂ ਦੀ ਡੈਥ ਹੋ ਗਈ ਸੀਗੀ ਸਾਡੇ ਇੱਥੇ ਹੀ, ਉਹਦੇ 2 ਬੇਟੀਆਂ ਹੀ ਹੈ। ਸੋ ਉਹਨਾਂ ਦੇ ਪਰਿਵਾਰ ਦੀ ਵੀ ਹਰ ਮਹੀਨੇ ਮਦਦ ਕਰਦੇ ਹੈ। ਆਈ ਕੋਈ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਆ ਜਾਣ ਉਹ ਕਰਦੇ ਹੈ, ਜਾਂ ਕਿਸੇ ਮੇਰਾ ਛੋਟਾ ਬੇਟਾ ਹੈ, ਉਹ ਡਾਊਨ ਸਿੰਡਰੋਮ ਚਾਈਲਡ ਹੈ। ਜਿਹੜਾ ਜੀ, ਮੇਰਾ ਛੋਟਾ ਬੇਟਾ ਮਨਸ਼ੇਰ ਹੈ ਉਹ ਜੀ, ਡਾਊਨ ਸਿੰਡਰੋਮ ਹੈ। ਸੋ ਮੈਨੂੰ ਬਹੁਤ ਇਹ ਹੁੰਦਾ ਹੈ ਕਿ ਜਿਹੜੇ ਬੱਚੇ ਸਪੈਸ਼ਲ ਨੀਡਸ ਵਾਲੇ ਬੱਚੇ ਨੇ, ਮਤਲਬ ਜਿਹੜੇ ਆਪ ਆਪਣਾ ਧਿਆਨ ਨਹੀਂ ਰੱਖ ਸਕਦੇ, ਕਿ ਉਹਨਾਂ ਦੇ ਵਾਸਤੇ ਆਪਾਂ ਕੋਈ ਟੀਚਰਸ ਵਗੈਰਾ ਜਾਂ ਕੁਛ, ਉਹ ਰੱਬ ਦਾ ਰੂਪ ਨੇ। ਉਹ ਅਕਾਲ ਪੁਰਖ ਨੇ ਇਸ ਦੁਨੀਆ 'ਚ ਭੇਜੇ ਨੇ ਕਿ ਉਹਨਾਂ ਦੇ ਨਾਲ ਕੋਈ ਵੀ ਬੁਰਾ ਕਰਮ ਉਹਨਾਂ ਦਾ ਨਾ ਬਣੇ, ਕਿਉਂ ਕਰਕੇ ਉਹ ਰੱਬ ਦਾ ਰੂਪ ਨੇ। ਉਹਨਾਂ ਨੂੰ ਸਿਰਫ ਆਪਣੇ ਸਮਝ, ਉਹਨਾਂ ਦੀ ਘੱਟ ਸਮਝ ਹੁੰਦੀ ਹੈ, ਪਰ ਉਹਨਾਂ ਦੀ ਪੋਜ਼ਿਟਿਵ ਵਾਈਬ੍ਰੇਸ਼ਨ ਹੈ, ਉਹਨਾਂ ਦੀ ਅਕਾਲ ਪੁਰਖ ਸਿੱਧੀ ਮੰਨਦਾ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ। ਬਾਕੀ ਅਸੀਂ ਜਿਵੇਂ ਅਨਾਥ ਆਸ਼ਰਮ ਹੈ ਲੜਕੀਆਂ ਲਈ ਖਰੜ ਵਿੱਚ, ਉੱਥੇ ਮੈਂ ਹਰ ਰੱਖੜੀ ਬਣਾਉਣ ਜਾਂਦਾ ਹੈ, ਜਾਂ ਆਪਣੇ ਜਨਮ ਦਿਨ ਤੇ ਮੈਂ ਉੱਥੇ ਕੇਕ ਕੱਟਦਾ ਜਾ ਕੇ। ਸੋ ਜਿੰਨੇ ਜੀ, ਕੁ ਜੋਗਾ ਮੈਂ ਹੈਗਾ ਉਹਨਾਂ ਕੁ ਮੈਂ ਕਰੀਏ। ਉਹਨੇ ਜਿੰਨਾ ਕੁ ਮਹਾਰਾਜ ਹੋਰ ਬਖਸ਼ੂਗਾ ਆਪਾਂ ਹੋਰ ਵਧਾਵਾਂਗੇ ਕੱਲ ਨੂੰ। ਜੀ। ਬਾਈ ਜੀ, ਸਮਾਂ ਮੈਂ ਤੁਹਾਡਾ ਬਹੁਤ ਜ਼ਿਆਦਾ ਲੈ ਲਿਆ। ਮੈਨੂੰ ਪਤਾ ਹੈ, ਪਰ ਤੁਸੀਂ ਜਾਣ ਤੋਂ ਪਹਿਲਾਂ ਸਾਡੇ ਇਸ ਰੇਡੀਓ ਸਪਾਈਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੀ ਜਨਤਾ ਨੂੰ, ਪਲੱਸ ਨਿਊਜ਼ੀਲੈਂਡ ਤੇ ਹੋਰ ਵੀ ਜਿੱਥੇ ਤੱਕ ਆਪਾਂ ਨੂੰ ਦੁਨੀਆ ਭਰ ਦੇ ਵਿੱਚ ਇਸ ਸਮੇਂ ਪੰਜਾਬੀ ਸੁਣ ਰਹੇ ਨੇ, ਔਨ ਦਾ ਬਿਹਾਫ ਤੁਸੀਂ ਸੰਯੁਕਤ ਜਿਹੜਾ ਅਕਾਲੀ ਦਲ ਬਣਿਆ, ਮੋਰਚਾ ਜਿਹੜਾ ਖੋਲ੍ਹਿਆ, ਆਪਾਂ ਇੱਕ ਮੋਰਚਾ ਹੀ ਕਹਿ ਸਕਦੇ ਹਾਂ ਕਿਉਂਕਿ ਇੱਕ ਵੱਡੇ ਉਹਦੇ ਖਿਲਾਫ ਇਹ ਇੱਕ ਜੰਗ ਹੈ। ਤਾਂ ਤੁਸੀਂ ਕੀ ਬਿਲਕੁਲ। ਚਾਹੁੰਦੇ ਹੋ ਕਿ ਲੋਕਾਂ ਦੇ ਵੱਲੋਂ ਤੁਹਾਨੂੰ ਕੀ ਸਹਿਯੋਗ ਮਿਲੇ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਜਿੱਥੇ ਤੱਕ ਤਾਂ ਸਿਆਸਤ ਦੀ ਗੱਲ ਹੈ ਤਾਂ ਮੈਂ ਲੋਕਾਂ ਨੂੰ, ਭਾਵੇਂ ਉਹ ਨਿਊਜ਼ੀਲੈਂਡ 'ਚ ਬੈਠੇ ਨੇ, ਮਨਪ੍ਰੀਤ ਜੀ ਜਿਹੜੇ ਆਕਲੈਂਡ 'ਚ ਨੇ, ਮੇਰੇ ਮਤਲਬ ਪਰਿਵਾਰ ਦੇ ਹੀ ਮੈਂਬਰ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਦੱਸਦਾ, ਜਿੱਥੇ ਵੀ ਜੋ ਵੀ ਬੈਠਾ ਹੈ ਬੰਦਾ, ਚਾਹੇ ਉਹ ਨਿਊਜ਼ੀਲੈਂਡ 'ਚ ਹੈ, ਕੋਈ ਪੰਜਾਬੀ ਬੈਠਾ ਹੈ ਜਾਂ ਪੰਜਾਬ 'ਚ ਹੈ, ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਹੂੰਗਾ, ਜਿੱਥੇ ਸਿਆਸਤ ਦੀ ਗੱਲ ਹੈ ਉਹ ਤਾਂ ਕਿ ਤੁਸੀਂ ਚੰਗੇ ਲੋਕਾਂ ਦੀ ਜੋਸ਼ ਉਹਨਾਂ ਦਾ ਵਧਾਓ। ਚੰਗੇ ਲੋਕਾਂ ਨੂੰ ਭਾਵੇਂ ਤੁਸੀਂ ਇੱਕ ਕੰਪਲੀਮੈਂਟ ਵੀ ਕਰ ਦੋਗੇ ਲੋਕਾਂ ਨੂੰ ਕਿ ਹਾਂ ਤੂੰ ਅੱਛਾ ਕੰਮ ਕਰ ਰਿਹਾ ਹੈ, ਅਸੀਂ ਤੈਨੂੰ ਦੇਖ ਰਹੇ ਹਾਂ, ਵੈਲ ਡਨ, ਸਾਰਾ ਕੁਝ। ਫਿਰ ਉਸ ਤੋਂ ਬਾਅਦ ਮੈਂ ਇਹ ਕਹਿੰਦਾ ਕਿ ਜਿਹੜੀ ਸਾਫ਼ ਸੁਥਰੀ ਸਰਕਾਰ ਹੈ ਉਹ ਚੁਣੋ, ਕਿਸਾਨਾਂ ਦੀ ਇਮਦਾਦ ਕਰੋ ਔਰ ਸਾਫ਼ ਸੁਥਰੇ ਲੋਕਾਂ ਨੂੰ ਚੁਣੋ। ਔਰ ਤੀਸਰੀ ਗੱਲ ਜਿਹੜੀ ਮੈਂ ਨਾ ਸਪਿਰਿਚੁਅਲ ਕਰਨੀ ਚਾਹੁੰਦਾ ਹੈ, ਦੇਖੋ ਸਾਰੇ ਇਸ ਦੁਨੀਆ ਤੇ ਕੁਝ ਸਮੇਂ ਲਈ ਆਏ ਆ। ਆਪਾਂ ਨਾਮ ਜਪ ਕੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਵੀ ਲੈਣੀਆਂ। ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਦਾ ਜਾਪ ਕਰ ਲਓ, ਪਾਠ ਕਰੋ, ਜਾਪ ਕਰੋ, ਇਹ ਬਹੁਤ ਜ਼ਰੂਰੀ ਹੈ। ਇਹ ਗੁਰੂ ਮਹਾਰਾਜ, ਨਹੀਂ ਤਾਂ ਆਪਣਾ ਜਿਹੜਾ ਇਹ ਜਨਮ ਹੈ ਇਹ ਕਿਸੇ ਕੰਮ ਦਾ ਨਹੀਂ, ਕਿਸੇ ਲੇਖੇ ਦਾ ਨਹੀਂ। ਤੁਸੀਂ, ਇਹ ਇੱਕ ਬਖਸ਼ਿਸ਼ ਹੈ ਉਸ ਅਕਾਲ ਪੁਰਖ ਦੀ। ਭਾਵੇਂ ਕੋਈ ਵੀ ਧਰਮ ਹੈ, ਸਾਰੇ ਰਸਤੇ ਇੱਕੋ ਪਰਮੇਸ਼ਰ ਦੇ ਦੁਆਰ ਤੇ ਜਾਂਦੇ ਹੈ।
ਸੋ ਜਿਵੇਂ ਆਪਣਾ ਜਿਹੜਾ ਵੀ ਧਰਮ ਹੈ ਉਹਨੂੰ ਤੁਸੀਂ ਮੁੱਖ ਰੱਖਦੇ ਹੋਏ ਇੱਕ ਅੱਛੇ ਇਨਸਾਨ ਬਣੋ ਔਰ ਉਸ ਅਕਾਲ ਪੁਰਖ ਨਾਲ ਜੁੜਨ ਦੀ ਕੋਸ਼ਿਸ਼ ਕਰੋ, ਇਹ ਵੀ ਬਹੁਤ ਜ਼ਰੂਰੀ ਹੈ। ਸੋ ਮੈਂ ਜੀ, ਇਹ ਕਹਿਣਾ ਸੀ। ਤੇ ਜੀ। ਤੁਹਾਡਾ ਐਨਵੀ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਜੀ, ਮੈਂ ਅਨਿਲ ਰਾਏ ਜੀ ਦਾ ਧੰਨਵਾਦ ਕਰੂੰਗਾ, ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਅਸੀਂ ਇੱਥੇ ਤੁਹਾਨੂੰ ਸਕਰੀਨ ਤੇ ਦੇਖ ਸਕਦੇ ਹਾਂ। ਬਾਈ ਅਨਿਲ ਰਾਏ ਜੀ ਆਕਲੈਂਡ ਦੇ ਵਿੱਚ ਨਾਰਥ ਸ਼ੋਰ ਤੋਂ ਨੇ। ਰਾਏ ਸਾਹਿਬ, ਆਈ ਐਮ ਜੀ, ਸੌਰੀ ਰਾਏ ਸਾਹਿਬ ਦਾ ਮੈਂ ਵੀ ਧੰਨਵਾਦ ਕਰਦਾ ਹਾਂ। ਥੈਂਕ ਯੂ ਰਾਏ ਜੀ, ਸਾਹਿਬ, ਲਵ ਯੂ। ਜੀ। ਮੋਹਾਲੀ ਵਾਲੇ ਤੁਹਾਡੇ ਲਈ ਦੁਆਵਾਂ ਭੇਜ ਰਹੇ ਨੇ ਕਿ ਮੋਹਾਲੀ ਤੋਂ ਇਲੈਕਸ਼ਨ ਲੜੋ ਤੇ ਮੋਹਾਲੀ ਦੇ ਵਿੱਚ ਤੁਹਾਨੂੰ ਸਪੋਰਟ ਪੂਰੀ ਮਿਲ ਰਹੀ ਹੈ। ਅਸੀਂ ਤਾਂ ਇਹੀ ਚਾਹਾਂਗੇ ਕਿ ਪੰਜਾਬ ਦੇ ਵਿੱਚ ਚੰਗੀ ਲੀਡਰਸ਼ਿਪ ਆਵੇ, ਪੰਜਾਬ ਦਾ ਭਵਿੱਖ ਚੰਗਾ ਹੋਵੇ ਤੇ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਬਾਹਰ ਦੀ ਬਜਾਏ ਪੰਜਾਬ ਦੇ ਵਿੱਚ ਸੈਟਲ ਹੋਣ ਤੇ ਮਾਣ ਮਹਿਸੂਸ ਕਰੇ। ਆਲ ਦ ਬੈਸਟ ਜੀ, ਤੁਹਾਨੂੰ ਸ਼ੁਭ ਇੱਛਾਵਾਂ। ਰੇਡੀਓ ਸਪਾਈਸ ਦੀ ਪੂਰੀ ਮੈਨੇਜਮੈਂਟ ਟੀਮ ਦੇ ਵੱਲੋਂ ਸ਼ੁਭ ਇੱਛਾਵਾਂ ਜੀ। ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਬਹੁਤ ਮਿਹਰਬਾਨੀ। ਥੈਂਕ ਯੂ। ਸੋ ਲਓ ਜੀ, ਇਹ ਸਨ ਸਾਡੇ ਨਾਲ ਬੱਬੀ ਬਾਦਲ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਪੰਜਾਬ ਦੀ ਸਿਆਸਤ ਦੇ ਉੱਤੇ। ਉਹਨਾਂ ਦੇ ਆਪਣੇ ਜੀਵਨ ਦੇ ਬਾਰੇ ਗੱਲਾਂ ਬਾਤਾਂ ਕੀਤੀਆਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਵਧੀਆ ਲੱਗਿਆ ਹੋਊਗਾ। ਆਪਣਾ ਫੀਡਬੈਕ ਦੇਣਾ ਜਿਹੜਾ ਸਾਨੂੰ ਨਾ ਭੁੱਲਿਓ ਜੀ। ਫੀਡਬੈਕ ਜਿਹੜਾ ਹੈਗਾ ਤੁਸੀਂ info@radiospice.co.nz ਦੇ ਉੱਤੇ ਤੁਸੀਂ ਭੇਜ ਸਕਦੇ ਹੋ। ਮੈਂ ਇੱਕ ਵਾਰੀ ਫੇਰ ਈਮੇਲ ਪੜ੍ਹ ਦੇਣਾ, info@radiospice.org। ਸੋ ਇਹਦੇ ਉੱਤੇ ਜ਼ਰੂਰ ਤੁਸੀਂ ਆਪਣਾ ਫੀਡਬੈਕ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਵਧੀਆ ਪ੍ਰੋਗਰਾਮ ਅਸੀਂ ਇਸੇ ਤਰ੍ਹਾਂ ਲੈ ਕੇ ਹਾਜ਼ਰ ਹੁੰਦੇ ਰਹੀਏ। ਮੈਨੂੰ ਦਿਓ ਇਜਾਜ਼ਤ ਜੀ, ਰੱਬ ਰਾਖਾ। ਮਿਲਦੇ ਆ ਫਿਰ ਅਗਲੇ ਐਤਵਾਰ ਜਾਂ ਫਿਰ ਜਦੋਂ ਵੀ ਸਮਾਂ ਬਣਦਾ ਉਹਦੇ ਹਿਸਾਬ ਨਾਲ। ਸਟੇ ਸੇਫ। ਲੈਵਲ 4 ਦੇ ਵਿੱਚ ਅਸੀਂ ਚੱਲ ਰਹੇ ਹਾਂ। ਉਮੀਦ ਕਰਦੇ ਹਾਂ ਕਿ ਮੰਗਲਵਾਰ ਨੂੰ ਜਿਹੜਾ ਹੈਗਾ ਲੈਵਲ ਦੇ ਵਿੱਚ ਥੋੜੀ ਬਹੁਤੀ ਉਹ ਆਵੇ, ਪਰ ਪਲੀਜ਼ ਆਪਣੇ ਉਹਦੇ ਆਲੇ ਦੁਆਲੇ ਦਾ ਧਿਆਨ ਰੱਖੋ। ਸਾਰੇ ਜਾਣੇ ਸੇਫ ਰਹੋ। ਇਹੀ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਮਹਾਮਾਰੀ ਤੋਂ ਬਚਾਅ ਕਰਕੇ ਅਸੀਂ ਅੱਗੇ ਵਧੀਏ। ਸਟੇ ਸੇਫ। ਰੱਬ ਰਾਖਾ ਜੀ। ਕੱਲ ਨੂੰ ਸਵੇਰੇ ਸੁਰਿੰਦਰ ਗਰਚਾ ਜੀ ਪ੍ਰੋਗਰਾਮ ਲੈ ਕੇ ਸੱਜਰੀ ਸਵੇਰ ਹਾਜ਼ਰ ਹੋ ਜਾਣਗੇ। ਥੈਂਕ ਯੂ ਜੀ। ਸੋ ਜਿੰਨਾ ਵੀ ਸੱਜਣਾ ਨੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਕਮੈਂਟ ਕੀਤੇ, ਅਸੀਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਮੈਂ ਨਾਮ ਨਹੀਂ ਲੈ ਸਕਿਆ ਸਾਰਿਆਂ ਦੇ, ਇਸ ਲਈ ਮੈਂ ਮਾਫੀ ਚਾਹੂੰਗਾ। ਸੋ ਜੇ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਖਮਾ ਦਾ ਜਾਚਕ ਹਾਂ। ਰੱਬ ਰਾਖਾ।